We have still 2 more minutes to go, but then we can begin. मेरी प्रोग्राम शुरू करने तो पहला एक गुजारिश है सारे ऑडियंस से ਜਿਹੜੇ ਸਾਡੇ ਨਾਲ ਸਾਡੇ ਜੁੜੇ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿ ਪਲੀਜ਼ ਆਪਣੇ ਕੈਮਰਾਸ ਤੇ ਆਪਣੇ ਆਪ ਨੂੰ ਮਿਊਟ ਰੱਖਿਓ। बहुत बार ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਕਿਉਂਕਿ ਇਹ ਟੈਕਨੀਕਲ ਚੀਜ਼ਾਂ ਨੇ ਇਲੈਕਟ੍ਰੋਨਿਕ ਗੈਜਟਸ ਨੇ ਕਈ ਵਾਰ ਇਹ ਜ਼ੂਮ ਦੇ ਵੀ ਕੰਟਰੋਲਸ ਨਹੀਂ ਆਉਂਦੀਆਂ ਤੇ ਤੁਹਾਡੇ ਪਿੱਛੇ ਦਾ ਜਿਹੜਾ ਸ਼ੋਰ ਹੈ ਜਾਂ ਕਈ ਵਾਰ ਤੁਹਾਡੇ ਪਿੱਛੇ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਡਿਸਟਰੈਕਟ ਕਰਦੀਆਂ ਨੇ। ਸੋ ਮੇਰੀ ਹੰਬਲ ਰਿਕੁਐਸਟ ਹੋਏਗੀ ਸਾਰੇ ਸਾਡੇ ਪਾਰਟਿਸਪੈਂਟਸ ਨੂੰ ਕਿ ਆਪਣੇ ਆਪਣੇ ਮਾਈਕ ਜਿਹੜੇ ਨੇ ਤੁਸੀਂ ਮਿਊਟ ਕਰਕੇ ਰੱਖਿਓ ਔਰ ਜਦੋਂ ਅਸੀਂ ਪ੍ਰੋਗਰਾਮ ਦੇ ਅੰਜਾਮ ਤੇ ਪਹੁੰਚਾਂਗੇ ਉਦੋਂ ਤੁਹਾਨੂੰ ਪੁੱਛਾਂਗੇ ਜਿਹਦਾ ਵੀ ਤੁਸੀਂ ਕੁਐਸਚਨ ਕਰਨਾ ਚਾਹੁੰਦੇ ਹੋ ਉਹਨਾਂ ਵਾਸਤੇ ਅਸੀਂ ਤੁਹਾਨੂੰ ਅਨਮਿਊਟ ਆਪ ਕਰਾਂਗੇ। ਸੋ ਪਲੀਜ਼ ਹੰਬਲ ਰਿਕੁਐਸਟ ਐਂਡ ਪ੍ਰੀਤੀ ਜੀ ਵੀ ਕੈਨ Just waiting, Hanji, for 6 o'clock. Sorry, 5:30 फिर start करते हैं। Yeah, and मेरी एक गुजारिश ਹੋਰ ਹੈ ਜਿਹੜੇ ਹੁਣ ਤੱਕ ਦੇ ਸਰੋਤੇ ਹੁਣ ਤੱਕ ਦੇ ਦਰਸ਼ਕ ਹੁਣ ਤੱਕ ਦੇ ਪਾਰਟਿਸਪੈਂਟਸ ਜੁੜੇ ਨੇ ਬਹੁਤ ਮਾਣ ਹੋਏਗਾ ਸਾਨੂੰ ਕਿ ਤੁਸੀਂ ਜਦੋਂ ਪ੍ਰੋਗਰਾਮ ਦੇਖ ਰਹੇ ਹੋ ਤੇ ਉਸ ਪ੍ਰੋਗਰਾਮ ਦੇਖਣ ਦੇ ਵਿੱਚ ਆਪਣੇ ਕਿਸੇ ਸਾਥੀ ਨੂੰ ਕਹੋ ਕਿ ਉਹ ਤੁਹਾਡੀ ਤਸਵੀਰ ਜਿਹਦੇ ਵਿੱਚ ਤੁਸੀਂ ਵੀ ਹੋਵੋ ਤੇ ਤੁਹਾਡੇ ਨਾਲ ਇਹ ਪ੍ਰੋਗਰਾਮ ਵੀ ਚੱਲਦਾ ਹੋਵੇ ਉਹ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ। ਈਮੇਲ ਵਾਸਤੇ ਚੈਟ ਬਾਕਸ ਦੇ ਵਿੱਚ ਅਸੀਂ ਤੁਹਾਨੂੰ ਹੁਣੇ ਆਪਣਾ ਈਮੇਲ ਲਿੰਕ ਦੇ ਦੇਵਾਂਗੇ ਵਰਨਾ ਜੇ ਤੁਸੀਂ ਗੁਰਮੀਤ ਜੀ ਦੇ ਮਾਧਿਅਮ ਰਾਹੀਂ ਇਸ ਤਰ੍ਹਾਂ ਜੁੜੇ ਹੋ ਤੇ ਗੁਰਮੀਤ ਜੀ ਨੂੰ ਭੇਜ ਸਕਦੇ ਹੋ ਮੇਰੇ ਕੋਲ ਪਹੁੰਚ ਜਾਣਗੀਆਂ। ਪ੍ਰਭਾ ਖੇਤਾਨ ਫਾਊਂਡੇਸ਼ਨ ਇਹਨਾਂ ਨੂੰ ਆਪਣੇ ਜਿਹੜਾ ਮੈਗਜ਼ੀਨ ਨਿਕਲਦਾ ਉਹਦੇ 'ਚ ਪ੍ਰਿੰਟ ਵੀ ਕਰਦਾ ਔਰ ਇਹ ਅੱਜ ਦੀ ਜਿਹੜੀ ਟਾਕ ਹੋਏਗੀ ਅੱਜ ਦਾ ਇਹ ਸੈਸ਼ਨ ਹੋਏਗਾ ਇਹ ਹੈਗਾ। ਔਰ ਦੂਸਰਾ ਜਿਹੜੇ ਸਾਡੇ ਪਾਰਟਿਸਪੈਂਟਸ ਅੱਜ ਜੁੜੇ ਨੇ ਚੈਟ ਬਾਕਸ ਦੇ ਵਿੱਚ ਆਪਣਾ ਫੋਨ ਨੰਬਰ ਜ਼ਰੂਰ ਦੇ ਦੇਣ ਤਾਂ ਕਿ ਅਸੀਂ ਉਹਨਾਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਦੱਸ ਸਕੀਏ ਔਰ ਆਪਣਾ ਈਮੇਲ ਆਈਡੀ ਵੀ ਜ਼ਰੂਰ ਸਾਨੂੰ ਤੁਸੀਂ ਚੈਟ ਬਾਕਸ ਵਿੱਚ ਦੇ ਦਿਓ। ਤੇ ਪ੍ਰੀਤੀ ਜੀ ਜੀ ਸ਼ੁਕਰੀਆ ਥੈਂਕ ਯੂ। सत श्री अकाल, आदाब, गुड इवनिंग एवरीबॉडी। ऑल द पीपल जिन्होंने हमारे साथ आज ज्वाइन किया है सेशन। वी आर गोइंग टू बी लिसनिंग टू आवर गेस्ट गुरमीत करियालवी and he will be in conversation with Nirupama Dutt, both of whom you can see on your screen right now. Welcome to Amritsar and to Maja House, which is a new innovative cultural and literary platform in the city of Amritsar. Before I hand over to Arvinder ji, I just want to tell you a little bit about this program that we have been hosting. आखिर एक ऐसा प्रोग्राम है जो हम प्रभा खेतान फाउंडेशन के साथ कोलैबोरेट करके होस्ट करते हैं and this is a program that is done, I mean it is in regional languages and it is throughout India. There are some 20 different states and languages where this program called Akhar takes place. We are proud that we are able to host the Punjabi language one at Maja House. Prabha Khaitan is a premier foundation which tries to promote literature and culture and music and performance, and they are based in Kolkata. They have started a number of literary initiatives जिनके नाम है कलम, राइट सर्कल, शब्द, एक मुलाकात, टैटर्टी और भी 2-4 हैं इसमें। और आखिर जो है that is mainly to promote Indian authors and languages, so regional languages.
And the aim is to explore the richness of our own languages and our regional roots, and also take a look at the many varied languages across this country. So बस ये कहते हुए, I would now like to hand over to Arvinder ji. Arvinder ji will please give us a short introduction to our two guests today, and then we can carry the conversation forward. Once again, welcome and thank you very much for being here. Thank you so very much, Preeti ji. कदी-कदी मौके ਇਹੋ ਜਿਹੇ ਆਉਂਦੇ ਨੇ ਕਿ ਤੁਸੀਂ ਕੁਝ ਕਹਿਣ ਤੋਂ ਪਹਿਲਾਂ ਆਪਣੇ ਅਲਫਾਜ਼ਾਂ ਦੀ ਚੋਣ ਕਰਦੇ ਹੋ, ਲੱਭਦੇ ਹੋ। ਜਦੋਂ ਤੁਹਾਡੇ ਸਾਹਮਣੇ ਚਾਨਣ ਮੁਨਾਰੇ ਇਹੋ ਜਿਹੇ ਹੋਣ ਜਿਹੜੇ ਸੂਰਜ ਵਾਂਗੂ ਰੋਸ਼ਨੀ ਦਿੰਦੇ ਹੋਣ ਤੇ ਤੁਹਾਡੇ ਸ਼ਬਦਕੋਸ਼ ਦੇ ਵਿੱਚੋਂ ਸ਼ਬਦਾਂ ਦਾ ਭੰਡਾਰ ਉਸ ਰੋਸ਼ਨੀ ਦੇ ਸਾਹਮਣੇ ਫਿੱਕਾ ਪੈ ਜਾਂਦਾ, ਘਟ ਜਾਂਦਾ। ਜਿਵੇਂ ਅੱਜ ਦੋ ਹਸਤੀਆਂ ਸਾਡੇ ਸਾਹਮਣੇ ਸਾਡੇ ਨਾਲ ਜੁੜੀਆਂ ਨੇ। ਗੁਰਮੀਤ ਜੀ, ਇਹਨਾਂ ਬਾਰੇ ਮੈਂ ਤਾਰਫ ਤੁਹਾਡੇ ਨਾਲ ਸਾਰਿਆਂ ਦੇ ਨਾਲ ਬਾਤ ਕਰਵਾਉਣਾ, ਪਰ ਜਿਹੜੇ ਅੱਜ ਇਹਨਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੀ, ਇਹਨਾਂ ਦੀ ਸਾਹਿਤ ਦੀ, ਇਹਨਾਂ ਦੀ ਪਹਿਚਾਣ ਦੀ ਘੋਖ ਕਰਨਗੇ ਨਿਰੂਪਮਾ ਦੱਤ ਜੀ। ਪਹਿਲਾਂ ਇਹਨਾਂ ਬਾਰੇ ਦੋ ਲਾਈਨਾਂ। ਮੇਰੇ ਖਿਆਲ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਮੇਰੇ ਕੋਲ ਸ਼ਬਦ ਥੋੜੇ ਨੇ, ਆਪਣੇ ਆਪ 'ਚ ਇੱਕ ਵਿਲੱਖਣਤਾ ਦੀ ਮਿਸਾਲ ਨੇ ਨੀਰੂ ਜੀ। ਕਵੀ ਨੇ, ਲਿਟਰੇਰੀ ਆਰਟ ਕ੍ਰਿਟਿਕ ਨੇ, ਇੱਕ ਬਹੁਤ ਹੀ ਜ਼ਿਆਦਾ ਉੱਘੇ ਪੱਤਰਕਾਰ ਨੇ, ਅਨੁਵਾਦਕ ਨੇ, ਤੇ ਆਪਣੀਆਂ ਬੇਸ਼ੁਮਾਰ ਕਿਤਾਬਾਂ ਜਿਸ ਤਰ੍ਹਾਂ ਸਟੋਰੀਜ਼ ਆਫ ਦ ਸੋਇਲ, ਦ ਬੈਲਡ ਆਫ ਬੰਤਾ ਸਿੰਘ, ਲਾਲ ਸਿੰਘ ਦਿਲ, ਤੇ ਪਤਾ ਨਹੀਂ ਕਿੰਨੀਆਂ ਹੋਰ ਇਸ ਤਰ੍ਹਾਂ ਦੀਆਂ ਰਚਨਾਵਾਂ ਜਿਨ੍ਹਾਂ ਕਰਕੇ ਪੂਰੀ ਦੁਨੀਆ ਦੇ ਵਿੱਚ ਆਪਣੀ ਇਹ ਇੱਕ ਵਿਲੱਖਣ ਥਾਂ ਰੱਖਦੇ ਨੇ। ਔਰ ਮਾਝਾ ਹਾਊਸ ਦੇ ਨਾਲ ਇੰਜ ਜੁੜੇ ਨੇ ਜਿਵੇਂ ਸਾਨੂੰ ਇੱਕ ਨਵਾਂ ਰਹਿਨੁਮਾ ਮਿਲਿਆ ਹੋਵੇ। ਪੂਰੀ, ਮੈਂ ਜੇ ਕਹਾਂ ਗਲਤ ਨਹੀਂ ਤੇ ਇਹ ਬਾਬਾ ਬੁੱਲਾ ਬਣ ਕੇ ਸਾਡੇ ਕੋਲ ਪਹੁੰਚਦੇ ਨੇ ਔਰ ਸਾਨੂੰ ਡੂੰਘੀਆਂ ਸੋਚਾਂ ਦੇ ਨਾਲ ਜ਼ਿੰਦਗੀ ਜੀਉਣ ਜਾਚ ਦਿੰਦੇ ਨੇ। ਸੋ ਤੁਹਾਡਾ ਖੈਰ ਮਕਦਮ, ਤੁਹਾਨੂੰ ਜੀ ਆਇਆਂ ਨੂੰ ਨੀਰੂ ਜੀ। ਅੱਜ ਦੀ ਇਹ ਸ਼ਾਮ ਜਿਹੜੀ ਤੁਸੀਂ ਹੁਣੇ ਇੱਕ ਸਾਹਿਤ ਦੀ ਜੱਫੀ ਪਾਓਗੇ ਪੰਜਾਬੀ ਅਦਬ ਦੇ ਲਿਹਾਜ਼ ਦੇ ਵਿੱਚ। ਗੁਰਮੀਤ ਕੜਿਆਲਵੀ ਮਾਨਵੀ ਰਿਸ਼ਤਿਆਂ ਦੀਆਂ ਕਈ ਪਰਤਾਂ ਨੂੰ ਫਰੋਲਦਾ ਹੈ। ਛੋਟੀ ਉਮਰੇ ਬਹੁਤ ਵੱਡੇ ਮਾਰ ਕੇ ਮਾਰਨ ਵਾਲਾ, ਸਮਾਜ ਦੇ ਅਣਗੌਲੇ ਵਰਗਾਂ ਨੂੰ ਨਵੀਆਂ ਸੰਭਾਵਨਾਵਾਂ ਸਮੇਤ ਪੇਸ਼ ਕਰਦਾ ਹੈ। ਇੱਕ ਕਮਾਲ ਦਾ ਆਪਟਿਮਿਜ਼ਮ ਗੁਰਮੀਤ ਜੀ ਦੀਆਂ ਰਚਨਾਵਾਂ 'ਚੋਂ ਮਿਲਦਾ ਹੈ। ਔਰ ਹੁਣ ਤੱਕ ਇਹਨਾਂ ਦੀਆਂ ਜਿਹੜੀਆਂ ਸਿੱਧੀਆਂ ਮੈਂ ਪੜ੍ਹ ਸਕਿਆ, ਜਿਨ੍ਹਾਂ 'ਚ ਢਾਲ, ਅੱਕ ਦਾ ਬੂਟਾ, ਆਤੂ ਖੋਜੀ, ਪੂਣੇ, ਸਾਰੰਗੀ ਦੀ ਮੌਤ, ਹਾਰੀ ਨਾ ਬਚਨਿਆ, ਖਤਰਨਾਕ ਅਤਵਾਦੀ ਦੀ ਜੇਲ੍ਹ ਯਾਤਰਾ, ਬੰਦ ਦਰਵਾਜ਼ੇ, ਕਰਾਮਾਤੀ ਪੈਨ, ਇਕੋਲੋਜੀ ਦੇ ਨਾਲ ਜੁੜੇ, ਅਸੀਂ ਹਾਂ ਤੁਹਾਡੇ ਮਿੱਤਰ, ਟਾਂਗੇ ਵਾਲਾ ਸੰਤਾ, ਅਸੀਂ ਉਡਣਾ ਚਾਹੁੰਦੇ ਹਾਂ, ਬੱਚਿਆਂ ਨੂੰ ਇੱਕ ਨਵੇਂ ਖੰਭ ਦੇਣ ਵਾਲੀ ਇੱਕ ਨਵੀਂ ਸੋਚ, ਪੰਚ ਪਰਮੇਸ਼ਰ, ਸ਼ੇਰ ਸ਼ਾਹ ਸ਼ੂਰੀ, ਭੱਠੀ ਵਾਲੀ ਗਿੰਦਰੋ, ਦਹਿਸ਼ਤ ਭਰੇ ਦਿਨਾਂ ਦੇ ਵਿੱਚ ਇੱਕ ਸਵੈ ਬਿਰਤਾਂਤ ਹੈ ਇਹਨਾਂ ਦਾ। ਔਰ ਉਹ 21 ਦਿਨ ਜਿਸ ਕਿਤਾਬ ਉੱਤੇ ਨੀਰੂ ਜੀ ਨੇ ਬੜੀ ਡਿਟੇਲ ਦੇ ਵਿੱਚ ਇਹਨਾਂ ਨੂੰ ਘੋਖਿਆ ਔਰ ਆਪਣੀ ਰਚਨਾ ਦੇ ਨਾਲ, ਆਪਣੀ ਇੱਕ ਬਹੁਤ ਵਿਸ਼ੇਸ਼ ਟਿੱਪਣੀ ਦੇ ਨਾਲ ਪੂਰੇ ਜਗਤ ਨੂੰ ਉਸ ਕਲਮ ਦੇ ਨਾਲ ਰੋਸ਼ਨਾਈ ਕਰਵਾਈ। ਟ੍ਰਿਬਿਊਨ ਦੇ ਵਿੱਚ ਜਦੋਂ ਇਹਨਾਂ ਨੇ ਇੱਕ ਆਰਟੀਕਲ ਲਿਖਿਆ, ਜਿੱਥੋਂ ਮੇਰੀ ਨੇੜਤਾ ਗੁਰਮੀਤ ਜੀ ਦੇ ਨਾਲ ਹੋਰ ਹੋਈ। ਗੁਰਮੀਤ ਜੀ ਦੀਆਂ ਰਚਨਾਵਾਂ, ਗੁਰਮੀਤ ਜੀ ਦੇ ਨਾਟਕ, ਗੁਰਮੀਤ ਜੀ ਦੀਆਂ ਕਵਿਤਾਵਾਂ ਮੈਂ ਅਕਸਰ ਪੜ੍ਹਦਾ ਵੀ ਸੀ, ਪਰ ਅੱਜ ਇਸ ਆਖਰ ਦੇ ਪ੍ਰੋਗਰਾਮ ਦੇ ਵਿੱਚ ਮਾਝਾ ਹਾਊਸ ਤੇ ਪ੍ਰਭਾ ਖੇਤਾਨ ਫਾਊਂਡੇਸ਼ਨ ਦੇ ਨਾਲ ਰਲ ਆਓ ਇੱਕ ਸਾਹਿਤ ਦੀ ਇੱਕ ਨਵੀਂ ਝਲਕ ਦੇਖਦੇ ਹਾਂ। ਤੇ ਓਵਰ ਟੂ ਨੀਰੂ ਜੀ। ਤੇ ਨੀਰੂ ਜੀ, ਹੁਣ ਤੁਸੀਂ ਸਾਡੇ ਨਾਲ ਸਾਨੂੰ ਇੱਕ ਨਵੀਂ ਦੁਨੀਆ ਦੇ ਦੌਰ 'ਚ ਲੈ ਚੱਲੋ। ਜੀ ਆਇਆਂ। बहुत बहुत शुक्रिया अरविंदर। हुण तुहाडी खुश जबानी और मिठास के बाद बोलना मुश्किल हो जाता है, पर कोशिश करते हैं। आज बड़ा अच्छा लग रहा है कि गुरमीत नाल है मौका मिले है गलबात करन दा, और मेरा तारुफ गुरमीत नाल इन्हां दे, जबकि मैं पहले भी इन्हां दी रचनावां बारे सुनिया सी, पर इन्हां दे जिहड़ा पैंडेमिक विच इन्हां ने जिहड़ा नॉवल लिखिया है पंजाबी च, वो 21 दिन, पहले तो ना ही इन्ना खूबसूरत और थोड़ा जिहा चेते आया निर्मल वर्मा दा वो 7 दिन, जबकि बिल्कुल डिफरेंट कॉन्टेक्स्ट ने। वो एक मैन वुमन रिलेशनशिप दी उदास स्टोरी है, 7 दिन और 7 दिन। और ए
ਜਿਹੜੇ 21 ਦਿਨ ਨੇ ਇੱਕ ਉਦਾਸੀ ਤੋਂ ਸ਼ੁਰੂ ਹੋ ਕੇ ਇੱਕ ਜਿੱਤ ਵੱਲ ਜਾਂਦੇ, ਮਤਲਬ ਕਿ ਜਿਹੜੀ ਪਰਲੇ ਸਾਹਮਣੇ ਆਈ ਹੈ ਉਹਨੂੰ ਜਿੱਤਣ ਦੀ, ਔਰ ਇਨਸਾਨੀ ਰਿਸ਼ਤਿਆਂ ਦੀ ਗੱਲ ਜਿਸ ਤਰ੍ਹਾਂ ਚਮਕ ਹੋਰਾਂ ਨੇ ਕਹੀ ਸੀ। ਗੁਰਮੀਤ ਜੀ, ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਹਾਡੀ ਸਾਹਿਤ ਦੀ ਜਿਹੜੀ ਹੈ ਯਾਤਰਾ ਹੈ ਕਦੋਂ ਸ਼ੁਰੂ ਹੋਈ ਔਰ ਕਿਸ ਤਰ੍ਹਾਂ? ਇਹ ਬੜਾ ਨੀਰੂ ਜੀ ਬੜਾ ਔਖਾ ਸਵਾਲ ਲੱਗਦਾ ਮੈਨੂੰ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪ੍ਰਭਾ ਖਤਾਨ ਫਾਊਂਡੇਸ਼ਨ ਤੇ ਮਾਝਾ ਹਾਊਸ ਵਾਲਿਆਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਏਡੇ ਪਿਆਰੇ ਦੋਸਤਾਂ ਦੇ ਨਾਲ, ਵਿਦਵਾਨਾਂ ਦੇ ਨਾਲ, ਮੈਂ ਦੇਖ ਰਿਹਾ ਬਹੁਤ ਵੱਡੇ ਵੱਡੇ ਵਿਦਵਾਨ ਸਾਡੇ ਨਾਲ ਜੁੜੇ ਹੋਏ ਨੇ, ਤੁਹਾਡੇ ਸਮੇਤ। ਤੇ ਬੜਾ ਔਖਾ ਲੱਗਦਾ ਮੈਨੂੰ ਗੱਲਬਾਤ ਕਰਨੀ, ਕਿਉਂਕਿ ਸਧਾਰਨ ਲੇਖਕ ਆ ਤੇ ਆਲੋਚਕਾਂ ਦੇ ਵਿੱਚ ਗੱਲ ਕਰਨੀ ਬਹੁਤ ਔਖੀ ਲੱਗਦੀ ਹੈ। ਪਰ ਫਿਰ ਵੀ ਚਲੋ ਆਪਾਂ ਗੱਲਾਂ ਕਰਾਂਗੇ ਜਿੰਨੀਆਂ ਕੁ ਮੈਂ ਦੇਸੀ ਭਾਸ਼ਾ ਦੇ ਵਿੱਚ ਕਰ ਸਕਦਾ। ਜਦੋਂ ਆਪਾਂ ਇਹ ਗੱਲ ਕਰਦੇ ਲਈ ਮੈਂ ਕਦੋਂ ਸ਼ੁਰੂ ਕੀਤਾ, ਤੇ ਮੈਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਲਈ ਕਦੋਂ ਸ਼ੁਰੂ ਕੀਤਾ। ਮੈਨੂੰ ਲੱਗਦਾ ਲਈ ਜਿਹੜੀ ਮੈਂ ਪਹਿਲੀ ਚੀਕ ਮਾਰੀ ਹੋਊਗੀ ਉਹ ਵੀ ਸ਼ਾਇਦ ਸਾਹਿਤ ਦੇ ਵਿੱਚ ਹੀ ਮਾਰੀ ਹੋਊਗੀ। ਬਹੁਤ ਅੱਛੇ, ਬਹੁਤ ਅੱਛੇ। ਮੈਨੂੰ ਇੰਨਾ ਕੁ ਯਾਦ ਹੈਗਾ ਲਈ, ਸਾਡੇ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਤੇ ਸਾਡੇ ਇੱਕ ਅਧਿਆਪਕ ਉਹ ਅਖਬਾਰਾਂ ਦੇ ਵਿੱਚ ਤੇ ਮੈਗਜ਼ੀਨਾਂ 'ਚ ਲੇਖ ਲਿਖਦੇ ਸੀਗੇ, ਰਾਜਨੀਤਿਕ ਕਿਸਮ ਦੇ ਲੇਖ। ਉਹਨਾਂ ਨੇ ਮੈਨੂੰ ਉਹ ਲੇਖ ਜਿਹੜੇ ਆ ਲਿਖ ਕੇ ਆਪਣੀ ਲਿਖਾਈ ਦੇ ਵਿੱਚ ਮੈਨੂੰ ਲਿਖਣ ਵਾਸਤੇ ਦੇ ਦੇਣੇ ਲਈ ਉਹਨੂੰ ਸਾਫ਼ ਕਰਕੇ ਲਿਖ ਕੇ ਆ ਕਾਗਜ਼ ਦੇ ਇੱਕ ਪਾਸੇ। ਤੇ ਮੇਰੀ ਲਿਖਾਈ ਬਹੁਤ ਖੂਬਸੂਰਤ ਸੀ, ਹੁਣ ਵੀ ਹੈ। ਤੇ ਉਦੋਂ ਫਿਰ ਮੈਂ ਉਹਨਾਂ ਨੂੰ ਸਾਫ਼ ਕਰਕੇ ਇੱਕ ਕਾਗਜ਼ ਤੇ ਲਿਖ ਕੇ ਲੈ ਕੇ ਜਾਣਾ ਉਹ ਲੇਖ। ਮੈਨੂੰ ਯਾਦ ਆ, ਕੋਈ ਉਦੋਂ ਇੰਨੀ ਸੁਰਤ ਤਾਂ ਹੈ ਨਹੀਂ ਸੀ ਵੀ ਕਾਹਦੇ ਬਾਰੇ ਲੇਖ ਆ, ਪਰ ਮੈਨੂੰ ਯਾਦ ਆ ਉਹ ਆਰਸੀ ਦੇ ਵਿੱਚ ਕੋਈ ਲੇਖ ਸੀਗਾ, ਲਹੂ ਦੇ ਚਬੱਚੇ, ਉਹਦੇ ਬਾਰੇ ਉਹਨਾਂ ਨੇ ਕੋਈ ਪ੍ਰਤੀਕਰਮ ਲਿਖਿਆ ਸੀ। ਤੇ ਉਹ ਮੈਂ ਲੇਖ ਲਿਖਦਿਆਂ ਬਹੁਤ ਸਾਰੇ ਮੇਰੇ ਮਨ 'ਚ ਖਿਆਲ ਆਏ ਵੀ ਇਹੋ ਜਿਹੀਆਂ ਚੀਜ਼ਾਂ ਤਾਂ ਮੈਂ ਲਿਖ ਸਕਦਾ, ਜਿਸ ਤਰ੍ਹਾਂ ਸਾਡੇ ਮਾਸਟਰ ਜੀ ਲਿਖਦੇ ਆ, ਇਸ ਜਿਹਾ ਕੁਝ ਮੈਂ ਲਿਖ ਸਕਦਾ। ਤੇ ਚਲੋ ਉਹ ਗੱਲ ਆਈ ਗਈ ਹੋ ਗਈ, ਤੇ ਫਿਰ ਸਾਹਿਤ ਦੇ ਨਾਲ ਪੜ੍ਹਨ ਦਾ ਵੀ ਚਲੋ ਵਾਹ ਪੈ ਗਿਆ। ਘਰੋਂ ਵੀ ਬਹੁਤ ਸਾਰੇ ਮੇਰੇ ਭਰਾ ਜਿਹੜਾ ਉਹ ਨਾਵਲ ਵਗੈਰਾ ਲੈ ਕੇ ਆਉਂਦਾ ਸੀਗਾ, ਉੱਥੇ ਵੀ ਪੜ੍ਹਨਾ। ਆਂਢ ਗੁਆਂਢ ਦੇ ਵਿੱਚ ਵੀ ਇਸ ਤਰ੍ਹਾਂ ਦੇ ਇੱਕ ਦੋ ਦੋਸਤ ਸੀਗੇ ਜਿਨ੍ਹਾਂ ਤੋਂ ਪੜ੍ਹਨ ਨੂੰ ਮੌਕਾ ਮਿਲ ਜਾਂਦਾ ਸੀ। ਫਿਰ ਪੜ੍ਹਨ ਦਾ ਅਸਲ ਜਿਹੜਾ ਮੇਰਾ ਰੁਝਾਨ ਲਿਖਣ ਦਾ ਹੋਇਆ ਕਾਲਜ ਜਾ ਕੇ। ਮੈਂ ਰੋਡੇ ਕਾਲਜ, ਜਿਹੜਾ ਰੋਡੇ ਤੁਸੀਂ ਜਾਣਦੇ ਹੋ, ਬਹੁਤ ਚਰਚਿਤ ਪਿੰਡ ਆ ਪੰਜਾਬ ਦਾ, ਉੱਥੇ ਮੈਂ ਪੜ੍ਹਨ ਲੱਗਾ ਤੇ ਬਹੁਤ ਸਾਰੇ ਦੋਸਤਾਂ ਦਾ ਘੇਰਾ ਇਹੋ ਜਿਹਾ ਮਿਲਿਆ ਜਿਹੜੇ ਸਾਹਿਤ ਨਾਲ ਜੁੜੇ ਹੋਏ ਸੀਗੇ। ਤੇ ਮੈਂ ਵੀ ਉਹਨਾਂ ਨੂੰ ਦੱਸਿਆ ਲਈ ਮੈਂ ਵੀ ਕੁਝ ਨਾ ਕੁਝ ਝਰੀਟ ਲੈਣਾ ਹੈ। ਮੈਂ ਕਵਿਤਾ ਲਿਖਦਾ ਹੁੰਦਾ ਸੀਗਾ ਜੀ, ਜਿਹੜੀਆਂ ਵਿਅੰਗਾਤਮਕ ਕਵਿਤਾਵਾਂ ਕਹਿ ਸਕਦੇ ਹਾਂ, ਤੇ ਰਾਜਸੀ ਉਹ ਇੱਕ ਵਿਅੰਗ ਹੁੰਦਾ ਸੀ ਉਹਨਾਂ 'ਚ। ਮੈਂ ਇੱਕ ਤੁਹਾਡੇ ਨਾਲ ਸਾਂਝੀ ਕਰਨਾ ਪਹਿਲਾਂ ਉਹ ਕਵਿਤਾ, ਫਿਰ ਆਪਾਂ ਅੱਗੇ ਚੱਲਦੇ ਹਾਂ। ਉਹ ਕਵਿਤਾ ਦਾ ਨਾਮ ਸੀਗਾ ਪਾਰਲੀਮੈਂਟ। ਬਹੁਤ ਯਾਦ ਆਉਂਦਾ ਹੈ ਬੰਤੂ ਛੜਾ, ਬਹੁਤ ਯਾਦ ਆਉਂਦਾ ਹੈ ਬੰਤੂ ਛੜਾ, ਆਪਣੇ ਕੁੱਕੜਾਂ ਨੂੰ ਖੁੱਡੇ 'ਚ ਤਾੜਨ ਲੱਗਿਆ ਅਕਸਰ ਕਿਹਾ ਕਰਦਾ ਸੀ, ਚਲੋ ਓਏ ਪੁੱਤਰੋ ਪਾਰਲੀਮੈਂਟ ਵਿੱਚ। ਤੇ ਇਹ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਜਿਹੜੀਆਂ ਮੈਂ ਲਿਖਦਾ ਹੁੰਦਾ ਸੀ, ਜਿਹੜੀਆਂ ਬੜੀਆਂ ਵਿਅੰਗਾਤਮਕ ਹੁੰਦੀਆਂ ਸੀ। ਮੈਂ ਦੋਸਤਾਂ ਮਿੱਤਰਾਂ ਨੂੰ ਦਿਖਾਇਆ ਲਈ ਮੈਂ ਲਿਖਦਾ, ਤੇ ਉਹਨਾਂ ਨੂੰ ਬੜਾ ਚਾਅ ਚੜਿਆ। ਉਹ ਸਾਰੇ ਮਿੱਤਰ ਬੜੇ ਖੁਸ਼ ਹੋਏ। ਤੇ ਇੱਕ ਉਹਨਾਂ ਚੋਂ ਮਿੱਤਰ ਮੈਨੂੰ ਦੱਸਦਾ, ਕਹਿੰਦਾ ਸਾਡੇ ਜੀਰੇ ਨਾ ਇਸ ਤਰ੍ਹਾਂ ਦੀ ਕੋਈ ਸਾਹਿਤ ਸਭਾ ਬਣੀ ਹੋਈ ਆ, ਉੱਥੇ ਲੇਖ ਇੱਕ ਦੂਜੇ ਦੀਆਂ ਰਚਨਾਵਾਂ ਤੇ ਆਲੋਚਨਾ ਕਰਦੇ ਆ, ਤਾਂ ਜੇ ਕੋਈ ਰਚਨਾ ਗਲਤ ਹੋਵੇ ਉਹਨੂੰ ਠੀਕ ਵੀ ਕਰ ਦਿੰਦੇ ਹੁੰਦੇ ਆ। ਮੈਂ ਕਿਹਾ ਯਾਰ ਮੈਨੂੰ ਵੀ ਲੈ ਚੱਲ। ਉਹ ਫਿਰ ਮੈਨੂੰ ਜੀਰਾ ਸਾਹਿਤ ਸਭਾ 'ਚ ਲੈ ਗਿਆ, ਤੇ ਮੈਂ ਉੱਥੋਂ ਮੇਰੀ ਜਿਹੜੀ ਆ ਸ਼ੁਰੂਆਤ। ਫਿਰ ਮੈਂ ਕਹਾਣੀਆਂ, ਮੈਨੂੰ ਲੱਗਾ ਨਹੀਂ ਮੇਰੇ ਅੰਦਰ ਤਾਂ ਹੋਰ ਬਹੁਤ ਕੁਝ ਹੈ। ਮੈਂ ਬਚਪਨ ਦੇ ਵਿੱਚ ਇੰਨਾ ਕੁਝ ਹੰਢਾਇਆ ਹੈ। ਮੈਂ ਆਲੇ ਦੁਆਲੇ ਜਾਤੀਵਾਦ ਭੋਗਿਆ, ਮੈਂ ਆਰਥਿਕਤਾ ਦੀ ਮਾਰ ਸਹੀ ਹੈ, ਮੇਰੇ ਤੇ ਹੋਰ ਬਹੁਤ ਸਾਰੇ ਵਾਰ ਹੋਏ ਹੈ, ਆਲੇ ਦੁਆਲੇ ਮੇਰੇ ਲੋਕ ਇਸ ਤਰ੍ਹਾਂ ਦੇ ਵਸਦੇ ਨੇ। ਤੇ ਮੈਨੂੰ ਲੱਗਾ ਵੀ ਜਿਹੜੀ ਮੇਰੇ ਅੰਦਰ ਚੀਕ ਹੈਗੀ ਹੈ, ਮੇਰੇ ਅੰਦਰ ਦੱਬਿਆ ਹੋਇਆ ਗੁਬਾਰ ਹੈ, ਉਹ ਕਵਿਤਾ 'ਚ ਕਿਤੇ ਸਿੱਟ ਨਹੀਂ ਆ ਰਿਹਾ ਹੈਗਾ। ਤੇ ਕਿਉਂ ਨਾ ਕਹਾਣੀ ਲਿਖੀ ਜਾਵੇ, ਕਹਾਣੀ 'ਚ ਮੈਂ ਸੌਖਾ ਮਹਿਸੂਸ ਕਰ ਸਕਦਾ। ਮੈਂ ਬਹੁਤ ਸਾਰੀਆਂ ਕਹਾਣੀਆਂ ਉਸ ਸਮੇਂ ਦੇ ਵਿੱਚ ਪੜ੍ਹ ਚੁੱਕਾ ਸੀਗਾ, ਕੁਲਵੰਤ ਸਿੰਘ ਵਿਰਕ ਤੋਂ ਲੈ ਕੇ ਰਘਵੀਰ ਢੰਡ ਤੱਕਰ, ਤੇ ਉਧਰੋਂ ਵਿਦੇਸ਼ੀ ਜਿਹੜੇ ਆ ਸਾਹਿਤਕਾਰ ਚੈਖਵ ਤੋਂ ਲੈ ਕੇ ਮੁਪਾਂਸਾ ਤੱਕ। ਤੇ ਮੈਨੂੰ ਲੱਗਾ ਵੀ ਕਹਾਣੀ ਦੇ ਵਿੱਚ ਮੈਂ ਆਪਦੇ ਆਪ ਨੂੰ ਸੌਖਾ ਮਹਿਸੂਸ ਕਰ ਸਕਦਾ। ਵੀ ਕਵਿਤਾ ਮੇਰੇ ਵੱਸ ਦਾ ਰੋਗ ਨਹੀਂ ਗਾ, ਬਹੁਤ ਸੂਖਮ ਵਿਧਾ ਹੈ। ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ, ਤੇ ਇਹ ਮੈਂ ਕਹਿ ਸਕਦਾ ਵੀ ਅਸਲ ਮੇਰੀ ਜਿਹੜੀ ਸ਼ੁਰੂਆਤ ਹੈ ਉਹ ਕਾਲਜ ਲੈਵਲ ਤੇ ਜਾ ਕੇ ਜਿਹੜੀ ਹੈ ਲਿਖਣ ਦੀ ਹੋਈ। ਇਹ ਗੱਲ ਲਗਭਗ
90 91 ਦੇ ਜਾਂ 87 88 ਤੋਂ ਲੈ ਕੇ 90 91 ਦੇ ਦੌਰ ਦੀ ਗੱਲ ਹੈ। ਤੇ ਗੁਰਬੀਰ, ਤੁਸੀਂ ਦੱਸਿਆ ਕਿ ਤੁਹਾਡੇ ਵੱਡੇ ਭਰਾ ਕਿਤਾਬਾਂ ਲੈ ਕੇ ਆਉਂਦੇ ਸਨ, ਖੂਬਕਾਰ, ਔਰ ਤੁਸੀਂ ਪੜ੍ਹਿਆ। ਕੁਝ ਖਾਸ ਲੇਖਕ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੋਏ, ਜਾਂ ਕੋਈ ਰਚਨਾ ਜਿਹੜੀ ਤੁਹਾਡੇ ਦਿਲ ਨੂੰ ਛੂ ਗਈ ਹੋਏ? ਰਚਨਾਵਾਂ ਤਾਂ ਬਹੁਤ ਸਾਰੀਆਂ ਹੈਗੀਆਂ ਜੀ ਜਿਨ੍ਹਾਂ ਨੇ ਦਿਲ ਨੂੰ ਛੂਹਿਆ, ਪਰ ਮੈਂ ਮੰਨਦਾ, ਮੈਨੂੰ ਲੱਗਦਾ ਵੀ ਪੰਜਾਬੀ ਦੇ ਬਹੁਤ ਸਾਰੇ ਰਾਈਟਰ ਇਹ ਗੱਲ ਮੰਨਣ ਨੂੰ ਤਿਆਰ ਹੋਣਗੇ ਜਿਹੜੇ ਮੇਰੀ ਪੀੜ੍ਹੀ ਦੇ ਹੈ। ਸਾਡੇ ਨਾ 10ਵੀਂ ਦੇ ਵਿੱਚ ਉਦੋਂ ਨਾਵਲ ਲੱਗਾ ਹੁੰਦਾ ਸੀ, ਸੋਹਣ ਸਿੰਘ ਸੀਤਲ ਦਾ ਤੂਤਾਂ ਵਾਲਾ ਖੂਹ। ਬਹੁਤ ਹੀ ਸ਼ਾਹਕਾਰ ਨਾਵਲ ਹੈ ਜੀ ਉਹ, ਤੇ ਮੇਰਾ ਖਿਆਲ ਹੈ ਉਹਦਾ ਬਹੁਤ ਵੱਡਾ ਹੱਥ ਹੈ ਮੈਨੂੰ ਲੇਖਕ ਬਣਾਉਣ ਦੇ ਵਿੱਚ। ਤੇ ਦੂਸਰਾ ਮੜੀ ਦਾ ਦੀਵਾ, ਪ੍ਰੋਫੈਸਰ ਗੁਰਦਿਆਲ ਸਿੰਘ ਜੀ ਦਾ। ਬਿਲਕੁਲ, ਇਹ ਨਾਵਲ ਜਿਹੜੇ ਆ ਮੇਰੀ ਜ਼ਿੰਦਗੀ ਦੇ ਜਿਹੜੇ ਆ ਬਹੁਤ ਅੰਗ ਨੇ, ਜਿਹੜੇ ਅੱਜ ਵੀ ਪੜ੍ਹੋ ਤੇ ਤਾਜ਼ਾ ਨੇ, ਤੇ ਇਹ ਮੇਰੀ ਜ਼ਿੰਦਗੀ ਦੇ ਵਿੱਚ ਰਚੇ ਹੋਏ ਆ, ਇਹਨਾਂ ਨੇ ਮੈਨੂੰ ਲੇਖਕ ਬਣਾਇਆ। ਤੇ ਜਿਹੜਾ ਮੜੀ ਦਾ ਦੀਵਾ, ਬਹੁਤ ਖੂਬਸੂਰਤ ਕਿਤਾਬ, ਔਰ ਬਹੁਤ ਇੱਕ ਕਿਸਮ ਨਾਲ ਪਹਿਲੀ ਕਿਤਾਬ ਜਿਹਨੇ ਜਿਹੜਾ ਸਾਡੇ ਦਲਿਤ ਜੀਵਨ ਉਭਰ ਕੇ ਆਂਦਾ ਹੈ ਜਗਸੀਰ ਦੇ ਕਿਰਦਾਰ ਵਿੱਚ। ਜੀ ਜੀ, ਤੁਹਾਨੂੰ ਕੀ ਲੱਗਦਾ ਇਸ ਕਿਤਾਬ ਦਾ ਕੀ ਰੋਲ ਰਿਹਾ? ਕਿ ਕੁਝ ਇੱਕ ਨਵੀਂ ਚੇਤਨਾ ਸਾਹਮਣੇ ਆਈ ਗੱਲ ਕਹਿਣ ਦੀ? ਇਹ ਜਗੀਰਦਾਰੀ ਦੇ ਟੁੱਟਣ ਖੁਰਨ ਦੇ ਦੌਰ ਦੀ ਗੱਲ ਹੈ। ਇਹ ਨਾਵਲ ਜਿਹੜਾ ਉਸ ਦੌਰ ਨੂੰ ਪ੍ਰਗਟ ਕਰਦਾ ਜਦੋਂ ਸਾਡੇ ਜਗੀਰਦਾਰੀ ਜਿਹੜੇ ਆ ਰਿਸ਼ਤੇ, ਜਿਹਦੇ ਵਿੱਚ ਕਿਸਾਨ ਦਾ ਤੇ ਮਜ਼ਦੂਰ ਦਾ ਇੱਕ ਵੱਖਰੀ ਤਰ੍ਹਾਂ ਦਾ ਰਿਸ਼ਤਾ ਸੀ, ਜਿਹਨੂੰ ਅਸੀਂ ਸਾਂਝੀ ਕਹਿੰਦੇ ਸੀ। ਹੁਣ ਵੀ ਸਾਡੇ ਮਾਲਵੇ ਦੇ ਵਿੱਚ ਸੀਰੀ ਸਾਂਝੀ ਕਹਿ ਦਿੰਦੇ ਆ, ਜਿਹਦੇ ਨਾਲ ਅਸੀਂ ਕਿਸਾਨ ਆ ਜਿਹੜਾ ਮਜ਼ਦੂਰ ਦੇ ਨਾਲ ਲੰਬੇ ਦੌਰ ਦੇ ਵਿੱਚ ਚੱਲਦਾ ਹੈ, ਤੇ ਉਹਦੇ ਪਰਿਵਾਰਕ ਜਿਹੜੇ ਆ ਰਿਲੇਸ਼ਨ ਬਣਦੇ ਉਹਦੇ ਨਾਲ। ਉਹਨਾਂ ਦਾ ਰਿਸ਼ਤਾ ਜਿਹੜਾ ਵਾ ਮਾਲਕ ਦਾ ਤੇ ਮਜ਼ਦੂਰ ਵਾਲਾ ਰਿਸ਼ਤਾ ਨਹੀਂ ਹੁੰਦਾ ਗਾ। ਉਹ ਰਿਸ਼ਤਾ ਜਿਹੜਾ ਉਹਨਾਂ ਦੇ ਵਿੱਚ ਬਹੁਤ ਨੇੜ ਦਾ ਇੱਕ ਵਿਲੱਖਣ ਤਰ੍ਹਾਂ ਦਾ ਰਿਸ਼ਤਾ ਹੁੰਦਾ ਹੈ। ਇਹ ਉਹ ਜਿਹੜੇ ਰਿਸ਼ਤੇ ਟੁੱਟਣ ਦੀ ਕਹਾਣੀ ਹੈ। ਜਗਸੀਰ ਦਾ ਫਾਦਰਾ ਜਿਹੜਾ ਉਹ ਕਿੰਨੀ ਟੁੱਟ ਉਹਦੇ ਨਾਲ ਪਰਿਵਾਰ ਦੇ ਨਾਲ ਵਿਚਰਦਾ ਹੈ, ਪਰ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਉਹਦੇ ਵਿੱਚ ਮੋਹ ਪਿਆਰ ਹੈ ਨਹੀਂਗਾ। ਉਹ ਜਗਸੀਰ ਦੀਆਂ ਜਾਂ ਉਹਦੇ ਫਾਦਰ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਰਹੇਗੇ। ਤਾਂ ਇਹ ਭਾਵੇਂ ਗੁਰਦਿਆਲ ਸਿੰਘ ਜੀ ਨੇ ਉਸ ਦੌਰ ਦੇ ਵਿੱਚ ਉਹਨਾਂ ਰਿਸ਼ਤਿਆਂ ਦੇ ਟੁੱਟਣ ਦੀ ਗੱਲ ਕੀਤੀ ਹੈ, ਪਰ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਸਾਨੂੰ ਇਸ ਤਰ੍ਹਾਂ ਵੀ ਮਹਿਸੂਸ ਹੁੰਦੀ ਰਹੀ ਹੈ ਬਾਅਦ ਦੇ ਵਿੱਚ ਜਾ ਕੇ ਵੀ ਜਿਹੜਾ ਜਗਸੀਰ ਹੈ ਉਹ ਉਸ ਜਿਹੜੀ ਹੈਗੀ ਆ ਸ਼ਾਹਕਾਰ ਦਲਿਤ ਵਰਗ ਦੀ ਪ੍ਰਤੀਨਿਧਤਾ ਨਹੀਂ ਕਰਦਾ ਹੈਗਾ। ਉਹ ਬੜਾ ਢਾਊ ਕਿਸਮ ਦਾ ਕਿਉਂ ਚਿਤਰਿਆ ਗਿਆ। ਤੇ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਸੀ ਕਿ ਜਿਹੜੀ ਦਲਿਤ ਨੂੰ ਖੜਾ ਕਰਨ ਵਾਲਾ ਪਾਤਰ ਨਹੀਂ ਹੈਗਾ ਜੀ। ਉਹ ਜਿੰਦਾ ਦਿਲੀ ਜਿਹੜੀ ਹੈਗੀ ਹੈ ਪੰਜਾਬ ਦੀ ਕਿਰਤੀ ਵਰਗ ਦੇ ਵਿੱਚ ਹੈਗੀ ਹੈ, ਉਹ ਕਿਤੇ ਨਾ ਕਿਤੇ ਜਗਸੀਰ ਦੇ ਵਿੱਚੋਂ ਮਿਸਿੰਗ ਹੈ। ਪਰ ਉਹ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਨਾਵਲ ਹੈ, ਕਿਉਂਕਿ ਉਹ ਜਗੀਰਦਾਰੀ ਦੇ ਦੌਰ ਦੇ ਵਿੱਚ ਉਹਨਾਂ ਦੇ ਖੁਰ ਰਹੇ ਰਿਸ਼ਤੇ, ਮਾਨਵੀ ਰਿਸ਼ਤਿਆਂ ਦੀ ਜਿਹੜੀ ਹੈ ਬੜੀ ਖੂਬਸੂਰਤੀ ਨਾਲ ਗੱਲ ਕਰਦੀ ਹੈ। ਤੇ ਜਿਹੜੀ ਹੁਣ ਕਾਫੀ ਪੰਜਾਬੀ ਚ ਇੱਕ ਪ੍ਰਥਾ ਚੱਲ ਗਈ ਹੈ ਔਰ ਦਲਿਤ ਸਾਹਿਤ ਦੀ ਜੀ, ਇਹ ਕਿਸ ਤਰ੍ਹਾਂ ਸ਼ੁਰੂ ਹੋਈ? ਕਿਸ ਤਰ੍ਹਾਂ ਲੋਕਾਂ ਨੇ ਆਪਣੀਆਂ ਕਹਾਣੀਆਂ ਕਹਿਣੀਆਂ ਸ਼ੁਰੂ ਕੀਤੀਆਂ, ਵਿਰੋਧ ਕਰਨਾ ਸ਼ੁਰੂ ਕੀਤਾ? ਬਾਕੀ ਜਗਸੀਰ ਨਸ਼ੇ ਕਰਕੇ ਟੁੱਟ ਜਾਂਦਾ ਹੈ, ਬਿਲਕੁਲ ਬਿਲਕੁਲ, ਕੁਝ ਵੀ ਨਹੀਂ ਮਿਲਦਾ। ਪਰ ਜਿਹੜੀ ਅੱਗੋਂ ਜੁਝਾਰੂ ਲੇਖਣ ਹੋਇਆ ਕਿ ਵੀ ਨਹੀਂ, ਅਸੀਂ ਇਸ ਤੋਂ ਉੱਪਰ ਉਠਾਂਗੇ, ਆਪਣੀ ਗੱਲ ਕਹਾਂਗੇ, ਇਹਦੇ ਬਾਰੇ ਤੁਸੀਂ ਦੱਸੋ। ਹੈ ਕਿਸ ਤਰ੍ਹਾਂ, ਮਤਲਬ ਕਿ ਇੱਕ ਮਾਹੌਲ ਬਣਿਆ? ਇਹ ਮੈਂ ਦੇਖਦਾ ਪਹਿਲੇ ਦੌਰ ਦੇ ਵਿੱਚ ਜਿਹੜੀ ਪੰਜਾਬੀ ਕਹਾਣੀ ਦੇ ਵਿੱਚ ਦਲਿਤ ਨੂੰ ਚਿਤਰਿਆ ਜਾਂਦਾ ਸੀ, ਉਹ ਬਿਲਕੁਲ ਉਸ ਤਰ੍ਹਾਂ ਦਾ ਚਿਤਰਿਆ ਜਾਂਦਾ ਸੀਗਾ ਜਿਸ ਤਰ੍ਹਾਂ ਸ਼ੁਰੂਆਤੀ ਦੌਰ ਦੇ ਵਿੱਚ ਹਿੰਦੀ ਫਿਲਮਾਂ ਦੇ ਵਿੱਚ ਸਰਦਾਰ ਨੂੰ ਵਿਖਾਇਆ ਜਾਂਦਾ ਸੀਗਾ। ਜਾਂ ਤਾਂ ਉਹ ਮਜ਼ਾਕ ਦਾ ਪਾਤਰ ਹੈ, ਜਾਂ ਉਹ ਸਹਾਇਕ ਪਾਤਰ ਹੈ, ਤੇ ਜਾਂ ਉਹ ਮਤਲਬ ਕਹਿ ਲਓ ਇੱਕ ਮਸਕਰਾ ਜਿਹਾ ਬਣਾ ਕੇ ਪੇਸ਼ ਕਰਨ ਵਾਲੀ ਗੱਲ ਹੁੰਦੀ ਸੀਗੀ। ਸੀਰੀ ਆ ਕਿਸੇ ਦਾ, ਕੋਈ ਅਮਲੀ ਆ ਪਿੰਡ ਦੇ ਵਿੱਚ, ਉਹ ਦਲਿਤ ਪਾਤਰ ਪੇਸ਼ ਕਰਨਾ। ਜਿਹੜਾ ਸਟਰੋਂਗ ਦਲਿਤ ਪਾਤਰ ਹੈਗਾ, ਜਿਹੜਾ ਜ਼ਿੰਦਗੀ ਦੇ ਵਿੱਚ ਮਹਿਲ ਮਨਾਰੇ ਉਸਾਰਦਾ ਹੈ, ਅਸਲ ਜਿਹੜਾ ਅੰਨਦਾਤਾ ਹੈ, ਉਹਨੂੰ ਚਿਤਰਨ ਵਾਲੀ ਗੱਲ ਜਿਹੜੀ ਮੈਨੂੰ ਲੱਗਦਾ ਸੀ ਮਨਫੀ ਹੈ। ਪਰ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਜਿਹੜੀ ਕੁਲਫੀ ਹੈ, ਜਦੋਂ ਉਹ ਆਉਂਦੀ ਹੈ, ਉਹ ਕਹਿੰਦਾ ਕੁਝ ਵੰਡ ਛਦੈਣੇ
ਕਾਇਰ ਪਿਓ ਦੇ ਘਰ ਬਹਾਦਰ ਪੁੱਤ ਜੰਮਿਆ ਹੀ, ਉਹ ਬੱਚਾ ਕੁਲਫੀ ਖੋਹ ਕੇ ਜਦੋਂ ਕਿਸੇ ਤੋਂ ਮਤਲਬ ਖਾ ਲੈਂਦਾ ਹੈ। ਤਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਉਸ ਦੌਰ ਤੋਂ ਸ਼ੁਰੂ ਹੋ ਗਈਆਂ ਸੀਗੀਆਂ, ਭਾਵੇਂ ਵਿਰਲੀਆਂ। ਅਸਲ ਵਿੱਚ ਪੰਜਾਬੀ ਦੇ ਵਿੱਚ ਮੈਂ ਸਮਝਦਾ ਜਿਹੜੀ ਦਲਿਤ ਲਿਟਰੇਚਰ ਦੀ, ਦਲਿਤ ਕਹਾਣੀ ਦੀ ਜਿਹੜੀ ਸ਼ੁਰੂਆਤ ਹੈ ਉਹ ਚੌਥੇ ਪੜਾਅ ਦੀ ਕਹਾਣੀ ਦੇ ਨਾਲ ਹੀ ਸ਼ੁਰੂ ਹੁੰਦੀ ਹੈ, ਜਿਹਦੇ ਵਿੱਚ ਸਾਡੇ ਅਤਰਜੀਤ ਜੀ ਜਾਂ ਪ੍ਰੇਮ ਗੋਰਖੀ ਜੀ ਜਾਂ ਨਛੱਤਰ ਜੀ, ਇਸ ਤਰ੍ਹਾਂ ਦੇ ਜਿਹੜੇ ਲੇਖ ਆਉਂਦੇ ਨੇ, ਉਹ ਅਸਲ ਗੰਭੀਰਤਾ ਦੇ ਨਾਲ ਦਲਿਤ ਸਾਹਿਤ ਦੇ ਪਾਤਰਾਂ ਨੂੰ ਚਿਤਰਨਾ ਸ਼ੁਰੂ ਕਰਦੇ ਨੇ। ਤਾਂ ਉਸ ਤੋਂ ਬਾਅਦ ਜਿਹੜੀ ਚੌਥੀ ਪੀੜ੍ਹੀ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਸਾਰੇ ਜਿਹੜੇ ਮੇਰੇ ਵਰਗ ਦੇ ਹੈਗੇ ਆ, ਮੇਰੇ ਦੌਰ ਦੇ ਜਿਹੜੇ ਲੇਖ ਹੈਗੇ ਆ, ਭਗਵੰਤ ਰਸੂਲਪੁਰੀ ਆ, ਦੇਸਰਾਜ ਕਾਲੀ ਆ, ਅਜਮੇਰ ਸਿੱਧੂ ਹੈ, ਅਸੀਂ ਹੋਰ ਇਸ ਨੂੰ ਗੰਭੀਰਤਾ ਦੇ ਨਾਲ, ਕਿਉਂਕਿ ਇਹਦੇ ਨਾਲ ਦੇ ਨਾਲ ਪੈਰਲਲ ਮਰਾਠੀ ਦੇ ਵਿੱਚ ਤੇ ਹਿੰਦੀ ਦੇ ਵਿੱਚ ਦਲਿਤ ਸਾਹਿਤ ਦੀ ਇੱਕ ਸਟਰੋਂਗ ਜਿਹੜੀ ਹੈ, ਪੂਰੀ ਮਜ਼ਬੂਤ ਪ੍ਰਥਾ ਜਿਹੜੀ ਆਲਰੇਡੀ ਚੱਲ ਰਹੀ ਸੀ, ਸਾਡੇ ਸਾਹਮਣੇ ਸੀਗੀ। ਮਰਾਠੀ ਦੇ ਵਿੱਚ ਬਹੁਤ ਕੁਝ ਚਿਤਰਿਆ ਗਿਆ ਸੀਗਾ, ਹਿੰਦੀ ਦੇ ਵਿੱਚ ਓਮ ਪ੍ਰਕਾਸ਼ ਵਾਲਮੀਕੀ ਜੀ ਵਰਗਿਆਂ ਦੀਆਂ ਸਵੈ ਜੀਵਨੀਆਂ ਆ ਗਈਆਂ ਸੀਗੀਆਂ, ਤੇ ਉਹ ਸਾਡੇ ਕੋਲੇ ਬਹੁਤ ਸਾਰਾ ਮਤਲਬ ਪਰੰਪਰਾ ਦੇ ਵਿੱਚ ਪਿਆ ਹੋਇਆ ਸੀਗਾ। ਫਿਰ ਭਗਤੀ ਲਹਿਰ ਦਾ ਵੀ ਸਾਡੇ ਸਾਹਮਣੇ ਬਹੁਤ ਕੁਝ ਪਿਆ ਹੋਇਆ ਵਾ, ਜਿਸ 'ਚ ਕਬੀਰ ਜੀ ਨੇ, ਗੁਰੂ ਰਵਿਦਾਸ ਜੀ ਨੇ, ਸਾਡੀ ਅਮੀਰ ਵਿਰਾਸਤ ਹੈ। ਤੇ ਅਸੀਂ ਇਹ ਸੋਚਦੇ ਸੀਗੇ ਸਾਡੇ ਦੌਰ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਦਲਿਤ ਚਿਤਰਿਆ ਜਾ ਰਿਹਾ ਉਹ ਗਲਤ ਚਿਤਰਿਆ ਜਾ ਰਿਹਾ। ਇੱਥੇ ਜਿਹੜੇ ਦਲਿਤਾਂ ਦੇ ਵਿੱਚ ਜਿਉਣ ਵਾਲੇ ਪਾਤਰ ਹੈਗੇ ਨੇ, ਜਿੰਦਾ ਰਹਿਣ ਵਾਲੇ ਪਾਤਰ ਨੇ, ਸਦਾ ਰਹਿਣ ਵਾਲੇ ਪਾਤਰ, ਉਹ ਚਿਤਰੇ ਜਾਣੇ ਚਾਹੀਦੇ ਨੇ। ਸਾਡੀ ਤੇ ਸਾਡੇ ਤੋਂ ਪਹਿਲੇ ਦੀ ਪੀੜ੍ਹੀ ਦੀ ਕਹਾਣੀ ਦਾ ਸਿਰਫ ਇੰਨਾ ਫਰਕ ਹੈਗਾ। ਅੱਛਾ ਗੁਰਮੀਤ, ਜਿਹੜੀ 1967 ਵਿੱਚ ਵਾਮਪੰਥੀ ਲਹਿਰ ਸੀ ਜੀ, ਇਸ ਦਾ ਕੁਝ ਯੋਗਦਾਨ ਰਿਹਾ ਇੱਕ ਕਿਸਮ ਦੀ ਦਲਿਤ ਆਵਾਜ਼ਾਂ ਦੇ ਉੱਠਣ ਦਾ ਜਾਂ ਦਲਿਤ ਜੀਵਨ ਨੂੰ ਚਿਤਰਨ ਦਾ? ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਮੇਰਾ ਖਿਆਲ ਨਾ ਪੂਰੀ ਜਿਹੜੀ ਆ ਵਾਮਪੰਥੀ ਲਹਿਰ ਹੈਗੀ ਹੈ, ਉਹਨੇ ਹੀ ਦਲਿਤ ਦੇ ਸਵਾਲ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। ਇਹ ਅੱਜ ਮਹਿਸੂਸ ਕੀਤਾ ਜਾ ਰਿਹਾ ਹੈ। ਤੇ ਉਸੇ ਤਰ੍ਹਾਂ ਹੀ ਜਿਹੜੇ ਵਾਮਪੰਥੀ ਲੇਖਕ ਹੈਗੇ ਆ, ਉਹਨਾਂ ਨੇ ਵੀ ਦਲਿਤ ਦੇ ਸਵਾਲ ਨੂੰ ਗੰਭੀਰਤਾ ਨਾਲ ਨਹੀਂ ਲਿਆ, ਨਾ ਕਹਾਣੀ ਦੇ ਵਿੱਚ ਤੇ ਨਾ ਨਾਵਲ ਦੇ ਵਿੱਚ। ਜੇ ਲਿਆ ਵੀ ਹੈਗਾ ਤਾਂ ਉਹਨੂੰ ਮਤਲਬ ਉਹਦੀ ਮਨੋ ਸੰਵੇਦਨਾ ਜਿਹੜੀ ਦਲਿਤ ਦੀ ਪ੍ਰਗਟ ਨਹੀਂ ਹੋਏਗੀ। ਉਹਨਾਂ ਦੇ ਅੰਦਰ ਕੀ ਟੁੱਟ ਭੱਜ ਹੋ ਰਹੀ ਹੈ, ਉਹਨਾਂ ਦੀ ਆਰਥਿਕਤਾ ਨੂੰ ਤਾਂ ਬੇਸ਼ੱਕ ਚਿੱਤਰਤਾ ਹੋਵੇ, ਜਾਂ ਉਹਨਾਂ ਨੂੰ ਤਰਸ ਦੇ ਪਾਤਰ ਵਜੋਂ ਤਾਂ ਪੇਸ਼ ਕਰਤਾ ਹੋਵੇ, ਜਾਂ ਉਹਨਾਂ ਦੇ ਅਖੀਰ ਦੇ ਵਿੱਚ ਉਹਨਾਂ ਨੂੰ ਝੰਡਾ ਚਕਾਤਾ, ਵਿਦਰੋਹ ਕਰਾਦਾ ਦਿਖਾਤਾ। ਇੱਥੋਂ ਤੱਕ ਮੇਰਾ ਖਿਆਲ ਤਾਂ ਕਿਤੇ ਨਾ ਕਿਤੇ ਹੋ ਸਕਦਾ ਥੋੜੀਆਂ, ਉਹ ਵੀ ਬਹੁਤ ਘੱਟ ਰਚਨਾਵਾਂ ਪੰਜਾਬੀ ਦੇ ਵਿੱਚ, ਲਗਭਗ ਨਾ ਮਾਤਰ ਰਚਨਾਵਾਂ ਜਿਹਦੇ ਵਿੱਚ ਦਲਿਤ ਪੇਸ਼ ਹੋਇਆ ਵਾ ਉਸ ਦ੍ਰਿਸ਼ਟੀ ਤੋਂ, ਮਾਰਕਸਵਾਦੀ ਦ੍ਰਿਸ਼ਟੀ ਤੋਂ ਕਹਿ ਲਓ। ਪਰ ਜਦੋਂ ਸੋਵੀਅਤ ਬਲਾਕ ਟੁੱਟਦਾ ਹੈ, ਸੋਵੀਅਤ ਬਲਾਕ ਟੁੱਟਣ ਤੋਂ ਬਾਅਦ ਵਿਸ਼ਵੀਕਰਨ ਦਾ ਦੌਰ ਆਉਂਦਾ ਹੈ, ਉਹ ਸਮੇਂ ਦੇ ਵਿੱਚ ਜਿਹੜਾ ਲਿਟਰੇਚਰ ਆਇਆ ਵਾ, ਉਹਦੇ ਵਿੱਚ ਦਲਿਤ ਸਾਹਿਤ ਦੀ ਬਹੁਤ ਵੱਡੀ ਮਾਤਰਾ ਹੈ। ਉਹਦੇ ਵਿੱਚ ਦਲਿਤ ਮਨੁੱਖ ਦੀਆਂ ਜਿਹੜੀਆਂ ਸੰਵੇਦਨਾਵਾਂ ਹੈ, ਉਹਦੇ ਅੰਦਰ ਹੋ ਰਹੀ ਟੁੱਟ ਭੱਜ ਹੈ, ਉਹਨਾਂ ਦੇ ਅੰਦਰ ਜਿਹੜੀ ਨਵੀਂ ਜਾਤੀਗਤ ਜਿਹੜੀ ਹੈ ਚੇਤਨਾ ਪੈਦਾ ਹੁੰਦੀ ਹੈ, ਉਹਨੂੰ ਚਿਤਰਨ ਦੇ ਵਿੱਚ ਜਿਹੜੇ ਆ ਲੇਖਕਾਂ ਨੇ ਜਿਹੜੀ ਆਪਣੀ ਰੁਚੀ ਦਿਖਾਈ ਹੈ। ਮੈਂ ਸਮਝਦਾ ਵਾਮਪੰਥੀਆਂ ਦਾ ਐਡਾ ਬਹੁਤਾ ਵੱਡਾ, ਖੈਰ ਆਪਾਂ ਇਹ ਨਹੀਂ ਕਹਿ ਸਕਦੇ ਬਿਲਕੁਲ ਯੋਗਦਾਨ ਨਹੀਂ, ਵੱਡਾ ਯੋਗਦਾਨ ਨਹੀਂ ਹੈਗਾ। ਅੱਛਾ ਗੁਰਮੀਤ, ਤੁਸੀਂ ਆਪਣੀ ਰਚਨਾ ਵਿੱਚ ਕਿਸ ਤਰ੍ਹਾਂ ਜਿਹੜਾ ਦਲਿਤ ਸ਼ੋਸ਼ਣ ਸੀ ਜਾਂ ਜੋ ਦਲਿਤ ਮਾਨਸਿਕਤਾ ਜੋ ਇੱਕ ਬੰਦੇ ਨਾਲ ਹੋ ਰਿਹਾ ਹੈ, ਇਹਨੂੰ ਕਿਹੜੀ ਰਚਨਾਵਾਂ ਵਿੱਚ ਤੁਸੀਂ ਸੋਚਦੇ ਹੋ ਕਿ ਸਭ ਤੋਂ ਪਹਿਲੇ ਤੁਸੀਂ ਪ੍ਰਗਟ ਕੀਤਾ? ਮੈਂ ਕਵਿਤਾ 'ਚ ਵੀ ਪ੍ਰਗਟ ਕੀਤਾ। ਅਸੀਂ ਜੰਗ ਚਾਹੁੰਦੇ ਹਾਂ ਵਰਗੀਆਂ ਕਵਿਤਾਵਾਂ ਲਿਖੀਆਂ, ਦਲਿਤ ਸਕੂਲ ਵਰਗੀਆਂ ਕਵਿਤਾਵਾਂ ਲਿਖੀਆਂ, ਪਰ ਕਹਾਣੀ ਦੇ ਵਿੱਚ ਵੱਡੀ ਪੱਧਰ ਤੇ ਮੈਂ ਉਹ ਜਿਹੜੀ ਆ ਦਲਿਤ ਚੇਤਨਾ ਨੂੰ, ਦਲਿਤ ਯਥਾਰਥ ਨੂੰ ਵੀ ਤੇ ਦਲਿਤ ਚੇਤਨਾ ਨੂੰ ਵੀ ਜਿਹੜੀ ਆ ਪੇਸ਼ ਕਰਨ ਦੇ ਵਿੱਚ ਆਪਣੇ ਆਪ ਨੂੰ ਮੈਂ ਸਮਝਦਾ ਥੋੜਾ ਜਿਹਾ ਸਫਲ ਹੋਇਆ। ਹੱਡਾ ਰੋੜੀ ਤੇ ਰੇੜੀ ਵਰਗੀ ਕਹਾਣੀ ਜਿਹੜੀ ਹੈ ਉਹ ਮੈਂ 1992 ਦੇ ਲਗਭਗ ਲਿਖਤੀ, ਜਿਹੜੀ ਬਾਅਦ ਦੇ ਵਿੱਚ ਭਾਰਤੀ ਸਾਹਿਤ ਅਕੈਡਮੀ ਨੇ ਵੀ ਆਪਣੀ ਕਿਤਾਬ ਦੇ ਵਿੱਚ ਸ਼ਾਮਿਲ ਕੀਤੀ, ਹਿੰਦੀ ਦੇ ਵਿੱਚ ਵੀ ਸ਼ਾਮਿਲ ਹੋਈ, ਬਾਅਦ ਦੇ ਵਿੱਚ ਦਿੱਲੀ ਯੂਨੀਵਰਸਿਟੀ, ਇੰਦਰਾ ਗਾਂਧੀ ਓਪਨ ਯੂਨੀਵਰਸਿਟੀ 'ਚ ਵੀ ਸ਼ਾਮਿਲ ਹੋਈ। ਬਹੁਤ ਸਾਰੀਆਂ ਜਿਹੜੀਆਂ ਕਹਾਣੀ ਸੰਗ੍ਰਹਿਆਂ ਦਾ ਅੰਗ ਬਣੀ ਹੈ। ਤਾਂ ਇਸ ਤੋਂ ਇਲਾਵਾ ਹੋਰ ਕਹਾਣੀਆਂ ਬਹੁਤ ਸਾਰੀਆਂ ਹੈਗੀਆਂ ਜਿਹਦੇ ਵਿੱਚ ਮੈਂ ਉਹ ਜਿਹੜਾ ਇਹਨੂੰ ਪੇਸ਼ ਕਰਨ ਦੇ ਸਮਰੱਥ ਹੋ ਸਕਿਆ ਮੈਂ। ਅੱਛਾ, ਤੁਹਾਡੀ ਕਹਾਣੀਆਂ ਚਰਚਿਤ ਵੀ ਰਹੀਆਂ ਨੇ ਔਰ ਉਹਨਾਂ ਤੇ ਫਿਲਮਕਾਰ, ਫਿਲਮਾਂ ਬਣੀਆਂ ਨੇ, ਨਾਟਕ ਖੇਡੇ ਗਏ ਨੇ। ਇੱਕ ਖਾਸ ਕਹਾਣੀ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ, ਆਤੂ ਫੌਜੀ। ਜੀ ਜੀ।
ਮੈਂ ਇਸ ਤੇ ਬੜੀ ਛੋਟੀ ਫਿਲਮ ਦੇਖੀ ਸੀ ਤਾਂ ਮੈਨੂੰ ਇਹ ਨਹੀਂ ਪਤਾ ਸੀ ਇਹ ਤੁਹਾਡੀ ਕਹਾਣੀ ਜੀ। ਤੇ ਆਤੂ ਖੋਜੀ ਕਹਾਣੀ ਕਿਸ ਤਰ੍ਹਾਂ ਲਿਖੀ ਗਈ ਔਰ ਕੀ ਇਹ ਕਿਸੇ ਕਿਰਦਾਰ ਤੋਂ प्रोत्साहित होकर लिखी गई कि किस तरह? नीरू जी प्रसिद्ध विद्वान ना रैल्फ फाक्स आखदा है भी जिंदगी दे जिहड़ा सच है ਉਹਦੇ ਨਾਲ जुड़ी हुई रचना ही जिहड़ी है सਦੀवी हो सकती है ਤੇ ਮੈਂ ਕਦੇ ਨਾ ਜ਼ਿੰਦਗੀ ਦੇ ਜਿਹੜੇ ਸੱਚ ਨਾਲ ਜੁੜੀਆਂ ਰਚਨਾਵਾਂ ਉਦੋਂ ਬਾਹਰ ਨਹੀਂ ਕਦੇ ਗਿਆ ਗਾ। ਲਗਭਗ ਬਹੁਤੀਆਂ ਰਚਨਾਵਾਂ ਜਿਹੜੀਆਂ ਉਹ ਮੇਰੀ ਜਿਹਦੇ ਵਿੱਚ ਮੈਂ ਆਪ ਵੀ ਸ਼ਾਮਲ ਹੁੰਦਾ ਜਾਂ ਲਗਭਗ ਮੇਰਾ ਆਲਾ ਦੁਆਲਾ ਸ਼ਾਮਲ ਹੁੰਦਾ ਤਾਂ ਮੈਨੂੰ ਇਸ ਤਰ੍ਹਾਂ ਦੀ ਕੋਈ ਰਚਨਾ ਨਹੀਂ ਲੱਗੀ ਜਿਹਦੇ ਚ ਕੋਈ ਇਲਹਾਮ ਹੋਵੇ। ਤੇ ਇਹ ਜਿਹੜੀ ਆਤੂ ਖੋਜੀ ਕਹਾਣੀ ਵੀ ਹੈ ਇਹ ਵੀ ਕਿਸੇ ਤਰ੍ਹਾਂ ਕੋਈ ਇਲਹਾਮ ਵਾਲੀ ਗੱਲ ਨਹੀਂ ਹੋਈ। ਇਹਦੇ ਵਿੱਚ ਵੀ ਜਿਹੜਾ ਇਹਦਾ ਪਾਤਰ ਹੈ ਮੇਰੇ ਕੋਲੇ ਜਿਹੜਾ ਮੇਰੇ ਆਫਿਸ ਦੇ ਵਿੱਚ ਬਹੁਤ ਦਿਨ ਮੇਰੇ ਕੋਲੇ ਕੰਮਕਾਰ ਆਉਂਦਾ ਰਿਹਾ ਤੇ ਦੋ ਚਾਰ ਉਹਨੇ ਗੱਲਾਂ ਮੈਨੂੰ ਦੱਸੀਆਂ ਤੇ ਮੈਨੂੰ ਉਹਦੇ ਚ ਰੁਚੀ ਪ੍ਰਗਟ ਹੋਈ ਲਈ ਕੋਈ ਵਿਸ਼ੇਸ਼ ਵਿਅਕਤੀ ਹੈਗਾ ਭਾਵੇਂ ਵੇਖਣ ਨੂੰ ਬਹੁਤ ਗਰੀਬ ਸੀਗਾ ਤੇ ਕਿਸੇ ਆਪਣੇ ਪੈਨਸ਼ਨ ਜਾਂ ਇਸ ਤਰ੍ਹਾਂ ਦੇ ਸਧਾਰਨ ਕੰਮ ਸੰਬੰਧੀ ਮੇਰੇ ਕੋਲੇ ਆਇਆ ਸੀਗਾ। ਮੈਂ ਉਹਨੂੰ ਇਹ ਕਿਹਾ ਮੈਂ ਕਿਹਾ ਕੰਮ ਕਾਰ ਤਾਂ ਤੇਰਾ ਕਰਦੇ ਆ ਬਾਹਰ ਪਹਿਲਾਂ ਤੂੰ ਚਾਹ ਪੀ ਤੇ ਰੋਟੀ ਖਾ ਤੇ ਉਹਨੂੰ ਵੀ ਲੱਗਾ ਵੀ ਇਹ ਤਾਂ ਬੜਾ ਅਜੀਬ ਕਿਸਮ ਦਾ ਕਰਮਚਾਰੀ ਹੈਗਾ ਵਾ ਸਰਕਾਰੀ ਦਫ਼ਤਰਾਂ ਦੇ ਵਿੱਚ ਜਿੱਥੇ ਦਬਕੇ ਪੈਂਦੇ ਆ ਤੇ ਇਹ ਤਾਂ ਭਾਈ ਚਾਹ ਵੀ ਪਿਆ ਰਿਹਾ ਤੇ ਪਾਣੀ ਵੀ ਪਿਆ ਰਿਹਾ ਤੇ ਰੋਟੀ ਪਾਣੀ ਵੀ ਮੈਨੂੰ ਪੁੱਛ ਰਿਹਾ। ਫਿਰ ਮੈਨੂੰ ਲੱਗਾ ਵੀ ਇਹਦੀ ਗੱਲਬਾਤ ਸੁਣੀ ਜਾਣੀ ਚਾਹੀਦੀ ਆ। ਮੈਂ ਕਈ ਦਿਨ ਉਹਨੂੰ ਸੁਣਿਆ ਫਿਰ ਮੈਂ ਉਸ ਕਿਰਦਾਰ ਦੇ ਪਿੱਛੇ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਮੈਂ ਕਈ ਵਾਰ ਉਹਨੂੰ ਵੈਸੇ ਵੀ ਮਤਲਬ ਦੋਸਤੀ ਦੇ ਪੱਧਰ ਤੇ ਉਹਦੇ ਨਾਲ ਵਿਚਰਨ ਲੱਗ ਗਿਆ ਉਹਨੂੰ ਬੁਲਾਉਣ ਲੱਗ ਗਿਆ। ਉਹਦੀ ਉਮਰ ਕਾਫੀ ਸੀਗੀ 70-72 ਦੇ ਕਰੀਬ ਸੀਗੀ ਤੇ ਮੈਨੂੰ ਲੱਗਦਾ ਵੀ ਉਹ ਬਣਿਆ ਤਣਿਆ ਕਿਰਦਾਰ ਸਾਰਾ ਆਤੂ ਮੇਰੇ ਸਾਹਮਣੇ ਸੀਗਾ। ਮੈਨੂੰ ਵਿੱਚ ਕੁਝ ਸਿਰਫ ਚਿੱਤਰਕਾਰ ਨੂੰ ਬੁਰਸ਼ ਦੀਆਂ ਛੋਹਾਂ ਦੇਣ ਦੀ ਲੋੜ ਪਈ ਜਾਂ ਮੇਰਾ ਜਿਹੜਾ ਆਪਣਾ ਕਲਾਤਮਕ ਟੱਚ ਦੇਣਾ ਹੁੰਦਾ ਲੇਖਕ ਨੇ ਉਹ ਸੀਗਾ। ਬਾਕੀ ਸਾਰਾ ਕੁਝ ਸਾਹਮਣੇ ਸੀਗਾ। ਆਤੂ ਸਾਡੇ ਸਮਾਜ ਦੇ ਵਿੱਚ ਜਗ੍ਹਾ ਜਗ੍ਹਾ ਤੁਰੇ ਫਿਰਦੇ ਆ ਸਿਰਫ ਮੈਨੂੰ ਲੱਗਦਾ ਵੀ ਲੇਖਕਾਂ ਨੂੰ ਟੱਚ ਦੇਣ ਦੀ ਲੋੜ ਪੈਂਦੀ ਹੈ। ਤੇ ਹੁਣ ਪਰ ਮੈਨੂੰ ਲੱਗਣ ਲੱਗ ਗਿਆ ਵੀ ਇਹ ਮੈਂ ਨਹੀਂ ਕਹਾਣੀ ਲਿਖੀ ਕਿ ਪਤਾ ਨਹੀਂ ਕੌਣ ਲਿਖ ਗਿਆ। ਹੁਣ ਮੈਂ ਚਾਹਾਂ ਉਹ ਦੁਬਾਰਾ ਨਹੀਂ ਲਿਖ ਸਕਦਾ ਹੈਗਾ। ਉਹ ਮੇਰੇ ਲਈ ਇੱਕ ਕਿਸਮ ਦੀ ਜਿਹੜੀ ਆ ਰੁਕਾਵਟ ਵੀ ਬਣੀ ਹੋਈ ਆ। ਮੈਂ ਹੋਰ ਵੀ ਚੰਗੀ ਜੇ ਕੋਈ ਕਹਾਣੀ ਲਿਖਦਾ ਤਾਂ ਉਹ ਆਤੂ ਖੋਜੀ ਦੀ ਪੈੜ ਦੇ ਵਿੱਚ ਹੀ ਦਬ ਕੇ ਰਹਿ ਜਾਂਦੀ ਆ। ਉਹ ਬਹੁਤੇ ਕਹਿੰਦੇ ਯਾਰ ਆਤੂ ਖੋਜੀ ਵਾਲੀ ਗੱਲ ਬਣੀ ਨੀ ਗੀ। ਹੁਣ ਪਤਾ ਨਹੀਂ। ਅੱਛਾ ਇੱਕ ਕਹਾਣੀ ਜਦ ਇੰਨੀ ਮਸ਼ਹੂਰ ਹੋ ਜਾਏ ਤੇ ਉਹ ਬਾਕੀ ਆਉਣ ਵਾਲੀ ਕਹਾਣੀਆਂ ਲਈ ਕੁਝ ਖਤਰਾ ਬਣਦੀ ਹੈ? ਉਹ ਬਣਦੀ ਹੈ ਜੀ ਏਦਾਂ ਹੀ। ਵੀ ਕਈ ਵਾਰ ਤਾਂ ਮਤਲਬ ਜੀ ਕਰਦਾ ਹੁੰਦਾ ਵੀ ਕੋਠੇ ਚੜ ਕੇ ਛਾਲ ਹੀ ਮਾਰ ਦਈਏ। ਮੈਂ ਆਤੂ ਖੋਜੀ ਵਰਗੇ ਪਾਤਰ ਹੋਰ ਵੀ ਚਿੱਤਰੇ ਹੈ। ਸਰੰਗੀ ਦੀ ਮੌਤ ਕਹਾਣੀ ਦਾ ਜਿਹੜਾ ਪੀਰੂ ਹੈ ਉਹ ਆਤੂ ਵਰਗਾ ਹੀ ਵੱਡਾ ਪਾਤਰ ਹੈ। ਗੁਰਚਰਨਾ ਗਾਡਰ ਦਾ ਗੁਰਚਰਨਾ ਜਿਹੜਾ ਪਾਤਰ ਵੱਡਾ ਪਾਤਰ ਹੈ। ਤਾਰਾ ਚਿਪਕੜ ਦਾ ਤਾਰਾ ਹੈ। ਤਾਂ ਇਸ ਤਰ੍ਹਾਂ ਦੇ ਹਾਰੀ ਨਾ ਬਚਨਿਆਂ ਦਾ ਬਚਣਾ ਹੈ। ਕਿਉਂਕਿ ਮੈਂ ਲੋਕ ਧਾਰਾ ਨੂੰ ਬਹੁਤ ਜ਼ਿਆਦਾ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਜਾਂ ਮੈਂ ਵਿਚਰਿਆ ਬਹੁਤ ਲੋਕਾਂ ਦੇ ਵਿੱਚ। ਮੈਂ ਪੇਂਡੂ ਜੀਵਨ ਬਹੁਤ ਹੰਢਾਇਆ ਤੇ ਉਹ ਜਿਹੜੇ ਪਾਤਰ ਹੈ ਮੇਰੇ ਬਹੁਤ ਸਾਰੀਆਂ ਕਹਾਣੀਆਂ 'ਚ ਪੇਸ਼ ਹੋਏ ਆ ਪਰ ਪਤਾ ਨਹੀਂ ਕਿਉਂ ਲੋਕਾਂ ਦੇ ਅੱਗੇ ਆਤੂ ਖੋਜੀ ਆ ਜਾਂਦਾ ਵੀ ਉਹ ਗੱਲ ਨਹੀਂ ਬਣੀ। ਹੁਣ ਵੀ ਕਹਿੰਦੇ ਆ। ਅੱਛਾ ਤੇ ਤੁਸੀਂ ਜਿਹੜਾ ਤਜਰਬਾ ਕਰਦੇ ਰਹੇ ਹੋ ਕਿ ਕਵਿਤਾ ਕਹਾਣੀ ਹਾਂਜੀ ਨੋਵਲ ਨਾਟਕ ਇਹ ਅਲੱਗ-ਅਲੱਗ ਵਿਧਾਵਾਂ ਜਾਣਦਾ ਇਹ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਰਹੇ ਹੋ? ਕਿ ਨੀਰੂ ਜੀ ਮੈਂ ਇਹ ਤਾਂ ਪਹਿਲਾਂ ਦੱਸ ਹੀ ਦਿੱਤਾ ਲਈ ਮੈਂ ਸ਼ੁਰੂਆਤ ਜਿਹੜੀ ਕਵਿਤਾ ਤੋਂ ਕੀਤੀ ਸੀਗੀ ਤੇ ਕਹਾਣੀ ਵੱਲ ਆ ਗਿਆ। ਕਹਾਣੀ ਤੋਂ ਜਿਹੜਾ ਨਾਟਕ ਵੱਲ ਆਉਣ ਦਾ ਇੱਕ ਅਜਿਹਾ ਸਬੱਬ ਬਣਿਆ। ਕੀਰਤੀ ਕਿਰਪਾਲ ਨੇ ਬਹੁਤ ਵੱਡੇ ਜਿਹੜੇ ਆ ਨਾਟਕ ਨਿਰਦੇਸ਼ਕ ਨੇ ਬਹੁਤ ਅੱਛੇ ਉਹਨਾਂ ਨੇ ਜਿਹੜੇ ਆ ਨਾਟਕ ਪੇਸ਼ਕਾਰੀਆਂ ਕੀਤੀਆਂ ਜਿਹਨਾਂ 'ਚ ਆਤਮਜੀਤ ਦੇ ਬਹੁਤ ਸਾਰੇ ਹੈਗੇ ਆ। ਮੋੜਾ ਲਾਮਾ ਤੋਂ ਜਾਂ ਪੂਰਨ ਵਰਗੇ ਨਾਟਕ ਕੀਤੇ ਨੇ। ਉਹ ਮੇਰੇ ਕੋਲੇ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਗੁਰਮੀਤ ਨੂੰ ਸਾਨੂੰ ਕੋਈ ਮਤਲਬ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਤੇ ਉਹ ਮੇਰੇ ਦਫ਼ਤਰ ਆ ਗਿਆ ਮੈਨੂੰ ਕਹਿੰਦਾ ਕੋਈ ਨਾਟਕ ਲਿਖ ਕੇ ਦੇ। ਮੈਂ ਕਿਹਾ ਯਾਰ ਇਹ ਮੈਂ ਕਹਾਣੀ ਲਿਖਦਾ ਵਾਂ ਕਵਿਤਾ ਲਿਖਦਾ ਨਾਟਕ ਮੇਰੇ ਆ ਵੱਸ ਦੀ ਗੱਲ ਨਹੀਂ ਗੀ ਨਾ ਮੈਂ ਲਿਖਿਆ ਹੀ ਹੈ ਕਦੇ। ਤੇ ਉਹ ਕਹਿੰਦੇ ਨਹੀਂ ਕੋਈ ਨਹੀਂ ਤੂੰ ਲਿਖ ਸਕਦਾ ਵਾ ਤੂੰ ਮਾੜਾ ਕਰ ਟਰਾਈ। ਤੇ ਮੈਂ ਕਿਹਾ ਚਲੋ ਮੈਂ ਕੋਸ਼ਿਸ਼ ਕਰਦਾ। ਉਹਨੂੰ ਮੈਂ ਇਹ ਕਹਿ ਕੇ ਟਾਲਤਾ ਚਾਹ ਪਾਣੀ ਪਿਆ ਕੇ ਦਫ਼ਤਰੋਂ ਭੇਜਤਾ ਉਹਨੂੰ। ਉਹ ਮੈਨੂੰ ਮਿਲਿਆ ਵੀ ਉਦੋਂ ਪਹਿਲੀ ਵਾਰ ਸੀ। ਉਸ ਤੋਂ ਬਾਅਦ ਉਹ 15 ਕੁ ਦਿਨਾਂ ਬਾਅਦ ਫੇਰ ਆ ਦਫ਼ਤਰ ਧਮਕਿਆ। ਆਉਣ ਤੋਂ ਪਹਿਲਾਂ ਉਹਨੇ ਫੋਨ ਵੀ ਕਰਤਾ ਕਹਿੰਦਾ ਮੈਂ ਆ ਰਿਹਾ। ਤੇ ਮੈਂ ਕਿਹਾ ਤਾਂ ਪੰਗਾ ਹੀ ਪੈ ਗਿਆ। ਮੈਂ ਤਾਂ ਉਹਨੂੰ ਲਾਰਾ ਲਾ ਕੇ ਤੋਰਿਆ ਸੀਗਾ ਲਈ ਭੁੱਲ ਜਾਊਗਾ ਜਿਵੇਂ ਆਮ ਤੌਰ ਤੇ ਕਰਦੇ ਹੁੰਦੇ ਆ। ਤੇ ਜਦੋਂ ਉਹਨੇ ਕਿਹਾ ਮੈਂ ਆ ਰਿਹਾ ਤੇ ਮੈਂ ਇੱਕ ਕਾਗਜ਼ ਦੇ ਉੱਤੇ ਡਾਇਲਾਗ ਦੇ ਝਰੀਟ ਲਏ
ਝਰੀਟ ਕੇ ਤੇ ਜਦੋਂ ਆਇਆ ਉਹਨੂੰ ਮੈਂ ਦਿਖਾਤਾ, ਮੈਂ ਕਿਹਾ ਯਾਰ ਆਹ ਲਿਖਿਆ ਹੈ, ਲੈ ਆਹ ਤਾਂ ਬਣ ਗਈ ਗੱਲ, ਇੱਕ ਕਾਗਜ਼ ਹੀ ਲਿਖਿਆ ਸੀ, ਇਹਦਾ ਬਣ ਗਈ ਗੱਲ। ਹੋਰ ਨਾਟਕ ਕਿਵੇਂ ਹੁੰਦਾ, ਨਾਟਕ ਐਂ ਲਿਖਿਆ ਜਾਂਦਾ ਹੁੰਦਾ ਬਸ, ਵਧੀਆ ਅੱਗੇ ਤਾਂ ਬਹੁਤ ਵਧੀਆ ਬਣ ਜਾਣਾ। ਉਹ ਮੈਂ ਆਪਣੀ ਕਹਾਣੀ ਸਰੰਗੀ ਦੀ ਮੌਤ ਦੇ ਉੱਤੇ ਕੋਸ਼ਿਸ਼ ਕੀਤੀ ਸੀ ਨਾਟਕ ਲਿਖਣ ਦੀ, ਤੇ ਉਹ ਇੱਕ ਪੇਜ ਦਿਖਾਇਆ, ਉਹ ਕਹਿੰਦਾ ਬਸ ਹੁਣ ਇਹਨੂੰ ਤੂੰ ਜਾਰੀ ਕਰ ਦੇ, ਜਿਵੇਂ ਜਿਵੇਂ ਪੇਜ ਲਿਖੀ ਜਾਏਗਾ ਤੇ ਮੈਨੂੰ WhatsApp ਤੇ ਭੇਜ ਦਿਆ ਕਰੀ। ਤਾਂ ਮੈਂ ਉਹਨੂੰ WhatsApp ਤੇ ਤਾਂ ਨਾ ਭੇਜੀ, ਪਰ ਮੈਂ ਜਦੋਂ 10-12 ਪੇਜ ਲਿਖ ਲਏ ਫਿਰ ਉਹਨੂੰ ਮੈਂ ਭੇਜਿਆ। ਉਹ ਕਹਿੰਦਾ ਇਹ ਤਾਂ ਪੂਰਾ ਵਧੀਆ ਨਾਟਕ ਬਣ ਗਿਆ। ਤਾਂ ਚਲੋ ਅਸੀਂ ਫਿਰ ਉਹਨੂੰ ਛੋਹਾਂ ਦਿੱਤੀਆਂ ਅੰਤਮ ਤੇ ਦੇਸ਼ ਭਗਤ ਯਾਦਗਾਰ ਹਾਲ 'ਚ ਜਦੋਂ ਖੇਡਿਆ 2016 ਦੇ ਵਿੱਚ, ਤਾਂ ਉਹਦੀ ਮਤਲਬ ਬਾ ਕਮਾਲ ਉਹਨੂੰ ਜਿਹੜਾ ਹੰਗਾਰਾ ਮਿਲਿਆ, ਲੋਕਾਂ ਨੇ ਸਟੈਂਡਿੰਗ ਓਵੇਸ਼ਨ ਦਿੱਤੀ, ਤਾੜੀਆਂ ਸੀ ਲੋਕਾਂ ਦੀਆਂ। ਤੇ ਮੈਨੂੰ ਲੱਗਾ ਵੀ ਕਿਤੇ ਨਾ ਕਿਤੇ ਮੇਰੇ ਅੰਦਰ ਨਾਟਕ ਵੀ ਪਿਆ ਹੋਇਆ, ਮੈਨੂੰ ਲਿਖਿਆ ਜਾਣਾ ਚਾਹੀਦਾ ਹੈ, ਨਾਟਕ ਨੂੰ ਵੀ ਬਾਹਰ ਕੱਢ ਲੈਣਾ ਚਾਹੀਦਾ, ਕਿਉਂਕਿ ਕਹਾਣੀਆਂ 'ਚ ਵੀ ਤਾਂ ਸੰਵਾਦ ਲਿਖਦੇ ਹੀ ਆ। ਤਾਂ ਉਹ ਮੇਰਾ ਉੱਥੋਂ ਨਾਟਕ ਦਾ ਜਿਹੜਾ ਸਫ਼ਰ ਜਿਹੜਾ ਕੀਰਤੀ ਕਿਰਪਾਲ ਨੇ ਧੱਕੇ ਨਾਲ ਸ਼ੁਰੂ ਕਰਾਤਾ, ਚਲੋ ਬਾਅਦ ਦੇ ਵਿੱਚ ਤਾਂ ਫਿਰ ਬਣ ਹੀ ਗਿਆ। ਅੱਛਾ ਗੁਰਮੀਤ, ਅਸੀਂ ਉਹ 21 ਦਿਨ ਜੀ ਜੀ ਦੀ ਗੱਲ ਕਰੀਏ, ਕਿਉਂਕਿ ਇਹ ਕੋਵਿਡ ਦੇ ਟਾਈਮ ਦੀ ਪਹਿਲੀ ਲਹਿਰ ਵਿੱਚ ਇੱਕ ਆਈਸੋਲੇਸ਼ਨ ਸੈਂਟਰ ਵਿੱਚ ਸੈੱਟ ਕੀਤਾ ਸੀ ਆਪਣਾ ਨੋਵਲ। ਜੀ ਜੀ ਤੇ ਇਹ ਕਿਸ ਤਰ੍ਹਾਂ ਤੁਹਾਨੂੰ ਲੱਗਿਆ, ਜਾਂ ਇਸ ਨੂੰ ਕਿਸ ਤਰ੍ਹਾਂ ਇਹ ਨੋਵਲ ਬਣਿਆ? ਇਹਦੇ ਨਾਵਲ ਦੇ ਹੋਂਦ ਵਿੱਚ ਆਉਣ ਦੀ ਵੀ ਬੜੀ ਅਜੀਬ ਜੀ ਕਹਾਣੀ ਹੈ। ਮੈਂ ਨਾਵਲ ਕੋਈ ਹੋਰ ਲਿਖਣਾ ਚਾਹੁੰਦਾ ਸੀਗਾ, ਤੇ ਉਹਨਾਂ ਦਿਨਾਂ ਦੇ ਵਿੱਚ ਲਾਕਡਾਊਨ ਲੱਗ ਗਿਆ, ਤੇ ਮੈਂ ਉਹਨੂੰ ਅਜੇ ਸ਼ੁਰੂਆਤ ਕਰਨ ਦੇ ਚੱਕਰ ਦੇ ਵਿੱਚ ਹੀ ਸੀਗਾ, ਉਹਦੇ ਰਫ ਸਕੈਚਿੰਗ ਜੀ ਕਰ ਰਿਹਾ ਸੀਗਾ। ਤੇ ਇਹਨਾਂ ਦਿਨਾਂ ਦੇ ਵਿੱਚ ਮੇਰੀ ਜੀਵਨ ਸਾਥਣ ਸਿਮਰਜੀਤ, ਉਹ ਹੈਲਥ ਵਿਭਾਗ 'ਚ ਹੈ, ਉਹਦੀ ਡਿਊਟੀ ਲੱਗ ਗਈ ਆਈਸੋਲੇਸ਼ਨ ਸੈਂਟਰ ਦੇ ਵਿੱਚ। ਉਹ ਥੋੜਾ ਜਿਹਾ ਘਰ ਤੋਂ, ਸਾਡੇ ਤੋਂ ਜਿੱਥੇ ਅਸੀਂ ਰਹਿੰਦੇ ਆ 15 ਕਿਲੋਮੀਟਰ ਦੂਰ ਸੀਗਾ, ਤੇ ਮੈਂ ਉਹਨੂੰ ਛੱਡਣ ਜਾਂਦਾ ਹੁੰਦਾ ਸੀਗਾ ਗੱਡੀ ਦੇ ਉੱਤੇ, ਛੱਡ ਕੇ ਤੇ ਉਹਨੂੰ ਉੱਥੇ ਗੇਟ ਤੇ ਲਾ ਕੇ ਤੇ ਫਿਰ ਆ ਜਾਣਾ। ਫਿਰ ਇਹਨਾਂ ਦਿਨਾਂ ਦੇ ਵਿੱਚ ਹੀ ਉਹ ਤਰ੍ਹਾਂ ਦੇ ਲੋਕ ਆਈਸੋਲੇਸ਼ਨ ਸੈਂਟਰਾਂ ਦੇ ਵਿੱਚ ਆਉਣ ਲੱਗ ਗਏ, ਵਿੱਚ ਹੀ ਰੌਲੇ ਪੈਣ ਲੱਗ ਗਏ, ਫਲਾਣੇ ਧਰਮ ਵਾਲਿਆਂ ਨੇ ਆਹ ਕਰਤਾ, ਦੂਜੇ ਵਾਲੇ ਨੇ ਆਹ ਕਰਤਾ। ਉਸ ਸੈਂਟਰ ਦੇ ਵਿੱਚ ਇੱਕ ਮੁੰਡਾ ਮਨਵੀਰ ਨਾਂ ਦਾ ਮੁੰਡਾ ਆਇਆ, ਤੇ ਉਹ ਮੈਨੂੰ ਮੈਸੇਜ ਦੱਸਣ ਲੱਗ ਗਈ ਵੀ ਅਜੀਬ ਜਿਹੀਆਂ ਹਰਕਤਾਂ ਕਰਦਾ, ਕਦੇ ਫੋਨ ਤੇ ਐਂ ਕਰਦਾ ਵਾ, ਕਦੇ ਬਾਹਰ ਨੂੰ ਭੱਜਦਾ ਵਾ, ਅਸੀਂ ਮਸਾਂ ਫੜ ਕੇ ਉਹਨੂੰ ਤਾੜਦੇ ਆ ਅੰਦਰ। ਤੇ ਉਹ 2-4 ਉਹਨੇ ਕਰੈਕਟਰਾਂ ਦੀ ਗੱਲ ਦੱਸੀ, ਤੇ ਮੇਰੇ ਮਨ ਦੇ ਵਿੱਚ ਵੀ ਉਹ ਮਤਲਬ ਘੁੰਮਣ ਜੇ ਲੱਗ ਗਿਆ। ਮੈਂ ਉਹਨਾਂ ਦੇ ਜਿਹੜਾ ਆਈਸੋਲੇਸ਼ਨ ਸੈਂਟਰ ਬਣਿਆ ਸੀ, ਮੈਂ ਮੈਸੇਜ ਨੂੰ ਗੇਟ ਤੇ ਲਾਉਣ ਦੀ ਬਜਾਏ ਆਈਸੋਲੇਸ਼ਨ ਸੈਂਟਰ ਤੱਕ ਜਾਣ ਲੱਗ ਗਿਆ। ਤੇ ਇਹਨਾਂ ਦਿਨਾਂ ਦੇ ਵਿੱਚ ਅਜੇ ਚੱਲ ਹੀ ਰਿਹਾ ਸੀਗਾ ਕਿ ਮੇਰੀ ਆਪ ਦੀ ਡਿਊਟੀ ਵੀ ਲੱਗ ਗਈ ਆਈਸੋਲੇਸ਼ਨ ਸੈਂਟਰ ਦੇ ਵਿੱਚ। ਫਿਰ ਮੈਂ ਉਹਨਾਂ ਕਿਰਦਾਰਾਂ ਨੂੰ ਬਹੁਤ ਨੇੜੇ ਤੋਂ ਦੇਖਿਆ, ਜਾਣੀ ਕਿ ਮਤਲਬ ਫਿਰ ਤਾਂ ਮੈਂ ਉਸ ਕਿਰਦਾਰਾਂ ਦੇ ਵਿੱਚ ਆਪ ਵੀ ਸ਼ਾਮਲ ਹੋ ਗਿਆ, ਮੈਂ ਇੱਕ ਕਿਰਦਾਰ ਬਣ ਗਿਆ। ਤੇ ਉਹਨਾਂ ਦੀ ਜਿਹੜੀ ਆ, ਉਹਨਾਂ ਦੇ ਅੰਦਰ ਪਸਰਿਆ ਹੋਇਆ ਸਹਿਮ, ਉਹਨਾਂ ਦੇ ਜਿਹੜੀਆਂ ਮਾਨਸਿਕ ਉਹਨਾਂ ਦੇ ਅੰਦਰਲੀ ਟੁੱਟ ਭੱਜ, ਉਹ ਆਲੇ ਦੁਆਲੇ ਬਾਰੇ ਕਿਵੇਂ ਮਹਿਸੂਸ ਕਰਦੇ ਆ, ਉਹਨਾਂ ਦੇ ਅੰਦਰ ਮੌਤ ਦਾ ਡਰ ਕਿਵੇਂ ਬੈਠਾ ਹੋਇਆ, ਤੇ ਡਰ ਤੋਂ ਪਾਰ ਲੰਘਣ ਵਾਸਤੇ ਉਹ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ। ਮੈਂ ਆਪਣੀ ਮਿਸੇਜ ਨੂੰ ਦੱਸਿਆ, ਮੈਂ ਕਿਹਾ ਮੇਰੇ ਮਨ ਦੇ ਵਿੱਚ ਐਂ ਜੇ ਗੱਲਾਂ ਆ ਰਹੀਆਂ। ਤੇ ਉਹ ਕਹਿੰਦੀ ਇਹ ਤਾਂ ਬਹੁਤ ਵਧੀਆ ਗੱਲ ਹੈ, ਤੂੰ ਰੋਜ਼ਾਨਾ ਇੱਥੇ ਮੈਨੂੰ ਵੀ ਨਾਲ ਲੈ ਕੇ ਜਾਣਾ ਡਿਊਟੀ ਕਰਨ, ਤੇ ਦੂਰੀ ਤੂੰ ਡਿਊਟੀ ਕਰਦਾ ਤੇ ਤੇਰੇ ਕੋਲੇ ਬਹੁਤ ਕੁਝ ਹੈਗਾ, ਤੂੰ ਇਹਨੂੰ ਚਿਤਰਨਾ ਸ਼ੁਰੂ ਕਰ। ਮੈਂ ਇੱਕ ਜਾ ਕੇ, ਉਦੋਂ ਦੁਕਾਨਾਂ ਤਾਂ ਖੁੱਲਦੀਆਂ ਨਹੀਂ ਸੀਗੀਆਂ, ਤੇ ਇੱਕ ਦੋਸਤ ਦੀ ਕਿਸੇ ਦੀ ਦੁਕਾਨ ਖਿਲਾ ਕੇ ਮੈਂ ਮੋਟਾ ਜਿਹਾ ਰਜਿਸਟਰ ਲੈ ਆਂਦਾ, ਲੈ ਕੇ ਮੈਂ ਉੱਥੇ ਮਤਲਬ ਸ਼ੁਰੂ ਕਰਤਾ। ਇੱਕ ਕਾਂਡ ਲਿਖਿਆ, ਤੇ ਮੈਂ ਪਹਿਲਾਂ ਸਭ ਤੋਂ ਆਪਣੀ ਮਿਸੇਜ ਨੂੰ ਸੁਣਾਇਆ। ਉਹ ਕਹਿੰਦੀ ਤਾਂ ਬਸ ਸ਼ੁਰੂਆਤ ਬਹੁਤ ਵਧੀਆ, ਇਹ ਪਾਤਰਾਂ ਦਾ ਵਧੀਆ ਚਿਤਰਨ ਹੋ ਰਿਹਾ, ਉਹਨਾਂ ਦੀ ਮਨੋਦਸ਼ਾ ਵਧੀਆ ਚਿਤਰੀ ਜਾ ਰਹੀ ਹੈ। ਉਹ ਪਤਾ ਨਹੀਂ ਕਿਹੜਾ ਕਾਂਡ ਲਿਖਿਆ ਗਿਆ ਸੀ, ਪਹਿਲਾ ਕਾਂਡ ਤਾਂ ਨਹੀਂ ਸੀਗਾ, ਵਿਚਾਲੇ ਹੀ ਕਿਤੋਂ ਸ਼ੁਰੂ ਕਰ ਲਿਆ ਸੀਗਾ। ਤਾਂ ਬਸ ਇਸ ਤਰ੍ਹਾਂ ਉਹ ਫਿਰ ਤਾਂ 21 ਦਿਨ ਸਮਝ ਲਓ, 21 ਦਿਨਾਂ ਦੇ ਵਿੱਚ ਲਿਖੇ ਗਏ। ਉਹ ਬਾਅਦ ਦੇ ਵਿੱਚ ਉਹਨੂੰ ਸੋਧ ਕਰਨ ਵਾਲੀ ਸੀਗੀ, ਤੇ ਉਹਨੂੰ ਅਸੀਂ ਕਰਦੇ ਰਹੇ ਹਾਂ ਜੀ। ਤੇ ਇਸ ਨੋਵਲ ਤੇ ਤੁਹਾਨੂੰ ਪਾਠਕਾਂ ਦਾ ਕੀ ਰਿਸਪੌਂਸ ਮਿਲਿਆ? ਪਾਠਕਾਂ ਨੇ ਇਸ ਨੋਵਲ ਨੂੰ ਕਿਸ ਤਰ੍ਹਾਂ ਪੜ੍ਹਿਆ ਹੈ ਔਰ ਕਿਸ ਤਰ੍ਹਾਂ ਅਪਣਾਇਆ ਹੈ? ਪਾਠਕਾਂ ਦਾ ਇਹਦੇ ਇੰਨਾ ਕੁ ਰਿਸਪੌਂਸ ਲਾ ਲਓ ਤੁਸੀਂ ਦੇ ਵੀ, ਪੰਜਾਬੀ ਦਾ ਕੋਈ ਨਾਵਲ ਜਿਹੜਾ ਕੋਈ ਵੀ ਕਿਤਾਬ ਹੈਗੀ ਆ, ਲਗਭਗ 2-3-4 ਸਾਲਾਂ ਦੇ ਵਿੱਚ ਇੱਕ ਐਡੀਸ਼ਨ ਮਸਾਂ ਵਿਕਦਾ, ਤੇ ਇਹਦਾ ਜਿਹੜਾ ਵਾ ਦੂਜਾ ਐਡੀਸ਼ਨ ਵੀ ਜਿਹੜਾ ਖਤਮ ਹੋ ਗਿਆ ਹੈ। ਤਾਂ ਬੇਹੱਦ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਫੇਸਬੁੱਕ ਦੇ ਉੱਤੇ ਵੱਡੇ ਆਰਟੀਕਲ ਇਹਦੇ ਬਾਰੇ ਲਿਖੇ ਹੈ, ਤੇ ਇਸ ਤੋਂ ਵੱਡਾ ਪ੍ਰਵਾਨਗੀ ਕੀ ਹੋ ਸਕਦੀ ਕਿ ਇਹ ਨਿਰੂਪਮਾ ਦੱਤ ਵਰਗੀ ਐਡੀ ਵੱਡੀ ਜਰਨਲਿਸਟ ਜਿਹੜਾ ਹਿੰਦੁਸਤਾਨ ਟਾਈਮਜ਼ ਦੇ ਵਿੱਚ ਲਿਖਦੀ ਹੈ, ਔਰ ਸਾਡਾ ਬਹੁਤ ਵੱਡਾ ਵਿਦਵਾਨ ਜਿਹੜਾ ਹੈ ਮਨਮੋਹਨ ਵਰਗਾ,
ਹਨਾ। ਮਨਮੋਹਨ ਵਰਗਾ ਵਿਦਵਾਨ ਜਿਹੜਾ ਬੰਦਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਬਹੁਤ ਵੱਡਾ ਆਰਟੀਕਲ ਲਿਖਦਾ ਹੈ। ਹੋਰ ਲੋਕਾਂ ਨੇ ਜਿਹੜਾ ਮਤਲਬ ਲਿਖਿਆ ਇਹਦੇ ਬਾਰੇ, ਦਵਿੰਦਰ ਸੈਫੀ ਨੇ ਲਿਖਿਆ ਵਾ, ਗੁਰਦੀਪ ਸਿੰਘ ਢਿੱਲੋਂ ਨੇ ਲਿਖਿਆ, ਚੰਗੇ ਜਿਹੜੇ ਪੰਜਾਬੀ ਦੇ ਇਸ ਟਾਈਮ ਤੇ ਨਾਮਵਰ ਆਲੋਚਕ ਹੈਗੇ ਆ ਉਹਨਾਂ ਨੇ ਇਹਦੇ ਬਾਰੇ ਲਿਖਿਆ। ਤੇ ਆਮ ਲੋਕਾਂ ਦਾ ਹੰਗਾਰਾ ਤਾਂ ਪਤਾ ਹੀ ਨਹੀਂ ਮੈਨੂੰ। ਲਗਭਗ ਜਦੋਂ ਸ਼ੁਰੂਆਤੀ ਦੌਰ ਸੀ ਉਦੋਂ ਤਾਂ 5-5 6-6 ਫੋਨ ਆਉਂਦੇ ਸੀ, ਤੇ ਹੁਣ ਵੀ ਰੋਜ਼ਾਨਾ 1-2 ਫੋਨ ਜਿਹੜੇ ਆ ਰੋਜ਼ਾਨਾ ਇਸ ਨਾਵਲ ਬਾਰੇ ਆਉਂਦੇ ਹੀ ਹੈ। ਅੱਛਾ, ਇੱਕ ਤੁਹਾਡੀ ਰਚਨਾਵਾਂ ਵਿੱਚ ਅੱਤਵਾਦ ਦੌਰ ਵੀ ਸ਼ਾਮਿਲ ਹੈ, ਉਸ ਬਾਰੇ ਕੁਝ ਸਾਡੇ ਨਾਲ ਸਾਂਝਾ ਕਰੋਗੇ? ਉਹ ਦੌਰ ਦੇ ਵਿੱਚ ਮੈਂ ਕਈ ਕਹਾਣੀਆਂ ਤੇ ਕਵਿਤਾਵਾਂ ਲਿਖੀਆਂ, ਪਰ ਉਹ ਉਸ ਢੰਗ ਦੇ ਨਾਲ ਨਹੀਂ ਆ ਸਕਿਆ ਗਿਆ ਮੇਰੀਆਂ ਕਹਾਣੀਆਂ ਦੇ ਵਿੱਚ। ਉਹ ਵਾਲਾ ਦੌਰ ਤਾਂ ਮੈਂ ਨਹੀਂ ਸਮਝਦਾ ਕਿ ਮੈਂ ਉਹਨੂੰ ਚੰਗੀ ਤਰ੍ਹਾਂ ਚਿਤਰਿਆ। ਬਹੁਤ ਘੱਟ ਪਾਰਟ ਆ ਉਹਦਾ ਉਸ ਦੌਰ ਦਾ, ਪਰ ਮੈਂ ਚਿਤਰਿਆ ਜ਼ਰੂਰ ਆ। ਮਤਲਬ ਜਿਹੜੀ ਆ ਭਾਈ ਘਨੱਈਏ ਦੀ ਔਲਾਦ ਵਰਗੀਆਂ ਕਹਾਣੀਆਂ ਲਿਖੀਆਂ ਜ਼ਰੂਰ ਹੈ, ਪਰ ਵੱਡੇ ਪੱਧਰ ਤੇ ਨਹੀਂ ਉਹ ਮੈਂ ਦੌਰ ਨੂੰ ਚਿਤਰਿਆ। ਪਰਛਾਵਾਂ ਸਾਰੀਆਂ ਕਹਾਣੀਆਂ ਦੇ ਵਿੱਚ ਤੇ ਕਵਿਤਾਵਾਂ ਦੇ ਵਿੱਚ ਪਰਛਾਵਾਂ ਹੈਗਾ ਉਸ ਦੌਰ ਦਾ। ਹਾਂਜੀ, ਤੁਹਾਡੀ ਰਚਨਾ ਜਿਹੜੀ ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ, ਹਾਂਜੀ, ਮੇਰੇ ਖਿਆਲ ਨੀਰੂ ਜੀ ਦਾ ਇਸ਼ਾਰਾ ਉਸ ਰਚਨਾ ਵੱਲ ਸੀ। ਉਹ ਰਚਨਾ ਦੇ ਵਿੱਚੋਂ ਕਾਫੀ ਡਾਇਮੈਂਸ਼ਨਸ ਨਿਕਲਦੀਆਂ ਨੇ। ਜੀ ਜੀ, ਉਹ ਐਕਚੁਅਲੀ ਉਹਦੇ ਵਿੱਚ ਉਹ ਮੇਰਾ ਸਵੈ ਬਰਤਾਂਤ ਹੀ ਹੈ ਜੀ। ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ ਉਹ ਅੱਤਵਾਦ ਦੌਰ ਦੀ ਵੀ ਹੈਗੀ ਹੈ ਗੱਲ ਵਿੱਚ, ਪਰ ਉਹ ਜਿਹੜੀ ਹੈ ਸਿੱਧੇ ਤੌਰ ਤੇ ਪੰਜਾਬ ਸੰਕਟ ਦੇ ਨਾਲ ਨਹੀਂ ਸੰਬੰਧਿਤ। ਇਹ ਤਾਂ ਮੇਰੀ ਜੀਵਨ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ। ਅਸੀਂ ਕਿਤੇ ਘੁੰਮਣ ਫਿਰਨ ਗਏ ਸੀ, ਬਲਦੇਵ ਸਿੰਘ ਸੜਕਨਾਮਾ ਵੀ ਮੇਰੇ ਨਾਲ ਸੀ ਤੇ ਡਾਕਟਰ ਸਰਜੀਤ ਬਰਾੜ ਵੀ ਸੀਗੇ। ਅਸੀਂ ਇਹਨਾਂ ਜਿਹੜੇ ਆ ਮੱਧ ਪੂਰਬ ਦੇ ਦੇਸ਼ਾਂ ਵਿੱਚ ਘੁੰਮਣ ਘਾਮਣ ਗਏ ਸੀਗੇ। ਇਹ ਤਾਂ ਚਲੇ ਗਏ, ਅੱਗੇ ਚਲੇ ਗਏ, ਮੈਂ ਉੱਥੇ ਬੈਂਕਾਕ ਹੀ ਰਹਿ ਗਿਆ। ਮੇਰੀ ਛੁੱਟੀ ਵੀ ਘੱਟ ਸੀ, ਮੈਂ ਕਿਤੇ ਜਾ ਰਿਹਾ ਸੀਗਾ ਤੇ ਜਾਂਦਿਆਂ ਤੇ ਉਹਨਾਂ ਨੇ ਜਿਹੜੇ ਉਦੋਂ ਹੀ ਮੈਨੂੰ ਪਤਾ ਲੱਗਾ ਮੇਰੇ 4 ਛਪੇਰੇ ਜਿਹੜੇ ਆ ਆਰਮੀ ਵਾਲੇ ਆ ਗਏ ਆ। ਕਿਸੇ ਨੇ ਮੇਰੇ ਇੱਧਰ ਰਿਵਾਲਵਰ ਲਾ ਲਿਆ, ਕਿਸੇ ਨੇ ਕਿਸੇ ਬੰਨੇ ਲਾ ਲਿਆ, ਸਟੇਨਾਂ ਦੇ ਬੁਰੇ ਹਾਲ ਘੇਰ ਕੇ ਮੈਨੂੰ ਤੇ ਮੇਰੇ ਹੱਥ ਘੜੀਆਂ ਲਾ ਗਈਆਂ, ਲਾ ਕੇ ਹੱਥ ਘੜੀਆਂ ਮੈਨੂੰ ਕੈਂਟਰ ਨਾਲ ਬੰਨ੍ਹਤਾ, ਸਾਰਾ ਸਮਾਨ ਮੇਰਾ ਕੱਢ ਲਿਆ। ਤੇ ਮੈਂ ਚਲੋ ਉਹਨਾਂ ਦੀ ਥਾਈ ਭਾਸ਼ਾ ਸੀ ਨਾ, ਉਹਨਾਂ ਨੂੰ ਮੇਰੀ ਭਾਸ਼ਾ ਸਮਝ ਆਉਂਦੀ ਸੀਗੀ। ਮੈਂ ਜਿੰਨੀ ਕੁ ਅੰਗਰੇਜ਼ੀ ਮੈਨੂੰ ਆਉਂਦੀ ਸੀ ਮੈਂ ਸਾਰੀ ਵਰਤ ਲਈ ਉੱਥੇ, ਉਹਨਾਂ ਦੇ ਤਾਂ ਵੀ ਕੋਈ ਪੱਲੇ ਨਾ ਪਿਆ ਤੇ ਉਹਨਾਂ ਦੀ ਥਾਈ ਭਾਸ਼ਾ ਮੇਰੇ ਪੱਲੇ ਨਹੀਂ ਸੀ ਪੈਂਦੀ। ਪਰ ਚਲੋ ਮੈਨੂੰ ਬੰਨ੍ਹ ਕੇ ਲੈ ਗਏ। ਹਨੇਰਾ ਜਿਹਾ ਸੀਗਾ, ਦਰਿਆ ਦੇ ਕਿਨਾਰਿਆਂ ਦੇ ਕਰ ਕੁਰਕੇ ਤੇ ਉੱਥੇ ਜਿਹੜੇ ਮੈਂ ਸਟੇਸ਼ਨ ਤੇ ਗਿਆ ਉਹਦੇ ਬਾਹਰ ਲਿਖਿਆ ਹੋਇਆ ਪੁਲਿਸ ਸਟੇਸ਼ਨ ਪੁੱਤੂ ਨਾਮ। ਤੇ ਮੈਂ ਇਹ ਪਰਮਾਤਮਾ ਦਾ ਸਮਝ ਲਓ ਉਸ ਟਾਈਮ ਤੇ ਲੱਖ ਲੱਖ ਸ਼ੁਕਰਗੁਜ਼ਾਰ ਕੀਤਾ ਲਈ ਮੈਂ ਪੁਲਿਸ ਦੇ ਕਬਜ਼ੇ ਜਾਂ ਪਹਿਲਾਂ ਤਾਂ ਮੈਂ ਸਮਝ ਲਈ ਸ਼ਾਇਦ ਕੋਈ ਇੱਥੇ ਟੈਰੋਰਿਸਟ ਗਰੁੱਪ ਆ ਜਾਂ ਗੈਂਗਸਟਰਾਂ ਦੇ ਹੱਥੇ ਆ ਗਿਆ ਤੇ ਮਾਰ ਮੂਰ ਕੇ ਸਿੱਟ ਦੇਣਗੇ ਨਹਿਰ ਦੇ ਵਿੱਚ, ਮੇਰਾ ਪਾਸਪੋਰਟ ਲੈਣਗੇ ਤੇ ਪਾਸਪੋਰਟ ਤੇ ਕੋਈ ਹੋਰ ਬੰਦਾ ਅਮਰੀਕਾ ਨੂੰ ਚੜਾ ਦੇਣਗੇ। ਤਾਂ ਉਹ ਜਿਹੜੀ ਹੈ ਘਟਨਾ ਜਿਹੜੀ ਹੈ ਮੈਂ ਉਹ ਲਿਖੀ ਸੀਗੀ, ਇਹ ਖਤਰਨਾਕ ਅੱਤਵਾਦੀ। ਐਕਚੁਅਲੀ ਉਹ ਮੈਨੂੰ ਮਗਰੋਂ ਜਦੋਂ ਛੱਡਤਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਪੁੱਛਿਆ ਲਈ ਮੈਨੂੰ ਲਿਆਂਦਾ ਕਿਉਂ। ਉਸ ਟਾਈਮ ਤੇ ਜਿਹੜਾ ਉਹਨਾਂ ਦਾ SSP ਰੈਂਕ ਦਾ ਬੰਦਾ ਸੀਗਾ ਉਹਨੂੰ ਅੰਗਰੇਜ਼ੀ ਆਉਂਦੀ ਸੀ ਤਾਂ ਮੇਰਾ ਖਿਹੜਾ ਛੁੱਟਿਆ ਸੀ। ਆਪਸ ਵਿੱਚ ਗੱਲਬਾਤ ਕੀਤੀ, ਉਹਨਾਂ ਨੇ ਘੋਖ ਪੜਤਾਲ ਕੀਤੀ। ਮੈਂ ਉਹਨਾਂ ਨੂੰ ਪੁੱਛਿਆ ਲਈ ਮੈਨੂੰ ਕਿਉਂ ਲਿਆਂਦਾ। ਉਹਨਾਂ ਦੇ ਨਾਂ ਤੇਰੀ ਜਿਹੜੀ ਸ਼ਕਲ ਹੈ ਇੱਕ ਪਾਕਿਸਤਾਨੀ ਟੈਰਰ ਮੁਹੰਮਦ ਰਜ਼ਾਕ ਨਾਲ ਮਿਲਦੀ ਹੈ, ਉਹ ਭੁਲੇਖੇ ਚੱਕ ਲਿਆਂਦਾ। ਮੈਨੂੰ ਬਹੁਤ ਜਦੋਂ ਇਹ ਆਰਟੀਕਲ ਛਪਿਆ ਹੋਮ ਮੈਗਜ਼ੀਨ ਦੇ ਵਿੱਚ ਤੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਮਜ਼ਾਕ ਨਾ ਕੀਤੇ, ਕੌਣ ਬੋਲਦੇ ਜੀ, ਮੁਹੰਮਦ ਰਜ਼ਾਕ ਬੋਲ ਰਹੇ ਹੈ, ਮੈਨੂੰ ਫੋਨ ਕਰਦੇ ਨੇ। ਪਰ ਉਹ ਘਟਨਾ ਜਿਹੜੀ ਮੈਨੂੰ ਵਾਰ-ਵਾਰ ਯਾਦ ਆਉਂਦੀ ਹੈ। ਮੈਨੂੰ ਸਾਰਾ ਪਰਿਵਾਰ ਚੇਤੇ ਆਉਂਦਾ ਸੀ ਜਦੋਂ ਮੈਨੂੰ ਬੰਨ੍ਹ ਕੇ ਕੇਂਟਰ ਦੇ ਵਿੱਚ ਸਿੱਟ ਲਿਆ ਸੀਗਾ ਤੇ ਉੱਥੇ ਜੇਲ੍ਹ ਦੇ ਵਿੱਚ ਵੀ ਕਰਤਾ ਸੀ। ਮੈਨੂੰ ਲੱਗਦਾ ਸੀਗਾ ਵੀ ਹੁਣ ਨਹੀਂ ਨਿਕਲਦੇ ਗਏ ਇੱਥੋਂ। ਉਦੋਂ ਤਾਂ ਅਜੇ ਮਤਲਬ ਅਜੇ ਇਸ ਤਰ੍ਹਾਂ ਦੇ ਸਿਆਸਤਦਾਨ ਜਿਹੜੇ ਹੈਗੇ ਆ ਭਗਵੰਤ ਮਾਨ ਨੂੰ ਕੋਈ ਆਵਾਜ਼ ਵੀ ਨਹੀਂ ਸੀ ਸੁਣਦਾ। ਹੁਣ ਤਾਂ ਚਲੋ ਫਿਰ ਵੀ ਘਰ ਦੇ MPਆਂ ਨੂੰ ਦਰਖਾਸਤ ਕਰ ਕੇ ਆਵਾਜ਼ ਪਹੁੰਚਾ ਲੈਂਦੇ ਆ। ਉਦੋਂ ਇਹ ਵੀ ਰਿਵਾਜ ਹੈ ਨਹੀਂ ਸੀਗਾ, ਨਾ ਘਰਦਿਆਂ ਨੂੰ ਪਤਾ ਸੀ ਨਾ ਬਾਹਰਲਿਆਂ ਨੂੰ ਪਤਾ ਸੀ। ਉੱਥੇ ਚਲੋ ਜੇਲ੍ਹ 'ਚ ਮਰ ਮੁਰ ਜਾਣਾ ਸੀਗਾ। ਪਰ ਕਹਾਣੀਆਂ ਲਿਖਣੀਆਂ ਸੀ, ਉਦੋਂ ਬਾਅਦ ਲਿਖਣੀ ਸੀ ਮੈਂ ਆ ਕੇ ਆਤੂ ਖੋਜੀ ਅਜੇ। ਤੇ ਅੱਜ ਕੱਲ ਕੀ ਲਿਖਿਆ ਜਾ ਰਿਹਾ ਹੈ? ਅੱਜ ਕੱਲ ਮੈਂ ਲੇਟੈਸਟ ਹੀ ਇੱਕ ਕਹਾਣੀ ਲਿਖ ਕੇ ਹਟਿਆ ਜੀ, ਅਲੇਹਾ। ਅਲੇਹਾ ਹੁੰਦਾ ਵਾ ਖੇਤਾਂ ਦੇ ਵਿੱਚ ਇੱਕ ਤਰ੍ਹਾਂ ਦੀ ਨਾ ਮਤਲਬ ਹੁੰਦੀ ਹੈ ਚੀਜ਼ ਜੀ ਹੁੰਦੀ ਹੈ, ਉਹ ਜਿਹੜੀ ਸਾਡੇ ਕੱਪੜਿਆਂ ਨਾਲ ਚੁੰਬੜ ਜਾਂਦੀ ਹੈ। ਉਹ ਲੈਂਦੀ ਨਹੀਂ ਛੇਤੀ, ਫਿਰ ਉਹ ਜਿਹਨੂੰ ਲਾਉਣ ਦੀ ਵੀ ਕੋਸ਼ਿਸ਼ ਕਰਦੇ ਆ ਤੇ ਤਾਂ ਦੀ ਤਾਂ ਚੜ੍ਹਦੀ ਜਾਂਦੀ ਹੈ। ਅਸੀਂ ਬਚਪਨ ਦੇ ਵਿੱਚ ਸ਼ਰਾਰਤਾਂ ਵੀ ਕਰਦੇ ਹੁੰਦੇ ਸੀ। ਉਹ ਕਿਸੇ ਨਾ ਕਿਸੇ ਦੇ ਵਾਲਾਂ ਨੂੰ ਲਾ ਦੇਣੀ, ਕਦੇ ਕਿਸੇ ਦੇ ਪਜਾਮੇ ਦੇ ਵਿੱਚ ਪਾ ਦੇਣੀ ਤੇ ਉਹਨੂੰ ਪਜਾਮੇ ਨੂੰ ਝਟਕਾ ਮਾਰਨਾ, ਉਹ ਤਾਂ ਚੜ੍ਹਦੀ ਜਾਂਦੀ ਹੁੰਦੀ ਸੀ। ਉਹ ਮੈਨੂੰ ਵੀ ਸਬੱਬ ਜਿਹਾ ਇਸ ਤਰ੍ਹਾਂ ਦਾ ਬਣਿਆ, ਕੋਈ ਮੈਨੂੰ ਫੋਨ ਆਇਆ ਬਾਹਰੋਂ, ਉਹ ਕੁੜੀ ਕਹਿੰਦੀ ਮੇਰੇ ਬੱਚਾ ਹੈ ਨੀ ਗਾ ਤੇ ਮੈਂ ਕੋਈ ਕੁੜੀ ਜਿਹੜੀ ਆ ਜਾਂ ਅਡਾਪਟ ਕਰਨੀ ਚਾਹੁੰਦੀ ਹੈ ਤੇ
ਚਲੋ ਗੱਲਾਂ ਬਾਤਾਂ ਹੋਈਆਂ, ਉਹਨੇ ਮੈਨੂੰ 20 ਸਾਲ ਬਾਅਦ ਫੋਨ ਕੀਤਾ ਸੀ, ਕਹਿੰਦੀ ਕੋਈ ਬੱਚਾ ਰਲਦਾ ਮਿਲਦਾ ਜੋ ਹੋਵੇ ਪਰਿਵਾਰ 'ਚ। ਉਹਨੇ ਇੰਨੀ ਕੁ ਗੱਲ ਕਹਿ ਕੇ ਫੋਨ ਕੱਟਿਆ ਯਾਰ। ਪਰ ਜਦੋਂ ਕਿ ਪਰਿਵਾਰ 'ਚ ਰਲਦਾ ਮਿਲਦਾ ਹੋਵੇ, ਇਹ ਗੱਲ ਮੇਰੇ ਮਨ ਨੂੰ ਸਟਰਾਈਕ ਕਰ ਗਈ। ਮੈਂ ਕਿਹਾ ਇਹ ਬੈਠੇ ਤਾਂ ਬਾਹਰ ਹੈ ਤੇ ਇਹਨਾਂ ਦੇ ਮਨ ਦੇ ਵਿੱਚ ਅਜੇ ਵੀ ਉੱਥੇ ਜਿਹੜੀ ਹੈ ਗਰਾਰੀ ਅੜੀ ਹੋਈ ਹੈ, ਤੇ ਰਲਦਾ ਮਿਲਦਾ ਹੋਵੇ ਪਰਿਵਾਰ। ਤੇ ਮੈਂ ਕਿਹਾ ਬਾਹਰ ਦੇਖਿਆ ਹੋਇਆ ਵੀ ਜਿਹੜੇ ਉਹ ਲੋਕ ਹੈਗੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਹੈ ਹੀ ਨਹੀਂ, ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਕਿਹੜੀ ਮਤਲਬ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਉਹ ਕਹਾਣੀ ਮੈਂ ਹੁਣੇ ਕੰਪਲੀਟ ਕਰਕੇ ਜਿਹੜੀ ਆ ਮੈਗਜ਼ੀਨ ਨੂੰ ਭੇਜ ਕੇ ਹਟਿਆ, ਲੇਟੈਸਟ ਹੀ ਹੈ। ਹੁਣ ਕਹਾਣੀ ਇੱਕ ਹੋਰ ਸ਼ੁਰੂ ਕੀਤੀ ਹੋਈ ਹੈ। ਇੱਕ ਗੱਲ ਹੋਰ ਮੈਂ ਕਰਨਾ ਚਾਹ ਰਹੀ ਹਾਂ। ਇੱਕ ਤੇ ਜਿਹੜਾ ਪੰਜਾਬ ਵਿੱਚੋਂ ਇੱਕ ਦਲਿਤ ਲਹਿਰ ਵਾਕੂ ਸਾਹਿਤ ਉੱਠਿਆ, ਇੱਕ ਤੇ ਬਾਹਰ ਲੋਕ ਹੈਰਾਨ ਹੁੰਦੇ ਨੇ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਪੰਜਾਬ ਵਿੱਚ ਦਲਿਤ ਨਹੀਂ ਹੁੰਦੇ। ਹਾਂ ਬਿਲਕੁਲ ਬਿਲਕੁਲ। ਉਹਨਾਂ ਨੂੰ ਲੱਗਦਾ ਕਿ ਵੀ ਇੱਥੇ ਤੇ ਜਿਹੜਾ ਪ੍ਰੀਡੋਮੀਨੈਂਟ ਰਿਲੀਜਨ ਹੈ ਉਹ ਸਿੱਖੀ ਹੈ, ਔਰ ਸਿੱਖ ਰਿਲੀਜਨ ਹੈ ਨਾ ਜਾਤ ਪ੍ਰਥਾ ਨੂੰ ਮੰਨਦਾ ਨਹੀਂ। ਜੀ ਜੀ ਜੀ। ਪਰ ਦੂਜੀ ਗੱਲ ਜਿਹੜੀ ਹੈ ਕਿ ਬਾਕੀ ਪ੍ਰਾਂਤਾਂ ਚੋਂ ਔਰਤਾਂ ਦੀ ਆਵਾਜ਼ ਵੀ ਉੱਠੀ ਹੈ ਦਲਿਤ ਸਾਹਿਤ ਵਿੱਚ। ਪੰਜਾਬੀ ਚ ਹਾਲੀ ਇਹ ਨਹੀਂ ਹੋਇਆ। ਜਿਹੜੀ ਤੁਸੀਂ ਗੱਲ ਕੀਤੀ ਸੀਗੀ ਜੀ ਸਿੱਖੀ ਧਰਮ ਦੇ ਨਾਲ, ਮੈਂ ਉਹ ਪਹਿਲਾਂ ਜਿਹੜੀ ਗੱਲ ਤੁਹਾਨੂੰ ਸੁਣਾ ਕੇ ਹਟਿਆ ਥਾਈਲੈਂਡ ਦੀ, ਉੱਥੇ ਵੀ ਮੈਨੂੰ ਸਵਾਲ ਕੀਤਾ ਉਸ ਜਦੋਂ ਗੱਲਾਂ ਬਾਤਾਂ ਸਾਡੀਆਂ ਚੱਲਣ ਲੱਗ ਗਈਆਂ ਤਾਂ ਪੁਲਿਸ ਅਧਿਕਾਰੀ ਨੇ ਮੈਨੂੰ ਸਵਾਲ ਕੀਤਾ ਵੀ ਤੁਹਾਡਾ ਨਾਂ ਗੁਰਮੀਤ ਸਿੰਘ ਹੈ, ਪਾਸਪੋਰਟ ਤੇ ਲਿਖਿਆ ਹੋਇਆ, ਤੇ ਤੁਸੀਂ ਪੱਗ ਕਿਉਂ ਨਹੀਂ ਬੰਨੀ ਹੋਈ? ਤੇ ਮੈਂ ਉਹਨੂੰ ਦੱਸਿਆ, ਮੈਂ ਕਿਹਾ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਆ ਜਿਹੜੇ ਨਾਂ ਤਾਂ ਸਿੰਘ ਹੈਗੇ ਆ ਪਰ ਉਹ ਪੱਗ ਨਹੀਂ ਬੰਨਦੇਗੇ। ਆਂਦਾ ਅੱਛਾ, ਆਂਦਾ ਅਸੀਂ ਤਾਂ ਸਮਝਦੇ ਸੀ ਕਿ ਸਾਰੇ ਜਿਹੜੇ ਆ ਸਿੱਖ ਹੁੰਦੇ ਆ ਉਹ ਪੱਗ ਬੰਨਦੇ ਆ। ਤੇ ਫਿਰ ਮੈਨੂੰ ਉਹਨਾਂ ਨੇ ਮੇਰਾ ਮਹਿਕਮਾ ਪੁੱਛ ਲਿਆ, ਜਿਹੜਾ ਮੇਰੇ ਛੁਟਕਾਰੇ ਦਾ ਕਾਰਨ ਬਣਿਆ ਸੀਗਾ, ਕਿਉਂਕਿ ਮੇਰੀ ਜਿਹੜੀ ਛੁੱਟੀ ਸੀਗੀ ਡਿਪਾਰਟਮੈਂਟ ਦੀ ਉਹ ਮੇਰੇ ਪਰਸ ਦੇ ਵਿੱਚ ਸੀਗੀ, ਉਹ ਮੇਰਾ ਬੈਗ ਜਿਹੜਾ ਪਾਇਆ ਹੋਇਆ ਸੀ। ਮੈਂ ਕਿਹਾ ਆਹ ਲਓ ਛੁੱਟੀ, ਮੈਂ ਆਪਣੇ ਡਾਇਰੈਕਟਰ ਤੋਂ ਛੁੱਟੀ ਲੈ ਕੇ ਆਇਆ, ਮੈਂ ਮੰਤਰੀ ਤੋਂ ਛੁੱਟੀ ਲੈ ਕੇ ਆਇਆ, ਤੁਸੀਂ ਫੋਨ ਕਰ ਲਓ। ਤੇ ਮੈਨੂੰ ਜਦੋਂ ਉਹਨਾਂ ਨੇ ਕਿਹਾ ਤੁਹਾਡਾ ਡਿਪਾਰਟਮੈਂਟ ਕਿਹੜਾ, ਮੈਂ ਕਿਹਾ ਵੈਲਫੇਅਰ ਡਿਪਾਰਟਮੈਂਟ ਹੈ। ਤੇ ਵੈਲਫੇਅਰ ਕੀ ਕਰਦਾ ਹੁੰਦਾ, ਮੈਂ ਉਹਨਾਂ ਨੂੰ ਦੱਸਿਆ ਵੀ ਜਿਹੜੇ ਉੱਥੋਂ ਦੇ ਲੋ ਟਰੋਡਲ ਪੀਪਲ ਹੈਗੇ ਆ ਉਹਨਾਂ ਦੀ ਭਲਾਈ ਲਈ ਅਸੀਂ ਕੰਮ ਕਰਦੇ ਹਾਂ। ਤੇ ਉਹ ਹੈਰਾਨ ਜੇ ਹੋ ਗਏ ਆ, ਨਹੀਂ ਪੰਜਾਬ 'ਚ ਲੋ ਟਰੋਡਲ ਨੂੰ ਇਹ ਕੀ ਹੁੰਦੇ ਆ? ਫਿਰ ਮੈਨੂੰ ਦੱਸਿਆ ਗਰੀਬ ਜਿਹੜੇ ਮਤਲਬ ਇਸ ਤਰ੍ਹਾਂ ਕਾਸਟਿਜ਼ਮ ਦੇ ਸ਼ਿਕਾਰ ਨੇ, ਰੇਸਿਜ਼ਮ ਦੇ ਸ਼ਿਕਾਰ ਨੇ, ਕਈ ਕੁਝ ਦੱਸਿਆ ਉਹਨਾਂ ਨੂੰ। ਤੇ ਬੜੇ ਹੈਰਾਨ ਹੋਏ ਇਸ ਗੱਲ ਦੇ ਵਿੱਚ। ਆਂਦੇ ਸਿੱਖਾਂ ਦੇ ਵਿੱਚ ਵੀ ਹੁੰਦੀ ਹੈ ਗੱਲ, ਸਿੱਖਾਂ ਦੇ ਵਿੱਚ ਵੀ ਹੁੰਦਾ ਜਾਤੀਵਾਦ। ਉਹਨਾਂ ਲਈ ਇਹ ਹੈਰਾਨੀ ਦੀ ਗੱਲ ਸੀਗੀ। ਤੇ ਬਾਕੀ ਦੁਨੀਆ ਸਾਰੀ ਮੇਰੇ ਖਿਆਲ ਬਹੁਤੇ ਪ੍ਰਾਂਤਾਂ ਵਾਲੇ ਵੀ ਇਸ ਤਰ੍ਹਾਂ ਸੋਚਦੇ ਆ ਵੀ ਉੱਥੇ ਸਿੱਖ ਦਾ ਅਰਥ ਸਿੱਖ ਹੈ, ਕੋਈ ਇਸ ਤਰ੍ਹਾਂ ਦਾ ਕੋਈ ਕਾਸਟਾਂ ਨਹੀਂ ਹੈਗੀਆਂ ਉੱਥੇ। ਪਰ ਆਪਾਂ ਜਿਹੜੀ ਧਰਾਤਲ ਤੇ ਜੋ ਹੈਗਾ ਆਪਾਂ ਜਾਣਦੇ ਹਾਂ। ਮੈਂ ਤਾਂ ਕਈ ਮਾਮਲਿਆਂ ਦੇ ਵਿੱਚ ਇਹ ਵੀ ਕਹਿੰਦਾ ਹੁੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਕਾਸਟਿਜ਼ਮ ਬਾਕੀ ਸੂਬਿਆਂ ਨਾਲੋਂ ਜ਼ਿਆਦਾ ਰਿਜੜ ਹੈ। ਹੁਣ ਇੱਕ ਯੂਪੀ ਦੇ ਵਿੱਚ ਜੇ ਜਾਤੀਵਾਦ ਹੁੰਦਾ ਹੈ ਤਾਂ ਬੜਾ ਕਹਿ ਲਓ ਅਨਕੌਂਸ਼ੀਅਸ ਪੱਧਰ ਤੇ ਹੁੰਦਾ ਹੈ। ਇੱਕ ਦਲਿਤ ਮਜ਼ਦੂਰ ਨਾਲ ਜਾਤੀਵਾਦ ਹੁੰਦਾ ਹੈ, ਉਹ ਮਤਲਬ ਬੜੇ ਸਧਾਰਨ ਪੱਧਰ ਤੇ ਹੁੰਦਾ ਹੈ। ਪਰ ਪੰਜਾਬ ਦੇ ਵਿੱਚ ਜਿਹੜਾ ਜਾਤੀਵਾਦ ਕੀਤਾ ਜਾਂਦਾ ਉਹ ਪੜ੍ਹਿਆ ਲਿਖਿਆ ਵੱਲੋਂ ਕੀਤਾ ਜਾਂਦਾ ਹੈ, ਉਹ ਬੜਾ ਚੇਤਨ ਪੱਧਰ ਤੇ ਕੀਤਾ ਜਾਂਦਾ। ਜਿਹੜੀ ਉਹਦੀ ਮਾਰ ਆ ਨਾ ਉਹ ਬਹੁਤ ਜ਼ਿਆਦਾ ਤਿੱਖੀ ਹੁੰਦੀ ਹੈ ਤੇ ਬੜੀ ਲੂਹ ਸੁੱਟਣ ਵਾਲੀ ਹੁੰਦੀ ਹੈ। ਜਿੰਨਾ ਵੱਧ ਪੜ੍ਹਿਆ ਹੋਊਗਾ ਉਹਨਾਂ ਵੱਡਾ ਉਹ ਜਾਤੀਵਾਦੀ ਹੈ, ਤੇ ਉਹਨੇ ਉਹਦੀ ਜਿਹੜੀ ਜਾਤੀਵਾਦ ਦੀ ਮਾਰ ਵੀ ਉਨੀ ਹੈਗੀ ਆ। ਕਿਉਂਕਿ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕਿਵੇਂ ਜਿਹੜੇ ਆ ਮੁਲਾਜ਼ਮ ਜਾਤੀਵਾਦ ਦੇ ਆਧਾਰ ਤੇ ਵੰਡੇ ਹੋਏ ਆ, ਕਿਵੇਂ ਇੱਕ ਦੂਜੇ ਦਾ ਰਿਕਾਰਡ ਖਰਾਬ ਕਰਦੇ ਆ, ਇਸੇ ਤਰ੍ਹਾਂ ਕਿਵੇਂ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਕਿਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਇਹ ਮੇਰਾ ਖਿਆਲ ਹੈ ਤਾਂ ਸਾਰੇ ਦੇਸ਼ ਦੇ ਵਿੱਚ ਹੀ, ਤੇ ਪਰ ਮੇਰੇ ਖਿਆਲ ਪੰਜਾਬ ਦੇ ਵਿੱਚ ਇਹ ਬੜੇ ਤਿੱਖੇ ਪੱਧਰ ਤੇ ਹੈ। ਕਿਉਂਕਿ ਇੱਥੇ ਜਿਹੜੀ ਦਲਿਤਾਂ ਦੇ ਵਿੱਚ ਚੇਤਨਾ ਵੀ ਦੂਜਿਆਂ ਪ੍ਰਾਂਤਾਂ ਦੇ ਮੁਕਾਬਲੇ ਜ਼ਿਆਦਾ ਹੈ, ਤੇ ਜਿਹੜੇ ਚੇਤਨ ਲੋਕਾਂ ਦੇ ਨਾਲ ਫਿਰ ਉਹਨਾਂ ਨੂੰ ਰੰਜਿਸ਼ ਵੀ ਜ਼ਿਆਦਾ ਹੈ, ਵੀ ਉੱਭਰ ਰਹੇ ਹੈ। ਇੱਥੇ ਫਿਰ ਮਤਲਬ ਉਸ ਆਵਾਜ਼ ਨੂੰ ਦਬਾਉਣ ਵਾਸਤੇ ਉਹਨੇ ਪੱਧਰ ਤੇ ਪ੍ਰਤੀਕਿਰਿਆ ਵੀ ਹੁੰਦੀ ਹੈ। ਇੱਥੇ ਇਸੇ ਕਰਕੇ ਬੰਤ ਸਿੰਘ ਝੱਬਰ ਵਰਗਿਆਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਕੀ ਕੁਝ ਹੁੰਦਾ ਤੁਸੀਂ ਲਿਖਿਆ ਹੀ ਆਪ ਲਿਖਿਆ ਹੋਇਆ। ਜਿਹੜੀ ਗੱਲ ਮੈਂ ਹੋਰ ਪੁੱਛਣਾ ਚਾਹ ਰਹੀ ਸਾਂ, ਜਿਹੜੀ ਦੱਸਾਂ ਜੀ ਮੈਂ ਗੱਲ ਕਰਦਾ ਲਈ ਔਰਤਾਂ ਵਾਲੀ ਗੱਲ ਹੈਗੀ ਹੈ। ਮੇਰੇ ਖਿਆਲ ਔਰਤ ਜਿਹੜੀ ਹੈਗੀ ਹੈ ਤਾਂ ਗੁਲਾਮਾਂ ਦੀ ਗੁਲਾਮ ਹੈ, ਕਿਉਂਕਿ ਦਲਿਤ ਗੁਲਾਮ ਹੈ ਤੇ ਤਾਂ ਦਲਿਤਾਂ ਦੀ ਵੀ ਕਹਿੰਦਾ ਦਲਿਤ ਹੈ। ਪਰ ਇਹ ਢੰਗ ਦਾ ਮੈਂ ਆਪ ਹੈਰਾਨ ਹੋਣ ਨਾਲ ਵੀ ਮਤਲਬ ਕਿਉਂ ਨਹੀਂ ਕੋਈ ਆਵਾਜ਼ ਆ ਰਹੀ, ਕੋਈ ਵੀ ਗਿਣਤੀ ਦੇ ਵਿੱਚ ਜਿਹੜੀਆਂ ਲੇਖਕਾਵਾਂ ਹੈਗੀਆਂ, ਪਰ ਮੈਨੂੰ ਕੋਈ ਵੀ ਰਚਨਾ ਕੁਲਬੀਰ ਬਡੇਸਰੋਂ ਦੀ ਇੱਕ ਕਹਾਣੀ ਨਜ਼ਰ ਆਈ ਹੈ, ਤੇ ਜਾਂ ਮਤਲਬ
ਆਪਣੀ ਤ੍ਰਿਪਤਾ ਕੇ ਸਿੰਘ ਦੀ ਇੱਕ ਕਹਾਣੀ ਹੈਗੀ ਆ, ਪਰ ਉਹ ਵੀ ਉਸ ਤਿੱਖੇ ਪੱਧਰ ਤੇ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਪਰ ਚਲੋ ਸ਼ੁਰੂਆਤ ਤੇ ਹੋਈ ਹੈ, ਸੁਣ ਕੇ ਚੰਗਾ ਲੱਗਿਆ ਕਿ ਹਾਂ ਕੁਝ ਬਿਲਕੁਲ ਬਿਲਕੁਲ। ਕਹਾਣੀਆਂ ਇਹਨਾਂ ਲੇਖਕਾਵਾਂ ਤੋਂ, ਦੋਨਾਂ ਭੈਣ ਤ੍ਰਿਪਤਾ ਤੋਂ ਤੇ ਕੁਲਵੀਰ ਬਿਡੇਸਰੋਂ ਤੋਂ ਆਸ ਹੈਗੀ ਹੈ ਵੀ ਇਹ ਹੋਰ ਵੱਡੇ ਪੱਧਰ ਤੇ ਜਿਹੜੀਆਂ ਮਤਲਬ ਗੱਲ ਨੂੰ ਲੈ ਕੇ ਜਾਣਗੀਆਂ, ਕਿਉਂਕਿ ਦਲਿਤ ਔਰਤ ਦਾ ਜਿਹੜਾ ਦਿਖਾਂਤ ਆ ਨਾ ਉਹ ਬਹੁਤ ਮਹੀਨ ਰੂਪ ਵਿੱਚ ਚਿਤਰਿਆ ਜਾਣ ਦੀ ਲੋੜ ਹੈਗੀ ਹੈ। ਇਹ ਇੱਕ ਗੱਲ ਜਿਹੜੀ ਮੇਰੇ ਦਿਮਾਗ ਵਿੱਚ ਆ ਰਹੀ ਸੀ, ਜਦੋਂ ਲਿਟਰੇਚਰ ਪ੍ਰੋਮਿਨੈਂਸ ਮੈਨੂੰ ਸਾਡਾ ਵੱਡਾ ਲੇਖਕ ਮੈਂ ਨਾ ਜਿਹੜਾ ਨਾ ਇੰਡਸਟਰੀ ਬਣ ਗਿਆ, ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਕਿਸੇ ਵੇਲੇ ਤੁਹਾਡਾ ਲੈਫਟ ਲਿਟਰੇਚਰ ਇੰਡਸਟਰੀ ਸੀ, ਫਿਰ ਨਾਰੀਵਾਦ ਲਿਟਰੇਚਰ ਇੰਡਸਟਰੀ ਸੀ, ਤੇ ਪਹਿਲੇ ਲਿਟਰੇਚਰ ਇੰਡਸਟਰੀ ਬਣ ਗਿਆ, ਤੁਸੀਂ ਕਿਉਂ ਘਬਰਾ ਰਹੇ ਹੋ? ਪਰ ਇੱਕ ਘਬਰਾਹਟ ਵੀ ਹੈ ਬਾਕੀ ਮੈਨੂੰ ਬਿਲਕੁਲ ਕਈ ਵਾਰ ਕਹਿ ਦਿੰਦੇ ਆ ਵੀ ਤੁਸੀਂ ਕੁਝ ਜ਼ਿਆਦਾ ਨਹੀਂ ਦਲਤਵਾਦ ਖਿਲਾਰ ਰਹੇ ਆਪਣੀਆਂ ਰਚਨਾਵਾਂ ਦੇ ਵਿੱਚ, ਤੇ ਤੁਸੀਂ ਹੋਰ ਲੋਕਾਂ ਬਾਰੇ ਵੀ ਲਿਖੋ। ਮੈਂ ਕਿਹਾ ਲਿਖਦੇ ਹਾਂ, ਹੋਰ ਲੋਕਾਂ ਬਾਰੇ ਵੀ ਲਿਖਦੇ ਹਾਂ, ਪੂਰੀ ਸੁਸਾਇਟੀ ਬਾਰੇ ਲਿਖਿਆ ਜਾ ਰਿਹਾ। ਅਸੀਂ ਤਾਂ ਇਹ ਮੰਨਦੇ ਹਾਂ ਕਿ ਸਮਾਜ ਦੇ ਵਿੱਚ ਜਿਹਦੇ ਨਾਲ ਵੀ ਜ਼ੁਲਮ ਹੁੰਦਾ ਹੈ, ਜ਼ਿਆਦਤੀ ਹੁੰਦੀ ਹੈ, ਬੇਇਨਸਾਫੀ ਹੁੰਦੀ, ਜਾਂ ਜਿਹੜੇ ਵੀ ਇਨਸਾਨ ਦਾ ਸ਼ੋਸ਼ਣ ਹੁੰਦਾ ਹੈ, ਉਹ ਔਰਤ ਦਾ ਹੁੰਦਾ ਹੈ ਜਾਂ ਥਰਡ ਜੈਂਡਰ ਦਾ ਹੁੰਦਾ ਹੈ, ਕਿਸੇ ਦਾ ਵੀ ਹੁੰਦਾ, ਉਹ ਦਲਿਤ ਹੈ ਸਾਡੀ ਨਿਗਾਹ ਦੇ ਵਿੱਚ। ਫਿਰ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਹੈ ਵੀ ਜੇ ਦਲਿਤਾਂ ਬਾਰੇ ਤੁਸੀਂ ਲਿਖਿਆ ਹੁੰਦਾ ਫਿਰ ਸਾਨੂੰ ਲਿਖਣ ਦੀ ਲੋੜ ਪੈਣੀ ਨਹੀਂ ਸੀਗੀ, ਕਰਕੇ ਕਿਉਂਕਿ ਤੁਸੀਂ ਨਹੀਂ ਲਿਖਿਆ ਫਿਰ ਸਾਨੂੰ ਲਿਖਣਾ ਪੈ ਰਿਹਾ ਹੈ। ਤੇ ਇਹਨੂੰ ਤੁਸੀਂ ਫੈਸ਼ਨ ਕਹਿ ਲਓ, ਇਹਨੂੰ ਤੁਸੀਂ ਬ੍ਰਾਂਡ ਕਹਿ ਲਓ, ਇਹਨੂੰ ਤੁਸੀਂ ਟ੍ਰੈਂਡਸੈਟ ਕੁਝ ਵੀ ਕਹਿ ਲੈਣ ਜੀ, ਇਹ ਉਹਨਾਂ ਦੀ ਮਰਜ਼ੀ ਹੈ। ਵੈਸੇ ਇੱਕ ਵੱਖਰੀ ਧਾਰਾ ਵਜੋਂ ਪ੍ਰਵਾਨ ਹੋ ਰਿਹਾ, ਤਾਂ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਜਿਨ੍ਹਾਂ ਨੂੰ ਅਸੀਂ ਦਲਿਤ ਲੇਖਕ ਨਹੀਂ ਕਹਿ ਰਹੇਗੇ ਹਨਾ, ਉਹਨਾਂ ਨੇ ਵੀ ਕਹਾਣੀਆਂ ਲਿਖੀਆਂ। ਮੈਂ ਵਰਣਨ ਕਰਨਾ ਚਾਹੂੰਗਾ ਖਾਸ ਤੌਰ ਤੇ ਹਰਜਿੰਦਰ ਸੂਰੇਵਾਲੀਆ ਦੀ ਕਹਾਣੀ ਹੈ ਇੱਕ, ਕੁਝ ਵੀ ਤੇ ਨਹੀਂ ਬਦਲਿਆ। ਮਾਲ ਦੀ ਉਹਦੇ ਚ ਜਿਹੜੀ ਆ ਮਾਰਮਕ ਕਹਾਣੀ ਆ, ਉਹ ਕਿਸ ਤਰ੍ਹਾਂ ਮਤਲਬ ਜਿਹੜਾ ਅੱਜ ਤੋਂ ਜਿਹੜਾ 50 ਸਾਲ ਪਹਿਲਾਂ ਉਹਨਾਂ ਨਾਲ ਜ਼ੁਲਮ ਜ਼ਿਆਦਤੀ ਹੁੰਦੀ ਸੀ, ਉੱਥੇ ਹੀ ਖੜੇ ਆ ਦਲਿਤ, ਕੁਝ ਵੀ ਨਹੀਂ ਬਦਲਿਆ ਹੈਗਾ। ਕੀ ਭਾਵੇਂ ਉਹ ਸਰਕਾਰ ਦੀਆਂ ਸਕੀਮਾਂ ਨੇ, ਭਾਵੇਂ ਗੈਰ ਸਰਕਾਰੀ ਪੱਧਰ ਤੇ ਯਤਨ ਆ, ਤੇ ਭਾਵੇਂ ਸਰਕਾਰੀ ਪੱਧਰ ਤੇ ਯਤਨ ਹੈ, ਬਦਲਿਆ ਤਾਂ ਕੁਝ ਵੀ ਨਹੀਂ ਹੈਗਾ, ਉੱਥੇ ਹੀ ਖੜੇ ਆ। ਜੇ ਮਤਲਬ ਮੈਂ ਸਮਝਦਾ ਸਾਰੇ ਲੇਖਕ ਇਸ ਗੱਲ ਨੂੰ ਲੈ ਕੇ ਜਾਣ। ਮੈਂ ਇੱਕ ਗੱਲ ਮੰਨਦਾ ਹੁੰਦਾ, ਲੇਖਕ ਅਸਲ ਵਿੱਚ ਉਹੀ ਲੇਖਕ ਹੈ ਜਿਹੜਾ ਦਲਿਤ ਲੋਕਾਂ ਬਾਰੇ ਲਿਖਦਾ ਹੈ, ਉਹੀ ਲੇਖਕ ਹੁੰਦਾ, ਹੋਰ ਲੇਖਕ ਹੀ ਨਹੀਂ ਹੁੰਦਾ ਹੈਗਾ। ਤੇ ਦਲਿਤ ਕੌਣ ਹੁੰਦਾ ਹੈ? ਦਲਿਤ ਉਹ ਹੁੰਦਾ ਵਾ ਜਿਹਦੇ ਨਾਲ ਜ਼ੁਲਮ ਜ਼ਿਆਦਤੀ ਹੁੰਦੀ ਹੈ। ਅੱਛਾ, ਹੁਣ ਬਹੁਤ ਸਾਰੇ ਲੋਕ ਉਤਸੁਕ ਨੇ ਤੁਹਾਡੇ ਨਾਲ ਗੱਲਾਂ ਕਰਨ ਵਾਸਤੇ। ਜੀ ਜੀ ਜੀ। ਮੇਰੀ ਇੱਕ ਫਰਮਾਇਸ਼ ਹੈ ਕਿ ਇੱਕ ਨਜ਼ਮ ਸੁਣਾ ਦਿਓ, ਫਿਰ ਗੱਲਾਂ ਤੁਹਾਡੇ ਸੁਣਨ ਵਾਲਿਆਂ ਨਾਲ। ਇਹਦੇ ਚ ਨਾ ਨਜ਼ਮਾਂ ਵਾਲੇ ਬੰਦੇ ਬਹੁਤ ਹੈਗੇ ਨੇ, ਖਾਸ ਤੌਰ ਤੇ ਸਵਾਮੀ ਅੰਤਰਨੀਰਵ ਜੀ ਵਰਗੇ ਬੈਠੇ ਨੇ, ਦਵਿੰਦਰ ਸੈਫ ਜੀ ਵਰਗੇ ਬੈਠੇ ਨੇ, ਤੇ ਲੱਗਦਾ ਤਾਂ ਬੜਾ ਔਖਾ ਕੰਮ ਹੈ। ਮੈਂ ਇੱਕ ਨਜ਼ਮ ਸੁਣਾਉਣਾ ਜੀ ਤੁਹਾਨੂੰ। ਮਾਂ ਕਵਿਤਾ ਲਿਖਦੀ। ਹਾਂਜੀ, ਮਾਂ ਕਵਿਤਾ ਲਿਖਦੀ। ਅੱਛਾ। ਮਾਂ ਬੜੀਆਂ ਕਵਿਤਾਵਾਂ ਲਿਖਦੀ, ਬਿਨਾਂ ਕਾਗਜ਼ ਬਿਨਾਂ ਕਲਮ। ਮਾਂ ਬੜੀਆਂ ਕਵਿਤਾਵਾਂ ਲਿਖਦੀ, ਬਿਨਾਂ ਕਾਗਜ਼ ਬਿਨਾਂ ਕਲਮ। ਅੰਮ੍ਰਿਤ ਵੇਲੇ ਉੱਠਦੀ, ਦਿਨ ਦਾ ਮਤਲਾ ਪੜ੍ਹਦੀ। ਅੰਮ੍ਰਿਤ ਵੇਲੇ ਉੱਠਦੀ, ਦਿਨ ਦਾ ਮਤਲਾ ਪੜ੍ਹਦੀ, ਬੌਕਰ ਬਹਾਰੀ ਕਰਦੀ, ਵਿਹੜਾ ਖਿੜਦਾ, ਗੋਹਾ ਮਿੱਟੀ ਫੇਰਦੀ, ਫੁੱਲ ਝੜੀਆਂ ਖਿੜਦੀਆਂ, ਕੰਧਾਂ ਲਿਪਦੀ, ਖੁਸ਼ਬੂਆਂ ਖਿੰਡਦੀਆਂ, ਮਾਂ ਮਿੱਟੀ ਦੇ ਤੋਤਿਆਂ 'ਚ ਜਾਨ ਪਾ ਦਿੰਦੀ। ਕੀ ਬਾਤ, ਵਾਹ। ਮਾਂ ਪੱਠੇ ਪਾਉਂਦੀ, ਪਸ਼ੂਆਂ ਨਾਲ ਗੱਲਾਂ ਕਰਦੀ। ਮਾਂ ਪੱਠੇ ਪਾਉਂਦੀ, ਪਸ਼ੂਆਂ ਨਾਲ ਗੱਲਾਂ ਕਰਦੀ, ਕਟਰੂਆਂ ਵਸ਼ਰੂਆਂ ਨੂੰ ਲੋਰੀਆਂ ਸੁਣਾਉਂਦੀ। ਪੁੱਛ ਪੁੱਛ ਕਰਦੀ, ਥਣ ਪਸਮਾਉਂਦੀ, ਧਾਰਾਂ ਕੱਢਦੀ, ਗੀਤ ਗਾਉਂਦੀ। ਮਾਂ ਭਾਂਡੇ ਧੋ ਧੋ ਅੱਖਰਾਂ ਵਾਂਗ ਚਿਣਦੀ। ਮਾਂ ਭਾਂਡੇ ਧੋ ਧੋ ਅੱਖਰਾਂ ਵਾਂਗ ਚਿਣਦੀ, ਰਜਾਈਆਂ ਨਗੰਦਦੀ, ਤੋਲ ਤਕਾਂਤ ਵਿੱਚ ਪੂਰੀਆਂ। ਮੰਜੇ ਪੀੜੀਆਂ ਬੁਣਦੀ, ਨਵੇਂ ਅਲੰਕਾਰ ਘੜਦੀ, ਗਲੋਟੇ ਅਟੇਰਦੀ, ਰਬਾਈਆਂ ਲਿਖੀ ਜਾਂਦੀ। ਮਾਂ ਪੀਹਨ ਕਰਦੀ,
ਦਾਣਿਆਂ ਤੇ ਹੁਸਨ ਆਉਂਦਾ, ਚਾਦਰਾਂ ਕੱਢਦੀ, ਸੂਈ ਨਾਲ ਸ਼ਬਦ ਪਰੋਂਦੀ, ਸੇਵੀਆਂ ਵੱਟਦੀ, ਆਟਾ ਗੁੰਨਦੀ, ਸਾਗ ਚੀਰਦੀ, ਪੇੜੇ ਕਰਦੀ, ਮਾਂ ਜੋ ਵੀ ਕਰਦੀ ਲੈ ਵਿੱਚ ਕਰਦੀ। ਮਾਂ ਨਾ ਜਾਣੇ ਅੱਖਰ ਪਾਉਣੇ, ਮਾਂ ਨਾ ਜਾਣੇ ਅੱਖਰ ਪਾਉਣੇ, ਨਾ ਅੱਖਰਾਂ ਤੋਂ ਸ਼ਬਦ ਬਣਾਉਣੇ, ਸ਼ਬਦਾਂ ਤੋਂ ਫਿਰ ਵਾਕ ਵਰਤਣੇ। ਮਾਂ ਨਾ ਜਾਣੇ ਅੱਖਰਾਂ ਤੋਂ ਹੀ ਕਵੀ ਲੋਕ ਕਵਿਤਾਵਾਂ ਸਿਰਜਣ। ਮਾਂ ਤਾਂ ਬਸ ਇੰਨਾ ਹੀ ਜਾਣੇ, ਮਾਂ ਤਾਂ ਬਸ ਇੰਨਾ ਹੀ ਜਾਣੇ, ਬੱਦਲ ਜੇਕਰ ਉੱਚੀ ਗਰਜਨ, ਕੱਚੇ ਕੋਠੇ ਡਰ ਜਾਂਦੇ ਨੇ। ਝੱਖੜ ਝਾਂਬੇ ਡੇਗ ਆਲਣੇ, ਵੋਟਾਂ ਦਾ ਵੱਧ ਕਰ ਜਾਂਦੇ ਨੇ। ਮਾਂ ਦੀਆਂ ਅੱਖਾਂ ਵਿਚਲੇ ਸੁਪਨੇ ਅੱਧ ਵਿਚਾਲੇ ਮਰ ਜਾਂਦੇ ਨੇ। ਮਾਂ ਤਾਂ ਬਸ ਇੰਨਾ ਹੀ ਜਾਣੇ। ਇਹੋ ਜਿਹੇ ਮੌਕੇ ਦੇ ਉੱਤੇ ਮਾਂ ਦੀ ਸਭ ਤੋਂ ਵੱਡੀ ਕਵਿਤਾ, ਇਹੋ ਜਿਹੇ ਮੌਕੇ ਦੇ ਉੱਤੇ ਮਾਂ ਦੀ ਸਭ ਤੋਂ ਵੱਡੀ ਕਵਿਤਾ। ਮਾਲਕਾ ਸਭ ਨੂੰ ਠੰਡ ਵਰਤਾਈ, ਮਾਲ ਮਨੁੱਖੀ ਸੁੱਖ ਰੱਖੀ। ਮਾਲਕਾ ਸਭ ਨੂੰ ਠੰਡ ਵਰਤਾਈ, ਮਾਲ ਮਨੁੱਖੀ ਸੁੱਖ ਰੱਖੀ। बहुत बहुत खूबसूरत, बहुत खूबसूरत। वाह, बहुत बहुत कमाल। और यकीन मनो मेरिया अखां ते भारी आईयां ने ते ऑडियंस दे विचों जिहड़े चैट बॉक्स दे विच लिख रहे ने उन्हां दे भी कोई तासुरात इहो ਜਿਹੇ ने कि कमाल। अखां सारियां ਦੀਆਂ ਭਰੀਆਂ ਨਮ ਹੋ ਗਈਆਂ। ਇੱਕ ਮਾਂ ਦੇ ਵਿੱਚੋਂ ਇੱਕ ਇਹੋ ਜਿਹਾ ਚਿਤਰਨ ਬਾ ਕਮਾਲ। ਇਹਦੇ ਨਾਲ ਹੀ ਸਾਡੇ ਕੋਲ ਨਾ ਇੱਕ ਹੋਰ ਰਿਕੁਐਸਟ ਆਈ ਹੈ ਕਿ ਇੱਕ ਸਕੂਲ ਦੀ ਕੋਈ ਤੁਹਾਡੀ ਕਵਿਤਾ ਹੈ, ਸਰਕਾਰੀ ਸਕੂਲ ਦਲਿਤ ਸਕੂਲ। ਉਹ ਲੰਮੀ ਕਵਿਤਾ ਜੀ, ਬਹੁਤ ਕਾਫੀ ਲੰਮੀ ਆ, ਉਹ ਸਮਾਂ ਲੱਗੂਗਾ, ਮੈਂ ਤਾਂ ਕਹਿਣਾ ਲੰਮੀ ਕਵਿਤਾ ਜੀ ਉਹ। ਕੋਈ ਤੇ ਅੱਜ ਗੱਲਬਾਤ ਸ਼ੁਰੂ ਹੋਈ ਹੈ ਗੁਰਮੀਤ ਜੀ, ਤੇ ਅਸੀਂ ਅੱਗੇ ਲੈ ਕੇ ਜਾਵਾਂਗੇ। ਔਰ ਮੈਂ ਖਾਸ ਕਰ ਪ੍ਰੀਤੀ ਹੋਰਾਂ ਨੂੰ, ਚਮਕ ਹੋਰਾਂ ਨੂੰ ਇੱਕ ਗੱਲ ਕਹਿਣਾ ਚਾਹ ਰਹੀ ਹਾਂ। ਸਾਡੇ ਪੰਜਾਬੀ ਜੋ ਲਿਖਿਆ ਜਾ ਰਿਹਾ ਨਾ, ਉਹ ਬਾਕੀ ਭਾਸ਼ਾਵਾਂ 'ਚ ਘੱਟ ਪਹੁੰਚਦਾ ਹੈ, ਕਿਉਂਕਿ ਸਾਡੇ ਕੋਲ ਉਸ ਤਰ੍ਹਾਂ ਦੇ ਤਰਜਮਾ ਕਰਨ ਦੇ ਟ੍ਰਾਂਸਲੇਟਰਸ, ਟ੍ਰਾਂਸਲੇਸ਼ਨਸ ਦੇ ਪ੍ਰੋਜੈਕਟਸ, ਤੇ ਸ਼ਾਇਦ ਮਾਝਾ ਹਾਊਸ ਇਸ ਪਾਸੇ ਵੀ ਕੁਝ ਧਿਆਨ ਦੇਵੇ, ਗੱਲ ਬਣੇ। बिल्कुल। हाँ जी, हाँ, great idea। हाँ नीरू, प्रीति जी, we are really behind। हाँ जी, I really believe कि that is a thing which should be done because mainstream में publishers को कुछ पता ही नहीं है, so you know। ਪ੍ਰੀਤੀ ਜੀ, ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਜਦੋਂ ਨਾਵਲ ਪੜ੍ਹਿਆ ਰੂਪਮਾ ਜੀ ਨੇ, ਹਾਂਜੀ ਬਿਲਕੁਲ, ਰੂਪਮਾ ਜੀ ਨੇ ਇੱਕ ਗੱਲ ਜਿਹੜੀ ਮੈਨੂੰ ਕਹੀ, ਮੈਨੂੰ ਬੜੀ ਉਹ ਮਤਲਬ ਯਾਦ ਆਉਂਦੀ, ਵਾਰ-ਵਾਰ ਹੀ ਆਉਂਦੀ ਰਹਿੰਦੀ ਹੈ। ਉਹ ਕਹਿੰਦੀ ਜੇ ਕਮਜ਼ੋਰੀ ਆ ਸਾਡੀ ਇਹ ਪੰਜਾਬੀਆਂ ਦੀ ਖਾਸ ਤੌਰ ਤੇ, ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਕੋਈ ਰਚਨਾ ਲਿਖੀ ਹੋਵੇ ਤੇ ਉਹਦੀ ਬੜੀ ਬੱਲੇ ਬੱਲੇ ਕਰਦੇ ਆ। ਜੇ ਮੰਨ ਲਓ ਇਹੀ ਤੇਰਾ ਨਾਵਲ ਜਿਹੜਾ ਇੰਗਲਿਸ਼ ਦੇ ਵਿੱਚ ਲਿਖਿਆ ਹੁੰਦਾ ਤਾਂ ਉਹਨਾਂ ਨੇ ਟਰਾਂਸਲੇਟ ਕਰ ਲੈਣਾ ਪੰਜਾਬੀ ਦੇ ਵਿੱਚ, ਕਹਿਣਾ ਬੱਲੇ ਬੱਲੇ ਬਾਹ ਕਮਾਲ ਨਾਵਲ, ਵੀ ਤਬਾਹੀ ਆ ਗਈ, ਵੀ ਆਹ ਤਾਂ ਸ਼ਾਹਕਾਰ ਹੈ। ਤੇ ਕਿਉਂਕਿ ਹੁਣ ਇਹ ਪੰਜਾਬੀ 'ਚ ਲਿਖਿਆ ਤੇ ਹੋ ਸਕਦਾ ਕੋਈ ਪੁੱਛੇ ਨਾ, ਤਾਂ ਇਹਦੇ ਜਿਹੜੀ ਹੈ ਟਰਾਂਸਲੇਸ਼ਨ ਹੋ ਕੇ ਮੈਨੂੰ ਕਹਿੰਦੇ ਇਹ ਜਾਣਾ ਚਾਹੀਦਾ ਇੰਗਲਿਸ਼ ਦੇ ਵਿੱਚ, ਇੱਧਰ ਜਾਣਾ ਚਾਹੀਦਾ, ਹਿੰਦੀ 'ਚ ਜਾਣਾ ਚਾਹੀਦਾ। ਇਹ ਤਾਂ ਹੁਣ ਫਿਰ ਚਲੋ ਭਵਿੱਖ ਦੀ ਗੱਲ ਆ। ਪਰ ਮੇਰਾ ਇੱਕ ਦੋਸਤ ਹੈਗਾ ਡਿੰਪਲ, ਬਹੁਤ ਅੱਛਾ ਵਧੀਆ ਹੈਗਾ, ਪਤਾ ਨਹੀਂ ਸੁਣ ਰਿਹਾ, ਅੱਜ ਜੁੜਿਆ ਕਿ ਨਹੀਂ, ਨਾਲ ਜੁੜਿਆ ਮੈਨੂੰ ਪਤਾ ਨਹੀਂ ਲੱਗ ਰਿਹਾ। ਤੇ ਉਹ ਕਹਿ ਰਿਹਾ ਸੀਗਾ ਮੈਂ ਕਰਨਾ, ਇਹਦਾ ਟਰਾਂਸਲੇਸ਼ਨ ਕਰਨੀ ਹੈ। ਤੇ ਬਾਕੀ ਸ਼ੋਆਂ ਰੂਪਮਾ ਜੀ ਨੇ ਕਿਹਾ ਸੀਗਾ ਲਈ ਮੈਂ ਕੋਈ ਟੱਚਿੰਗ ਜਿਹੜੀ ਕਰਨ ਵਾਲੀ ਹੋਈ नहीं मैं कर दूं। हाँ जी, जब भी ये तैयार हो जाएगी आपकी ट्रांसलेशन, आप मेरे से प्लीज जरूर कांटेक्ट करिए। आई वुड हैप्पीली डू इट, क्योंकि एक मैं लिटरेरी एजेंट भी हूँ, सो मैं सारे पब्लिशर्स के साथ कांटेक्ट रखती हूँ एंड इट विल बी मे बी अ लिटिल बिट ईजियर दिखाने के लिए लोगों को। ਬਿਲਕੁਲ ਬਿਲਕੁਲ। ਜਿਹੜੇ ਅਨੁਵਾਦਕ ਨੇ, ਹੁਣ ਮੈਂ ਤਾਂ ਕਹਿੰਦਾ ਮੈਂ ਰੂਪਮਾ ਜੀ ਜਿਹੜੇ ਆ ਸਾਡੇ ਇੱਕ ਬ੍ਰਿਜ ਨੇ ਜਿਹੜੇ ਭਾਸ਼ਾਵਾਂ ਦੇ ਵਿੱਚ, ਪੰਜਾਬੀ ਦੇ ਵਿੱਚ ਤੇ ਇੰਗਲਿਸ਼ ਦੇ ਤੇ ਹੋਰ ਭਾਸ਼ਾਵਾਂ ਦੇ, ਤੇ ਤੁਸੀਂ ਵੀ ਜਾਂ ਹੋਰ ਜਿਹੜੇ ਵੀ ਅਨੁਵਾਦਕ ਨੇ ਇਸ ਤਰ੍ਹਾਂ ਦੇ, ਉਹ ਪੁਲ ਦਾ ਕੰਮ ਕਰਦੇ ਨੇ। ਤੇ ਕੋਈ ਮੈਨੂੰ ਵੀ ਇਸ ਤਰ੍ਹਾਂ ਦਾ ਕੋਈ ਪੁਲ ਮਿਲ ਜੂਗਾ ਜਿਹੜਾ ਦੂਸਰੀ ਭਾਸ਼ਾ 'ਚ ਲੈ ਜਾਊਗਾ। We just need good translators, na Neeru? हाँ, translators। नहीं, but a very valid idea, प्रीति जी। जे ਅਸੀਂ ਇਹਦੇ ਉੱਤੇ ਕੰਮ ਕਰਾਂਗੇ ਤੇ ਡੈਫੀਨੇਟਲੀ ਸਾਰੇ ਕੋ ਟ੍ਰਾਂਸਲੇਟਰ ਵੀ ਮਿਲ ਜਾਣਗੇ। I think that's somebody saying ਪ੍ਰੀਤੀ ਜੀ ਤੁਸੀਂ ਵੀ ਪੰਜਾਬੀ ਵਿੱਚ ਬੋਲੋ ਤਾਂ ਹੋਰ ਵੀ ਅੱਛਾ ਲੱਗੇ। ਹਾਂਜੀ ਬਿਲਕੁਲ।
जी Yeah, I think that's एक ऐसा we should start thinking about हाँ जी this. बिल्कुल, we should have some project which we can make up to do this. I will be happy to be the bridge. Because साहित्य अकेडमी करती है पर हाँ उन्होंने जी, हाँ, not translations any other poor publishers will होंदियां also be interested. Publishers will be any interested. poor We just होंदियां need कि वो good translators, a workshop, exactly, yeah, a workshop, exactly. and you know, हाँ जी, something. Maybe Neeru, we can plan to do something like that. Yeah, should yeah, set that would be really good. Good idea. Hanji, Arvinder ji, over to you. ਥੈਂਕ ਯੂ ਸੋ ਵੈਰੀ ਮਚ ਨੀਰੂ ਜੀ। ਮੇਰੇ ਕੋਲ ਸੱਚੀ ਅਸੀਂ ਜਿਉਂ-ਜਿਉਂ ਮਾਝਾ ਹਾਊਸ ਦੇ ਰੋਜ਼ ਨਵੀਂ ਗਲਵਕੜੀ ਦੇ ਵਿੱਚ ਇੱਕ ਸਾਂਝ ਪਾਉਂਦੇ ਹਾਂ ਤੇ ਰੋਜ਼ ਨਵਾਂ ਕੁਝ ਸਿੱਖਣ ਨੂੰ ਮਿਲਦਾ ਹੈ। ਅੱਜ ਅਸੀਂ ਕੁਝ ਦਿਨਾਂ ਤੋਂ ਲਗਾਤਾਰ ਇਸ ਕਰਕੇ ਨਹੀਂ ਕਿ ਅੱਜ ਦਾ ਸਾਡਾ ਟੌਪਿਕ ਗੁਰਮੀਤ ਕੜਿਆਲਵੀ ਜੀ ਦੇ ਨਾਲ ਸੀ ਜਾਂ ਅੱਜ ਦਾ ਸੈਸ਼ਨ ਸੀ, ਕੁਝ ਦਿਨਾਂ ਤੋਂ ਅਸੀਂ ਲਗਾਤਾਰ ਸਾਡੀਆਂ ਆਪਣੀਆਂ ਜਿਹੜੀਆਂ ਗੋਸ਼ਟੀਆਂ ਹੁੰਦੀਆਂ ਨੇ ਜਾਂ ਜਿਵੇਂ ਅਸੀਂ ਕੁਝ ਲੋਕ ਇਕੱਠੇ ਹੁੰਦੇ ਹਾਂ, ਕੁਝ ਚਾਹ ਦੇ ਉੱਤੇ ਇਕੱਠੇ ਹੁੰਦੇ ਹਾਂ ਜਾਂ ਸ਼ਾਮ ਨੂੰ ਵੈਸੇ ਕਿਤੇ ਬੈਠਕ 'ਚ ਇਕੱਠੇ ਹੁੰਦੇ ਹਾਂ, ਤਾਂ ਅਸੀਂ ਇਸ ਦਲਿਤ ਜਿਹੜੀ ਧਾਰਾ ਹੈ ਇਹਦੇ ਉੱਤੇ ਜ਼ਰੂਰ ਗੱਲ ਕਰ ਰਹੇ ਕਾਫੀ ਦਿਨਾਂ ਤੋਂ ਔਰ ਲੰਬੀ ਗੱਲ ਚੱਲ ਰਹੀ ਹੈ ਔਰ ਸ਼ਾਇਦ ਇਹ ਡਾਇਮੈਂਸ਼ਨ ਉਹਦੇ ਵਿੱਚ ਵੀ ਨਿਕਲ ਕੇ ਆਈ ਕਿ ਜਿਹੜਾ ਐਸੇ ਲਤਾੜਿਆ ਜਾ ਰਿਹਾ ਉਹ ਕਿਸੇ ਵੀ ਵਰਗ ਤੋਂ ਕਿਉਂ ਨਾ ਹੋਵੇ। ਹਾਲਾਂ ਮੈਂ ਵਰਗਾਂ ਦੇ ਵਿੱਚ ਮੈਂ ਬਿਲਕੁਲ ਬਲੀਵ ਕਰਨ ਵਾਲਾ ਨਹੀਂ, ਮੈਂ ਤੇ ਇੱਕ ਇਨਸਾਨ ਨੂੰ ਇੱਕ ਇਨਸਾਨ ਦੇ ਤੌਰ ਤੇ ਆਪਣੇ ਆਪ ਨੂੰ ਵੀ ਇੱਕ ਇਨਸਾਨ ਦੇ ਤੌਰ ਤੇ ਵੇਖਦਾ। ਪਰ ਇਹ ਵਾਕਿਆ ਅੱਜ ਇਸ ਗੱਲ ਦੇ ਵਿੱਚੋਂ ਬੜੀ ਖੂਬਸੂਰਤ ਗੱਲ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਜ਼ਿਕਰ ਕਰ ਰਹੇ ਹੋ ਔਰ ਇਸ ਜਿੰਨੇ ਵੀ ਸਾਡੇ ਦਰਸ਼ਕ ਨੇ, ਸਰੋਤੇ ਨੇ, ਆਡੀਅנס ਨੇ, ਇਸ ਗੱਲ ਨੂੰ ਘੋਖਣ ਦੀ, ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਮਿਊਟ ਸਪੈਕਟੇਟਰ ਬਣ ਕੇ ਸਮਾਜ ਦੇ ਵਿੱਚ ਵਿਚਰਨਾ ਤੇ ਉਹ ਉਂਝ ਹੀ ਹੈ ਜਿਵੇਂ ਇੱਕ ਸਵੇਰ ਦਾ ਸੂਰਜ ਚੜ੍ਹਨਾ ਤੇ ਸ਼ਾਮ ਨੂੰ ਢਲ ਜਾਣਾ, ਉਹਦੀ ਕੰਟਰੀਬਿਊਸ਼ਨ ਕੀ ਹੈ, ਅਸੀਂ ਉਸ ਤੋਂ ਬਹੁਤ ਵਾਂਝੇ ਰਹਿ ਜਾਂਦੇ ਹਾਂ। ਸੋ ਇਸ ਮੌਕੇ ਤੇ ਮੈਂ ਜ਼ਰੂਰ ਆਡੀਅנס ਜਿਹੜੀ ਜੁੜੀ ਹੈ ਸਾਡੇ ਨਾਲ, ਕੋਈ ਕੁਐਸਚਨ ਇੱਕ ਡਾਕਟਰ ਕੁਲਦੀਪ ਜੀ ਨੇ ਉਹਨਾਂ ਨੇ ਹੱਥ ਰੇਜ਼ ਕੀਤਾ, ਮੈਂ ਉਹਨਾਂ ਨੂੰ ਅਨਮਿਊਟ ਕਰਨ ਵਾਸਤੇ ਰਿਕੁਐਸਟ ਕੀਤੀ ਹੈ। ਪਲੀਜ਼ ਅਨਮਿਊਟ ਯੂਰਸੈਲਫ ਐਂਡ ਯੂ ਕੈਨ ਰੇਜ਼ ਯੂਰ ਕੁਐਸਚਨ। ਜੀ ਡਾਕਟਰ ਕੁਲਦੀਪ। ਤੇ ਬਾਅਦ ਦੇ ਵਿੱਚ ਅਸੀਂ ਇੱਕ ਰਚਨਾ ਤੁਹਾਡੇ ਕੋਲੋਂ ਇੱਕ ਕਵਿਤਾ ਇਨ ਦਾ ਮੀਨਵਾਈਲ ਤੁਸੀਂ ਜ਼ਰੂਰ ਲੱਭ ਲਓ, ਨਜ਼ਮ ਆਪਣੀ ਜਿਹੜੀ ਅਸੀਂ ਤੁਹਾਡੇ ਕੋਲੋਂ ਹੋਰ ਪੰਜਾਬੀ ਸਾਹਿਤ ਦੇ ਨਾਲ ਮਾਂ ਵਰਗੀ ਜਿਹੜੀ ਤੁਸੀਂ ਸੁਣਾ ਦਿੱਤੀ ਹੈ ਤੇ ਸ਼ਾਇਦ ਤਕਰੀਬਨ ਸਭ ਨੂੰ ਅੰਦਰ ਤੱਕ ਹਲੂਣਾ ਦੇ ਗਈ ਹੈ, ਹਿਲਾ ਗਈ ਹੈ ਇਸ ਤਰ੍ਹਾਂ ਦੀ। ਤੇ ਡਾਕਟਰ ਕੁਲਦੀਪ ਜੀ। ਅਰਵਿੰਦਰ ਵੀਰ ਜੀ ਸਤਿ ਸ੍ਰੀ ਅਕਾਲ। ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕੜਿਆਲਵੀ ਵੀਰ ਹੋਰਾਂ ਦਾ, ਉਹਨਾਂ ਨੇ ਮੈਨੂੰ ਅੱਜ ਲਿੰਕ ਭੇਜਿਆ ਸੀ ਕਿ ਜੁੜਨਾ ਹੈ ਔਰ ਮੈਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ, ਇਸ ਲਈ ਮੈਂ ਆਪਣੇ ਆਪ ਨੂੰ ਬਹੁਤ ਚੰਗਾ ਮਹਿਸੂਸ ਕਰ ਰਿਹਾ ਕਿ ਇੰਨੀ ਹੈਲਦੀ ਡਿਸਕਸ਼ਨ ਸੁਣਨੀ। ਮੈਂ ਕੜਿਆਲਵੀ ਵੀਰ ਜੀ ਹੋਰਾਂ ਤੋਂ ਮੇਰਾ ਇੱਕ ਇਹ ਸਵਾਲ ਹੈ ਕਿ ਉਹਨਾਂ ਨੇ ਗੱਲ ਕੀਤੀ, ਮੈਨੂੰ ਖੁਦ ਲੱਗਦਾ ਕਿ ਮੈਨੂੰ ਦਲਿਤਾਂ ਨਾਲ ਜਿਹੜੇ ਵਿਤਕਰਾ ਕਰਦੇ ਨੇ ਉਹਨਾਂ ਨਾਲ ਕੋਈ ਗਿਲਾ ਨਹੀਂ ਹੈ, ਪਰ ਉਹਨਾਂ ਨਾਲ ਗਿਲਾ ਬਹੁਤ ਹੈ ਜਿਹੜੇ ਦਲਿਤ ਹੁੰਦਿਆਂ ਹੋਇਆਂ ਵੀ ਆਪਣੀ ਜਿਹੜੀ ਪਛਾਣ ਹੈ ਉਹ ਲੁਕੋ ਕੇ ਰੱਖਦੇ ਨੇ। ਬਹੁਤ ਚੰਗੇ ਚੰਗੇ ਅਹੁਦਿਆਂ ਤੇ ਨੇ ਜਿਨ੍ਹਾਂ ਨੇ ਮਾਡਲ ਬਣਨਾ ਸੀ, ਜਿਨ੍ਹਾਂ ਨੇ ਉਸ ਵਿਤਕਰੇ ਨੂੰ ਉਹਨਾਂ ਲੋਕਾਂ ਦੇ ਮਨਾਂ ਚੋਂ ਖਤਮ ਕਰਨਾ ਸੀ ਜਿਨ੍ਹਾਂ ਨੇ ਵਿਤਕਰਾ ਹੰਢਾਇਆ ਹੈ, ਜਿਨ੍ਹਾਂ ਨੇ ਬਹੁਤ ਐਵੇਂ ਦਾ ਜਿਹੜਾ ਕਾਸਟਿਜ਼ਮ ਦੇ ਉੱਪਰ ਬਹੁਤ ਕੁਝ ਸੁਣਿਆ। ਔਰ ਕੀ ਐਵੇਂ ਦੀ ਸਾਨੂੰ ਕੋਈ ਕਹਾਣੀ ਮਿਲਦੀ ਹੈ ਕੜਿਆਲਵੀ ਵੀਰ ਜਿਹੜੇ ਆਪਣੀ ਜਾਤੀਗਤ ਪਛਾਣ ਜਿਹੜੇ ਨੇ ਉਹ ਲੁਕੋ ਕੇ ਰੱਖਦੇ ਨੇ? ਇਹ ਮੇਰਾ ਤੁਹਾਡੇ ਤੋਂ ਸਵਾਲ ਹੈਗਾ, ਜਾਂ ਤੁਸੀਂ ਕੁਝ ਇਸ ਬਾਰੇ ਲਿਖਿਆ ਹੈ ਜਾਂ ਕਿਸੇ ਹੋਰ ਕੋਈ ਐਵੇਂ ਦੀ ਕਹਾਣੀ ਮਿਲਦੀ ਹੋਵੇ ਪਿੱਛੇ। ਇਸ ਕਰਕੇ ਵੀ ਮੈਂ ਸਵਾਲ ਪੁੱਛਦਾ ਪਿਆ ਹਾਂ ਕਿਉਂਕਿ ਮੈਂ ਖੁਦ ਹਰਿਆਣੇ 'ਚ ਰਹਿ ਰਿਹਾ। ਇੱਥੇ ਜਿਹੜੀ ਜਾਤੀਗਤ ਚੇਤਨਾ ਹੈ ਉਵੇਂ ਦੀ ਨਹੀਂ, ਹੁਣ ਤੇ ਹੈ ਬਹੁਤ, ਜਦੋਂ ਅਸੀਂ ਪੜ੍ਹਦੇ ਸੀ ਉਦੋਂ ਨਹੀਂ ਸੀ ਹੁੰਦੀ, ਸਕੂਲਾਂ ਦੇ ਵਿੱਚ ਹੈ ਜਾਂ ਕਾਲਜ ਪੱਧਰ ਤੇ ਹੈ, ਲੁਕੋ ਕੇ ਰੱਖਦੇ ਸੀ। ਔਰ ਖੁਦ ਬੀਇੰਗ ਏ ਸਿੱਖ ਮੈਨੂੰ 6ਵੀਂ 'ਚ ਜਾ ਕੇ ਪਤਾ ਲੱਗਾ ਸੀ ਵੀ ਸਿੱਖਾਂ 'ਚ ਵੀ ਕਾਸਟਿਜ਼ਮ ਹੁੰਦੀ ਹੈ, ਜਦੋਂ ਦੂਜਾ ਸਿੱਖ ਦੂਜੇ ਸਿੱਖ ਨੂੰ ਹੀ ਵਿਤਕਰੇ ਦੇ ਨਾਲ ਦੇਖਦਾ ਹੈ। ਇਸ ਕਰਕੇ ਮੈਂ ਜਾਣਨਾ ਚਾਹ ਰਿਹਾ ਸੀ ਕਿ ਕੋਈ ਐਵੇਂ ਦੀ ਕਹਾਣੀ ਸਾਨੂੰ ਮਿਲਦੀ ਹੈ ਜਿਹੜੇ ਬੰਦੇ ਜਾਤੀਗਤ ਪਛਾਣ ਆਪਣੀ ਲੁਕੋ ਕੇ ਤਾਂ ਉਮਰ ਐਵੇਂ ਹਟਾ ਦਿੰਦੇ ਨੇ। ਕਿਉਂਕਿ ਮੇਰੇ ਕੋਲ ਐਵੇਂ ਦੇ ਕੁਝ ਸਾਥੀ ਐਵੇਂ ਦੇ ਸਾਡੇ ਨਾਲ ਰਹੇ, ਉਹ ਬਾਅਦ ਦੇ ਵਿੱਚ ਇੱਥੋਂ ਆਸਟ੍ਰੇਲੀਆ ਚਲੇ ਗਏ, ਉਹ ਹੋਰ ਥਾਵਾਂ ਤੇ ਚਲੇ ਗਏ ਕਿ ਸਾਡੀ ਪਛਾਣ ਜਿਹੜੀ ਹੈ ਉਹ ਲੋਕਾਂ ਦੇ ਅੱਗੇ ਜ਼ਾਹਰ ਨਾ ਹੋਵੇ, ਜਦ ਕਿ ਉਹਨਾਂ ਨੂੰ ਪਤਾ ਸੀ ਕਿ ਇਹ ਫਲਾਣੀ ਉਸ ਤੋਂ ਸੰਬੰਧ ਰੱਖਦੇ। ਬਹੁਤ ਬਹੁਤ ਧੰਨਵਾਦ।
ਡਾਕਟਰ ਸਾਹਿਬ, ਡਾਕਟਰ ਕੁਲਦੀਪ ਸਿੰਘ ਜੀ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਜਿਹੜੇ ਪੰਜਾਬੀ ਵਿਭਾਗ ਦੇ ਹੈੱਡ ਨੇ। ਧੰਨਵਾਦ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜਿਹੜੀ ਤੁਸੀਂ ਇਸ ਤਰ੍ਹਾਂ ਦੀ ਪਛਾਣ ਦੀ ਕਹਾਣੀ ਦੀ ਗੱਲ ਕੀਤੀ ਹੈ, ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ, ਮੈਂ ਵੀ ਲਿਖੀਆਂ ਨੇ, ਹੋਰ ਵੀ ਲੇਖਕਾਂ ਨੇ ਲਿਖੀਆਂ ਨੇ। ਖਾਸ ਤੌਰ ਤੇ ਇਹਨਾਂ ਦੇ ਵਿੱਚ ਅਤਰਜੀਤ ਦੀ ਕਹਾਣੀ ਜਿਹੜੀ ਆ ਠੂਹਾਂ, ਬਹੁਤ ਹੀ ਇੱਕ ਜਿਹੜੀ ਆ ਮਜ਼ਬੂਤ ਕਹਾਣੀ ਹੈ, ਜਿਹਦੇ ਵਿੱਚ ਸ਼ਹਿਰ 'ਚ ਜਾ ਕੇ ਬੰਦਾ, ਜਿਹੜਾ ਪਿੰਡ ਦਾ ਵਾਲਾ ਬੰਦਾ, ਆਪਣੀ ਪਛਾਣ ਲਿਖਾ ਕੇ ਤੇ ਮਤਲਬ ਕੋਈ ਬਣ ਜਾਂਦਾ ਵਾ, ਭਾਟੀਆ ਸਾਹਿਬ ਬਣ ਜਾਂਦਾ ਹੈ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ, ਰੰਧਾਵਾ ਬਣ ਜਾਂਦਾ, ਕੋਈ ਗਿੱਲ ਬਣ ਜਾਂਦਾ, ਕੋਈ ਬਰਾੜ ਬਣ ਜਾਂਦਾ। ਇਹ ਆਪਣੀ ਜਿਸ ਤਰ੍ਹਾਂ ਕੋਈ ਸੁਪੀਰੀਅਰਿਟੀ ਕੰਪਲੈਕਸ ਜਿਹੜਾ ਖਤਰਨਾਕ ਆ, ਉਸੇ ਤਰ੍ਹਾਂ ਹੀ ਇਨਫੀਰੀਅਰਿਟੀ ਕੰਪਲੈਕਸ ਜਿਹੜਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈਗਾ। ਤਾਂ ਇਸ ਤਰ੍ਹਾਂ ਦੀਆਂ ਮੇਰੀ ਵੀ ਕਹਾਣੀ ਹੈਗੀ ਆ, ਹੱਡਾ ਰੋੜੀ ਤੇ ਰੇੜੀ, ਜਿਹਦਾ ਮੈਂ ਆਰੰਭ ਦੇ ਵਿੱਚ ਜ਼ਿਕਰ ਕੀਤਾ ਸੀਗਾ। ਉਹਦੇ ਵਿੱਚ ਵੀ ਬੰਦਾ ਜਿਹੜਾ, ਉਹਦੀ ਮਾਨਸਿਕਤਾ ਇਸੇ ਗੱਲ 'ਚ ਹੀ ਡੋਲ ਰਹੀ ਹੈ, ਜਿਹੜਾ ਪੜ੍ਹ ਲਿਖ ਕੇ ਚੰਗੀ ਨੌਕਰੀ ਤੇ ਪਹੁੰਚ ਗਿਆ, ਉਹਦੇ ਘਰ ਦੇ ਵਿੱਚ ਰੇੜੀ ਖੜੀ ਹੋਈ ਹੈ ਜਿਹੜੀ ਕਿਸੇ ਟਾਈਮ ਤੇ ਚੰਮ ਢੋਣ ਦਾ ਕੰਮ ਕਰਦੀ ਹੈ, ਉਹਨੂੰ ਉਹ ਜਿਹੜੀ ਹੈ ਗਲਾਨੀ ਦਾ ਕਾਰਨ ਬਣ ਰਹੀ ਹੈ। ਪਰ ਉਹ ਆਪਣੇ ਅੰਦਰਲੀ ਇਹ ਗਲਾਨੀ ਨੂੰ ਕਿਸੇ ਹੱਦ ਤੱਕ ਅੰਤ ਦੇ ਵਿੱਚ ਕੱਢ ਦਿੰਦਾ ਕਿ ਇਹ ਜਿਹੜੀ ਹੈ ਸਾਡੇ ਕਿੱਤੇ ਹੈ, ਕਿੱਤੇ ਵਜੋਂ ਕੋਈ ਮਾੜਾ ਨਹੀਂ ਹੁੰਦਾਗਾ, ਕੋਈ ਵੀ ਕਿੱਤਾ ਨਹੀਂ ਮਾੜਾ ਹੁੰਦਾ, ਇਹ ਸਾਡੇ ਜਿਉਣ ਦਾ ਸਾਧਨ ਨੇ, ਤੇ ਇਹ ਇਹਨਾਂ ਕਿੱਤਿਆਂ ਨੇ ਸਾਨੂੰ ਕਿਸੇ ਮਰਾਤਬੇ ਤੇ ਪਹੁੰਚਾਇਆ। ਬਹੁਤ ਸਾਰੀਆਂ ਪੰਜਾਬੀ ਦੇ ਵਿੱਚ ਕਹਾਣੀਆਂ ਮੈਂ ਵੀ ਲਿਖੀਆਂ ਨੇ, ਤੇ ਹੋਰ ਵੀ ਜਿਹੜੇ ਆ ਲੇਖਕਾਂ ਨੇ ਲਿਖੀਆਂ, ਜਿਹਦੇ ਵਿੱਚ ਜਾਤੀ ਪਛਾਣ ਦੀ ਜਿਹੜੀ ਆ ਗੱਲ ਕੀਤੀ ਹੋਈ ਹੈ। ਬਹੁਤ ਸ਼ੁਕਰੀਆ। ਖਾਸ ਤੌਰ ਤੇ ਜਿਹੜੀਆਂ ਮਤਲਬ ਪ੍ਰੇਮ ਪ੍ਰਕਾਸ਼ ਜੀ ਦੀਆਂ ਕਹਾਣੀਆਂ ਬਾ ਕਮਾਲ ਨੇ, ਪ੍ਰੇਮ ਗੋਰਖੀ ਜੀ ਦੀਆਂ ਕਹਾਣੀਆਂ, ਇਹਦੇ ਬਾਰੇ ਬਹੁਤ ਵਧੀਆ ਕਹਾਣੀਆਂ ਨੇ। ਮੈਂ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਕਰਦਾ, ਤੁਸੀਂ ਬੜਾ ਵੈਲਿਡ ਕੁਐਸਚਨ ਰੇਜ਼ ਕੀਤਾ। ਸਾਡੇ ਕੋਲ ਤ੍ਰਿਪਤਾ ਕੇ ਸਿੰਘ ਜੀ ਨੇ, ਉਹਨਾਂ ਦਾ ਵੀ ਕੋਈ ਕੁਐਸਚਨ ਹੈ ਤੁਹਾਡਾ, ਤੇ ਇਸ ਤੋਂ ਬਾਅਦ ਇੱਕ ਸਵਾਲ ਚੈਟ ਬਾਕਸ ਦੇ ਵਿੱਚ, ਕੀ ਤੁਸੀਂ ਜਿਹੜੀ ਇਹ ਮੌਜੂਦਾ ਕਿਸਾਨੀ ਐਜੀਟੇਸ਼ਨ ਹੋ ਰਹੀ ਹੈ ਇਸ ਵੇਲੇ 3 ਫਾਰਮਰ ਬਿਲਸ ਨੂੰ ਲੈ ਕੇ, ਇਹਦੇ ਉੱਤੇ ਵੀ ਕੁਝ ਲਿਖਿਆ, ਇਹਦੇ ਬਾਰੇ ਅਸੀਂ ਬਾਅਦ 'ਚ ਗੱਲ ਕਰਦੇ। ਪਹਿਲਾਂ ਤ੍ਰਿਪਤਾ ਜੀ। ਜੀ ਤ੍ਰਿਪਤਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਗੁਰਮੀਤ ਜੀ, ਬਹੁਤ ਬਹੁਤ ਸਵਾਗਤ ਵੀ ਹੈ ਤੁਹਾਡਾ, ਤੇ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਇਹ ਸਾਰੀ ਗੱਲਬਾਤ ਜਿਹੜੀ ਅੱਜ ਇਸ ਮੰਚ ਦੇ ਉੱਤੇ ਹੋ ਰਹੀ ਹੈ। ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ, ਤੁਹਾਡੇ ਸਾਰੀ ਗੱਲਬਾਤ ਮੈਂ ਸ਼ੁਰੂ ਤੋਂ ਹੀ ਸੁਣੀ ਹੈ। ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਪਹਿਲਾਂ ਵੀ ਇੱਕ ਕੁਐਸਚਨ ਰੇਜ਼ ਹੋਇਆ ਸੀਗਾ ਕਿ ਜਿਸ ਤਰ੍ਹਾਂ ਤੁਹਾਡੀ ਕਹਾਣੀ ਆਤੂ ਖੋਜੀ ਹੈ, ਤੇ ਜਦੋਂ ਤੁਸੀਂ ਉਸ ਤੋਂ ਬਾਅਦ ਵੀ ਬਹੁਤ ਬਾਕਮਾਲ ਕਹਾਣੀਆਂ ਲਿਖਦੇ ਹੋ, ਉਹ ਗੁਰਚਰਨਾ ਗਾਰਡਰ ਹੈ, ਸਰੰਗੀ ਦੀ ਮੌਤ ਹੈ, ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਦੇ ਪਾਤਰ ਜਿਹੜੇ ਹੈਗੇ ਆ, ਉਹ ਬਹੁਤ ਹੀ ਮਤਲਬ ਮਜ਼ਬੂਤ ਪਾਤਰ ਉੱਭਰ ਕੇ ਸਾਹਮਣੇ ਆਉਂਦੇ ਆ। ਪਰ ਬਹੁਤ ਵਾਰੀ ਏਦਾਂ ਹੋ ਜਾਂਦਾ ਆ ਕਿ ਜਦੋਂ ਤੁਹਾਡੀ ਇੱਕ ਕਹਾਣੀ ਬਹੁਤ ਜ਼ਿਆਦਾ ਫੇਮਸ ਹੋ ਜਾਂਦੀ ਆ, ਆਮ ਲੋਕਾਂ 'ਚ ਮਸ਼ਹੂਰ ਹੋ ਜਾਂਦੀ ਆ, ਤੇ ਉਹਦਾ ਥੋੜਾ ਜਿਹਾ ਖਾਮਿਆਜ਼ਾ ਜਿਹੜਾ ਆ ਭੁਗਤਣਾ ਪੈਂਦਾ ਆ। ਪਰ ਜਿਹੜੇ ਸੰਵੇਦਨਸ਼ੀਲ ਪਾਠਕ ਹੈ ਜਾਂ ਹੋਰ ਜਿਹੜੇ ਪੜ੍ਹਨ ਵਾਲੇ ਹੈਗੇ ਆ, ਬੁੱਧੀਜੀਵੀ ਹੈ, ਉਹ ਹੋਰ ਤੁਹਾਡੇ ਪਾਤਰਾਂ ਦੇ ਨਾਲ ਵੀ ਉਨਾ ਹੀ ਰਾਬਤਾ ਰੱਖਦੇ ਆ, ਤੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਦੇਖਦੇ ਆ, ਪਰਖਦੇ ਆ, ਤੇ ਇੰਜੋਏ ਕਰਦੇ ਆ ਉਹ ਸਭ ਚੀਜ਼ਾਂ ਨੂੰ। ਤੇ ਬਹੁਤ ਤੁਹਾਡੀ ਲੇਖਣੀ ਬਾ ਕਮਾਲ ਹੈ, ਤੇ ਮੈਂ ਤਕਰੀਬਨ ਗੁਰਮੀਤ ਕੜਿਆਲਵੀ ਜੀ ਨੂੰ ਸਾਰਾ ਹੀ ਪੜ੍ਹਿਆ ਹੋਇਆ ਆ। ਮੈਨੂੰ ਇਸ ਚੀਜ਼ ਦਾ ਮਾਣ ਹੈ ਕਿ ਉਹ ਮੇਰੇ ਸਮਕਾਲੀ ਲੇਖਕ ਨੇ, ਵੱਡੇ ਵੀਰ ਨੇ, ਤੇ ਉਹਨਾਂ ਨੂੰ ਪੜ੍ਹ ਕੇ ਅਸੀਂ ਸਿੱਖ ਰਹੇ ਹਾਂ, ਦੇਖ ਰਹੇ ਹਾਂ, ਹੋਰ ਵੀ ਬਹੁਤ ਸਾਰਾ ਕੁਝ। ਬਹੁਤ ਅੱਛਾ ਲੱਗਾ ਇਸ ਮੰਚ ਦੇ ਉੱਤੇ, ਬਹੁਤ ਹੀ ਸਾਰਥਕ ਗੱਲਾਂ ਜਿਹੜੀਆਂ ਹੋਈਆਂ, ਬਹੁਤ ਚੰਗਾ ਅਨੁਭਵ ਰਿਹਾ ਹੈਗਾ ਆ। ਇੱਕ ਗੱਲ ਹੁਣੇ ਜਿਹੜੀ ਕੁਲਦੀਪ ਜੀ ਨੇ ਕੀਤੀ ਹੈ ਕਿ ਜਿਹੜੇ ਜਿਸ ਤਰ੍ਹਾਂ ਕਿ ਜਾਤ ਨੂੰ ਲੁਕਾਉਣ ਵਾਲੀਆਂ ਕਥਾਵਾਂ ਆ ਜਾਂ ਹੋਰ ਕਹਾਣੀਆਂ ਇਸ ਤਰ੍ਹਾਂ ਦੀਆਂ ਆ, ਬਹੁਤ ਸਾਰੇ ਲੇਖਕਾਂ ਨੇ ਵੀ ਲਿਖੀਆਂ ਆ। ਮੈਂ ਖੁਦ ਵੀ ਇੱਕ ਕਹਾਣੀ ਇਸ ਟੌਪਿਕ ਦੇ ਉੱਤੇ ਲਿਖੀ ਹੈ, ਭੋਰਾ ਕੁਚਿੰਦਾ, ਉਹ ਮੇਰੇ ਕਹਾਣੀ ਸੰਗ੍ਰਹਿ 'ਚ ਸ਼ਾਮਿਲ ਹੈ। ਕਿ ਮਜਬੂਰੀ ਵਸ਼ ਕਹਿ ਲਓ ਜਾਂ ਕੁਝ ਵੀ ਹੈ, ਜੇ ਅਗਰ ਕੋਈ ਬੰਦਾ ਆਪਣੀ ਜਾਤ ਛੁਪਾ ਰਿਹਾ ਆ, ਤੇ ਉਹਦੇ ਪਿੱਛੇ ਵੀ ਜਿਹੜੇ ਕੰਪਲੈਕਸਿਸ ਪਏ ਹੁੰਦੇ ਆ, ਉਹਨਾਂ ਨੂੰ ਵੀ ਡੀਕੋਡ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵੀ ਕਿਸੇ ਨੂੰ ਇੰਨੀ ਜ਼ਰੂਰਤ ਕਿਉਂ ਹੈ, ਜਦਕਿ ਹਰ ਬੰਦਾ ਆਪਣੇ ਨਾਮ ਨਾਲ ਆਪਣਾ ਜਾਤ ਗੋਤ ਲਗਾ ਕੇ ਬਹੁਤ ਫਖਰ ਮਹਿਸੂਸ ਕਰਦਾ ਹੈ, ਤੇ ਇੱਕ ਬੰਦਾ ਜਿਹੜਾ ਆਪਣੀ ਜਾਤ ਗੋਤ ਲੁਕਾ ਰਿਹਾ ਆ ਤੇ ਸਮਾਜ 'ਚ ਵਿਚਰ ਰਿਹਾ ਆ, ਉਹਦੇ ਪਿੱਛੇ ਕਾਰਨ ਕੀ ਹੈ, ਉਹਦੇ ਕੰਪਲੈਕਸਿਸ ਕੀ ਹੈਗੇ ਆ, ਉਹ ਸਮਝਣਾ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਉਹ ਜਾਣਬੁੱਝ ਕੇ ਏਦਾਂ ਨਹੀਂ ਕਰ ਰਿਹਾ, ਪਰ ਜੇ ਉਹ ਕਰ ਰਿਹਾ ਆ ਤੇ ਉਹਦੇ ਪਿੱਛੇ ਕੀ ਕਾਰਨ ਨੇ, ਕੀ ਗੱਲਾਂ ਨੇ, ਕੀ ਪਿੱਛੇ ਉਹਦੇ ਜੜ੍ਹਾਂ ਦੇ ਵਿੱਚ ਪਿਆ ਹੋਇਆ ਆ, ਜਿਹੜਾ ਕਿ ਉਹਨੂੰ ਇਹ ਸਭ ਚੀਜ਼ਾਂ ਕਰਨ ਲਈ ਮਜਬੂਰ ਕਰ ਰਿਹਾ ਆ। ਇੱਥੋਂ ਹੀ ਫਿਰ ਜਦੋਂ ਤੁਸੀਂ ਦਲਿਤ ਕਹਾਣੀ ਦੇ ਜਾਂ ਦਲਿਤ ਪਾਤਰਾਂ ਦੀ ਪਹਿਚਾਣ ਜਿਹੜੀ ਆ, ਉਹ ਬਹੁਤ ਬਾਰੀਕੀ ਦੇ ਨਾਲ ਕੀਤੀ ਜਾ ਸਕਦੀ ਹੈ। ਉਹਨਾਂ ਦੇ ਅੰਦਰ ਪਏ ਜਿਹੜੇ ਹੈਗੇ ਆ ਚੀਜ਼ਾਂ ਜਿਹੜੀਆਂ, ਉਹਨਾਂ ਨੂੰ ਗੁਰਮੀਤ ਜੀ ਨੇ ਆਪਣੀਆਂ ਕਹਾਣੀਆਂ ਦੇ ਵਿੱਚ ਬਹੁਤ ਬਾਰੀਕੀ ਨਾਲ ਪਕੜਿਆ
ਜਿਹੜਾ ਲਿਆਂਦਾ ਸਾਹਮਣੇ ਸਾਰਾ ਕੁਝ ਜਿਹੜਾ ਆ ਉਹ ਬਹੁਤ ਹੀ ਬਾ ਕਮਾਲ ਚੀਜ਼ਾਂ ਨੇ ਤੇ ਮੈਂ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਗੁਰਮੀਤ ਕੜਿਆਲਵੀ ਜੀ ਨੂੰ ਤੇ ਬਾਕੀ ਸਾਰਿਆਂ ਨੂੰ। ਤ੍ਰਿਪਤਾ ਭੈਣ ਜੀ, ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਕੋਈ ਮਨਮਰਜ਼ੀ ਦੇ ਨਾਲ ਇਸ ਤਰ੍ਹਾਂ ਜਾਤ ਨਹੀਂ ਲੁਕਾਉਂਦਾਗਾ, ਉਹਦੇ ਬਾਰੇ ਮੈਂ ਸਪਸ਼ਟ ਕਰਨੀ ਚਾਹਣਾ ਆ ਜੀ ਕਿ ਬੰਦੇ ਨਾਲੋਂ ਪਹਿਲਾਂ ਜੇ ਬੰਦਾ ਕਿਤੇ ਸਫ਼ਰ ਕਰਦਾ ਨਾ ਜਾਂ ਟ੍ਰਾਂਸਫਰ ਹੋ ਕੇ ਕੋਈ ਮੁਲਾਜ਼ਮ ਜਾਂਦਾ ਹੈ ਜੀ ਤਾਂ ਉਹਦੇ ਦੂਜੇ ਸਟੇਸ਼ਨ 'ਚ ਜਾਣ ਤੋਂ ਪਹਿਲਾਂ ਉਹਦੀ ਜਾਤ ਪਹੁੰਚ ਜਾਂਦੀ ਉੱਥੇ ਜੀ। ਬਿਲਕੁਲ। ਉਹ ਜਿਹੜੇ ਉਸ ਜਗ੍ਹਾ ਦੇ ਕਰਮਚਾਰੀਆਂ ਵਿੱਚ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਜਿਹੜਾ ਆ ਰਿਹਾ ਬੰਦਾ ਇਹ ਆਪਣਾ ਕਿ ਜਾਂ ਦੂਜਾ ਹੈ ਜੀ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣ ਲੱਗ ਜਾਂਦੀਆਂ। ਬਿਲਕੁਲ ਮੈਂ ਪਹਿਲਾਂ ਗੱਲ ਕਰ ਚੁੱਕਾ ਵਾਂ, ਜੇ ਪਤਾ ਲੱਗ ਜਾਂਦਾ ਤਾਂ ਉਹਦੇ ਨਾਲ ਕਿਹੋ ਜਿਹਾ ਬਿਹੇਵ ਹੀ ਹੁੰਦਾ ਉਹ ਆਪਾਂ ਸਾਰੇ ਜਾਣਦੇ ਹਾਂ ਜੀ। ਪਰ ਇਹ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਫੱਟਾ ਲਮਕਾ ਕੇ ਜਿਹੜਾ ਮੱਥੇ ਦੇ ਉੱਤੇ ਤੁਰਿਆ ਫਿਰਿਆ ਜਾਵੇ ਲਈ ਮੈਂ ਫਲਾਨਾ ਮੈਂ ਸੋ ਕਾਲਡ ਦਲਤਾਂ ਜਾਂ ਮੈਂ ਪ੍ਰੋ ਦਲਤਾ ਜਾਂ ਜਿਹੜਾ ਮੈਂ ਪੋਟ ਦਲਤਾ, ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਹੈਗੀ। ਮਤਲਬ ਐਜ ਏ ਇਨਸਾਨ ਜਿਹੜਾ ਮਤਲਬ ਜਿਹੜੀ ਹੈ ਪਹਿਚਾਣ ਜਿਹੜੀ ਹੈ ਹੋਣੀ ਜ਼ਰੂਰੀ ਹੈ। ਚਲੋ ਕਰ ਰਹੇ ਹਾਂ ਕੋਸ਼ਿਸ਼, ਸਾਡੇ ਅਸੀਂ ਬਤੌਰ ਲੇਖਕ ਅਸੀਂ ਆਪਣਾ ਸਮਾਜ ਦੇ ਵਿੱਚ ਬਿਲਕੁਲ ਜੋ ਬਣਦਾ ਰੋਲ ਹੈ ਸਾਡਾ ਉਹ ਅਸੀਂ ਨਿਭਾ ਰਹੇ ਹਾਂ, ਕਰ ਰਹੇ ਹਾਂ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੋਰ ਜ਼ਿਆਦਾ ਖੁਸ਼ਨੁਮਾ ਹੋਵੇ। ਬਹੁਤ ਅੱਛਾ ਲੱਗਾ। ਪਰ ਮੈਨੂੰ ਇੱਕ ਗੱਲ ਜਿਹੜੀ ਮੈਂ ਜ਼ਰੂਰ ਮੈਂ ਕਹਿਣੀ ਚਾਹੁੰਦਾ, ਜਿਸ ਤਰ੍ਹਾਂ ਕਿਹਾ ਜਾਂਦਾ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਸਿਰ ਨਿਜ ਬਲ ਸੇ ਲੈ ਹੈ, ਨਿਜ ਬਲ ਸੇ ਲੈ ਹੈ। ਬਿਲਕੁਲ ਬਿਲਕੁਲ। ਪਹਿਲਾਂ ਤਾਂ ਦਲਤਾਂ ਨੂੰ ਆਪਣੇ ਅੰਦਰਲੀ ਜਿਹੜੀ ਹੀਨ ਭਾਵਨਾ ਕੱਢਣੀ ਪੈਣੀ ਹੈ ਨਾ ਜੀ। ਤੇ ਗੁਰਮੀਤ ਪਨਾਗ ਸਾਡੇ 'ਚ ਸ਼ਾਮਲ ਨੇ। ਮੈਂ ਇਹਨਾਂ ਦੇ ਮੈਨੂੰ ਬ੍ਰੈਡਫੋਰਡ ਜਦੋਂ ਮੈਂ ਗਿਆ ਉੱਥੇ ਤੇ ਮੈਨੂੰ ਇਹ ਉੱਥੇ ਜਿਹੜੇ ਫਸਟ ਨੇਸ਼ਨ ਵਾਲੇ ਹੈ ਲੋਕ ਜੀ ਉਹਨਾਂ ਨਾਲ ਹੁਣ ਕਿੰਨੀ ਹੀ ਸਾਹਮਣੇ ਆਈ ਗੱਲ, ਲਈ ਕਿੰਨਾ ਉਹਨਾਂ ਤੇ ਜ਼ੁਲਮ ਜ਼ਿਆਦਤੀ ਹੁੰਦੀ ਰਹੀ ਹੈ। ਬਿਲਕੁਲ ਤੁਸੀਂ ਪੋਸਟ ਬੱਚਿਆਂ ਦੇ ਪਿੰਜਰ ਜਿਹੜੇ ਆ ਮਤਲਬ ਉਹ ਨਿਕਲੇ ਹੋਏ ਆ ਬਾਹਰ, ਉਹਨਾਂ ਦੇ ਹੁਣ ਤਲਾਸ਼ ਹੋ ਰਹੇ ਆ ਤੇ ਉਹ ਫਸਟ ਨੇਸ਼ਨ ਵਾਲਿਆਂ ਦੇ ਘਰ ਦੇ ਵਿੱਚ ਲੈ ਕੇ ਗਏ ਤੇ ਉਹਨਾਂ ਨੂੰ ਇਹਨਾਂ ਨੇ ਦੱਸਿਆ ਕਿ ਇਹ ਉਹ ਆਮ ਤੌਰ ਤੇ ਤਾਂ ਗੱਲ ਨਹੀਂ ਕਰਦੇ ਬਾਹਰਲੇ ਬੰਦਿਆਂ ਨਾਲ। ਫਿਰ ਗੁਰਮੀਤ ਪਨਾਗ ਜੀ ਨੇ ਦੱਸਿਆ ਕਿ ਇਹ ਜਿਹੜਾ ਇਹ ਵੀ ਫਸਟ ਨੇਸ਼ਨ ਨਾਲ ਸੰਬੰਧ ਰੱਖਦਾ, ਇਹ ਉੱਥੋਂ ਦੇ ਜਿਹੜੇ ਇੰਡੀਆ ਦੇ ਵਿੱਚ ਫਸਟ ਨੇਸ਼ਨ ਹੈ ਉਹਨਾਂ ਬਾਰੇ ਕਹਾਣੀਆਂ ਲਿਖਦਾ ਜੀ। ਤਾਂ ਇਸ ਤਰ੍ਹਾਂ ਉਹ ਲੋਕ ਗੱਲ ਕਰਨ ਲਈ ਵੀ ਤਿਆਰ ਹੋਏ ਤੇ ਉਹਨਾਂ ਨੇ ਦੱਸਿਆ ਕਿ ਦੁਨੀਆ ਦਾ ਕੋਈ ਵੀ ਹਿੱਸਾ ਹੋਵੇ ਉੱਥੇ ਹੀ ਦਲਤਾਂ ਦੇ ਨਾਲ, ਉੱਥੋਂ ਹੀ ਜਿਹੜੇ ਫਸਟ ਨੇਸ਼ਨ ਦੇ ਲੋਕਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਜ਼ੁਲਮ ਜ਼ਿਆਦਤੀਆਂ ਹੁੰਦੀਆਂ ਜੀ। ਤਾਂ ਇਹ ਵਿਸ਼ਵ ਵਿਆਪੀ ਵਰਤਾਰਾ ਹੈ, ਇਹਦੇ ਖਿਲਾਫ ਜਿਹੜੇ ਪੂਰੇ ਵਰਲਡ ਪੱਧਰ ਤੇ ਚੇਤਨਾ ਜਿਹੜੀ ਆ ਆਉਣੀ ਜ਼ਰੂਰੀ ਹੈ, ਆ ਰਹੀ ਹੈ ਜੀ। ਲੇਖ ਆਪਣਾ ਭੂਮਿਕਾ ਨਿਭਾ ਰਹੇ ਹੈ ਜੀ। ਬਹੁਤ ਧੰਨਵਾਦ ਤੁਹਾਡਾ। ਅੱਛਾ, ਇਹ ਦੋ ਸਵਾਲ ਹੋਰ ਨੇ ਇਸ ਤੋਂ ਚੈਟ ਬਾਕਸ ਦੇ ਵਿੱਚ। ਇਸ ਤੋਂ ਪਹਿਲਾਂ ਮੈਂ ਇੱਕ ਗੁਜ਼ਾਰਿਸ਼ ਕਰਾਂਗਾ, ਜਿੰਨੇ ਵੀ ਆਏ ਸਾਡੇ ਨਾਲ ਪਾਰਟਿਸਪੈਂਟਸ ਜੁੜੇ ਨੇ, ਬਹੁਤ ਸਾਰਿਆਂ ਨੇ ਤੁਸੀਂ ਆਪਣੇ ਫੋਨ ਨੰਬਰ ਸਾਡੇ ਨਾਲ ਸ਼ੇਅਰ ਕੀਤੇ ਨੇ। ਜਿਨ੍ਹਾਂ ਨੇ ਨਹੀਂ ਕੀਤੇ ਕਾਈਂਡਲੀ ਚੈਟ ਬਾਕਸ ਦੇ ਵਿੱਚ ਆਪਣਾ ਨਾਮ ਤੇ ਆਪਣਾ ਫੋਨ ਨੰਬਰ ਸਾਨੂੰ ਭੇਜ ਦਿਓ। ਇੱਕ ਤੇ ਸਾਡਾ ਰਿਕਾਰਡ ਮੇਨਟੇਨ ਹੋਏਗਾ, ਦੂਸਰਾ ਇਹ ਅਸੀਂ ਪ੍ਰਭਾ ਖੇਤਾਨ ਫਾਊਂਡੇਸ਼ਨ ਦੇ ਨਾਲ ਵੀ ਅਸੀਂ ਉਹਨਾਂ ਨੂੰ ਸ਼ੇਅਰ ਕਰਨਾ ਹੁੰਦਾ। ਉਹਨਾਂ ਦਾ ਬੜਾ ਮੈਟੀਕੂਲਸ ਇੱਕ ਫਾਰਮੈਟ ਹੈ, ਬੜਾ ਸੰਜੀਦਾ ਕਿਸਮ ਦਾ ਫਾਰਮੈਟ ਹੈ ਔਰ ਚੰਗਾ ਲੱਗਦਾ ਹੈ ਉਸ ਡਿਸਿਪਲਿਨ ਨੂੰ ਫੋਲੋ ਕਰਨਾ। ਦੋ ਕੁਐਸਚਨ ਸਨ। ਕੁਐਸਚਨਾਂ ਤੋਂ ਪਹਿਲਾਂ ਇੱਕ ਟਿੱਪਣੀ ਸੀ ਡਾਕਟਰ ਗੁਰੂਪਦੇਵ ਸਿੰਘ ਜੀ ਦੀ ਕਿ ਟ੍ਰਾਂਸਲੇਸ਼ਨ ਤੋਂ ਪਹਿਲਾਂ ਸਾਨੂੰ ਇਸ ਪਲੇਟਫਾਰਮ ਦੇ ਉੱਤੇ ਪੰਜਾਬੀ ਸਾਹਿਤ ਨੂੰ ਤੇ ਪੰਜਾਬੀ ਲਿਟਰੇਚਰ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਡਾਕਟਰ ਸਾਹਿਬ ਇਸ ਗੱਲ ਨਾਲ ਸਹਿਮਤ ਹਾਂ। ਜਿਹੜਾ ਆਖਰ ਦਾ ਸੀਰੀਜ਼ ਹੈ ਇਹਦੇ 'ਚ ਅਸੀਂ ਸਿਰਫ ਤੇ ਸਿਰਫ ਨਿਰੋਲ ਜਿਹੜੇ ਪੰਜਾਬੀ ਲਿਟਰੇਰੀ ਸਾਡੇ ਰਾਈਟਰਸ ਨੇ, ਆਥਰਸ ਨੇ, ਨੋਵਲਿਸਟ ਨੇ ਜਾਂ ਪੰਜਾਬੀ ਸਾਹਿਤਕਾਰ ਨੇ, ਅਸੀਂ ਉਹਨਾਂ ਦੇ ਕੋਲੋਂ ਸੁਣਦੇ ਹਾਂ ਔਰ ਵਰਨੈਕੂਲਰ ਸਾਡੀ ਪੰਜਾਬੀ ਜ਼ੁਬਾਨ ਮਾਦਰੀ ਜ਼ੁਬਾਨ ਦੇ ਨਾਲ ਅਸੀਂ ਇਹਦੇ 'ਚ ਗੱਲ ਕਰਦੇ ਹਾਂ। ਦੂਸਰਾ ਇੱਕ ਸਵਾਲ ਸਾਡੇ ਕੋਲ ਬਲਜੀਤ ਕੌਰ ਨੇ, ਉਹਨਾਂ ਨੇ ਲਿਖ ਕੇ ਭੇਜਿਆ ਹੈ ਕਿ ਸਰ ਪ੍ਰਸ਼ਨ ਹੈ ਕਿ ਜੋ ਰਚਨਾਵਾਂ ਹੁਣ ਤੱਕ ਤੁਸੀਂ ਲਿਖੀਆਂ ਉਹਨਾਂ ਵਿੱਚੋਂ ਕਿਹੜੀ ਹੈ ਜਿਸ ਨੂੰ ਪੜ੍ਹ ਕੇ ਆਪ ਜੀ ਨੂੰ ਵੀ ਇਹ ਲੱਗਦਾ ਹੋਵੇ ਕਿ ਇਸ ਵਰਗੀ ਬਾਕਮਾਲ ਰਚਨਾ ਆਪ ਜੀ ਨੇ ਲਿਖ ਕੇ ਆਪਣਾ ਹੀ ਆਪ ਡੋਲ ਦਿੱਤਾ ਹੈ, ਜਿਸ ਨੂੰ ਪੜ੍ਹ ਕੇ ਆਪਣਾ ਵੀ ਮਨ ਤੁਹਾਡਾ ਭਰ ਆਉਂਦਾ ਹੋਵੇ। ਤਾਂ ਇੱਕ ਸਵਾਲ ਉਹਨਾਂ ਦਾ ਇਹ ਸੀ। ਔਰ ਦੂਸਰਾ ਸਵਾਲ ਮੈਂ ਤੁਹਾਡੇ ਕੋਲ ਫੇਰ ਲੈਣਾ, ਪਹਿਲਾਂ ਤੁਸੀਂ ਇਸ ਸਵਾਲ ਦਾ ਬਰੀਫ ਤੁਸੀਂ ਆਨਸਰ ਦੇ ਦਿਓ ਕਿਉਂਕਿ ਅਸੀਂ 1 ਘੰਟੇ ਤੋਂ ਉੱਪਰ ਚਲੇ ਗਏ ਹਾਂ ਤੇ ਆਉਣ ਵਾਲੇ ਕੁਝ ਪਲਾਂ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਨੂੰ ਅੰਜਾਮ ਤੇ ਵੀ ਲੈ ਕੇ ਆਉਣਾ ਹੈ ਤੇ ਫਿਰ ਦਿਲ ਕਰਦਾ ਕਿ ਇੱਕ ਬੈਠਕ ਤੁਹਾਡੇ ਨਾਲ ਹੋਰ ਕੀਤੀ ਜਾਏ ਤੇ ਜਦੋਂ ਇਹ ਕੋਵਿਡ ਦਾ ਖਤਮ ਹੋ ਜਾਏ ਤੁਹਾਨੂੰ ਅਸੀਂ ਅੰਮ੍ਰਿਤਸਰ ਗੱਲ ਵਕੜੀ 'ਚ ਤੁਹਾਨੂੰ ਕਿ ਕੈਫੇ ਕਿਕਲੀ 'ਚ ਅਸੀਂ ਤੁਹਾਡੀ ਬੈਠਕ ਲਵਾਂਗੇ। ਬਸ ਬਹੁਤ ਸੰਖੇਪ ਦੇ ਵਿੱਚ ਦੋਨੇ ਤਿੰਨੇ ਜਿਹੜੇ ਸਵਾਲ ਆਏ ਆ ਉਹਨਾਂ ਦਾ ਜਵਾਬ ਦਿੰਦਾ ਜੀ। ਇੱਕ ਤਾਂ ਪਹਿਲਾ ਸਵਾਲ ਇਹ ਆਇਆ ਸੀਗਾ ਕਿ ਜਿਹੜੀ ਕਿਸਾਨੀ ਮੂਵਮੈਂਟ ਚੱਲ ਰਹੀ ਹੈ ਉਹਦੇ ਵਿੱਚ ਕੁਝ ਤੁਸੀਂ ਲਿਖਿਆ ਕਿ ਨਹੀਂ ਲਿਖਿਆ। ਉਹਦੇ ਵਿੱਚ ਮੈਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਸਾਰੇ ਦੋਸਤ ਮਿੱਤਰ ਪੜ੍ਹਨ ਵਾਲੇ ਜਾਣਦੇ ਆ ਕਿ ਜਿਸ ਦਿਨ ਤੋਂ ਇਹ ਮੂਵਮੈਂਟ ਸ਼ੁਰੂ ਹੋਈ ਹੈ ਮੈਂ ਉਸ ਦਿਨ ਤੋਂ ਲਗਾਤਾਰ ਇਸ ਮੂਵਮੈਂਟ ਦੇ ਨਾਲ ਜੁੜਿਆ ਹੋਇਆ, ਤਨ ਨਾਲ ਵੀ, ਮਨ ਨਾਲ ਵੀ ਤੇ ਧਨ ਨਾਲ ਵੀ, ਤਿੰਨੇ ਤਰ੍ਹਾਂ ਹੀ। ਤਾਂ ਮੇਰਾ ਇੱਕ ਜਿਹੜਾ ਨਾਟਕ ਹੈ ਮਦਾਰੀ,
ਜੀ ਉਹ ਜਗ੍ਹਾ ਜਗ੍ਹਾ ਤੇ ਜਿੱਥੇ ਵੀ ਧਰਨੇ ਲੱਗੇ, ਟੋਲ ਪਲਾਜ਼ੇ ਤੇ ਲੱਗੇ ਆ, ਕਿਤੇ ਵੀ ਧਰਨਾ ਲੱਗਾ, ਟਿੱਕਰੀ ਬਾਰਡਰ ਤੇ ਵੀ, ਸਿੰਘੂ ਬਾਰਡਰ ਤੇ ਵੀ, ਉਹ ਲਗਾਤਾਰ ਜਿਹੜਾ ਬਹੁਤ ਜ਼ਿਆਦਾ ਖੇਡਿਆ ਗਿਆ ਨਾਟਕ, ਉਹ ਮਦਾਰੀ ਦੇਸ਼ ਭਗਤ ਯਾਦਗਾਰ ਹਾਲ ਚ ਵੀ ਖੇਡਿਆ ਗਿਆ। ਬਿਲਕੁਲ ਮੈਨੂੰ ਪਤਾ ਜੀ। ਤੇ ਇਸ ਤੋਂ ਇਲਾਵਾ ਮੈਂ ਕਵਿਤਾਵਾਂ ਵੀ ਲਿਖੀਆਂ, ਉਹ ਇੱਕ ਕਵਿਤਾ ਮੈਂ ਹੁਣ ਸਾਂਝੀ ਵੀ ਕਰੂੰਗਾ ਜੀ। ਅੱਛਾ, ਦੂਜੀ ਗੱਲ ਜਿਹੜੀ ਆਈ ਵਾਲੀ, ਕਿਹੜੀ ਇਸ ਤਰ੍ਹਾਂ ਦੀ ਰਚਨਾ ਜਿਹਦੇ ਚ ਲੱਗੇ ਲਈ ਮਤਲਬ ਤੁਸੀਂ ਆਪਦੀਆਂ ਵੀ ਅੱਖਾਂ ਭਰਦੀਆਂ ਹੋਣ, ਉਹ ਆਤੂ ਖੋਜੀ ਦੀ ਤਾਂ ਗੱਲ ਹੋ ਚੁੱਕੀ ਹੈ। ਇੱਕ ਕਹਾਣੀ ਆ ਜਿਹੜੀ ਆ ਸਰੰਗੀ ਦੀ ਮੌਤ, ਉਹ ਕਹਾਣੀ ਪੜ੍ਹਦਿਆਂ ਵੀ ਤੇ ਉਸ ਤੇ ਜਿਹੜਾ ਨਾਟਕ ਬਣਾਇਆ ਹੋਇਆ, ਉਹ ਨਾਟਕ ਵੇਖਦਿਆਂ ਹੋਇਆਂ ਵੀ ਮੈਂ ਆਪ ਵੀ ਅੱਖਾਂ ਭਰ ਆਉਣਾ। ਮੈਨੂੰ ਇਹ ਪਤਾ ਨਹੀਂ, ਮਤਲਬ ਮੈਨੂੰ ਲੱਗਦਾ ਨਹੀਂ ਹੁੰਦਾ ਕਿ ਵੀ ਇਹ ਮੈਂ ਲਿਖਿਆ ਵਾ, ਇੰਨਾ ਮਤਲਬ ਖੁੱਭ ਜਾਂਦਾ ਮੈਂ। ਪਤਾ ਨਹੀਂ ਉਹਨਾਂ ਦੇ ਖੇਡਣ ਦੇ ਵਿੱਚ, ਅਦਾਕਾਰਾਂ ਦੇ ਵਿੱਚ ਹੀ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਹੈ, ਜਾਂ ਫਿਰ ਕੋਈ ਇਸ ਤਰ੍ਹਾਂ ਦੀ ਲਿਖਤੀ ਹੋ ਗਈ ਹੈ। ਤਾਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਤਾਂ ਹੈਗੀਆਂ ਜਿਹਦੇ ਵਿੱਚ ਲੇਖਕ ਆਪਣਾ ਆਪ ਸਾਰਾ ਨਿਸ਼ਾਵਰ ਕਰ ਦਿੰਦਾ। ਕਿਆ ਬਾਤ ਹੈ ਗੁਰਮੀਤ ਜੀ। ਮੈਂ ਤੁਹਾਨੂੰ ਅਗਲੀ ਗੱਲ ਕਹਿਣ ਤੋਂ ਪਹਿਲਾਂ ਇੱਕ ਮੁਬਾਰਕਬਾਦ ਤੁਹਾਨੂੰ ਇੱਥੇ ਇਸ ਮੌਕੇ ਤੇ ਦੇਣੀ ਚਾਹੁੰਦਾ। ਜਿਹੜੀ ਗੱਲ ਟਰਾਂਸਲੇਸ਼ਨ ਦੀ ਚੱਲ ਰਹੀ ਸੀ ਕਿ ਨੀਰੂ ਜੀ ਨੇ ਗੱਲ ਕੀਤੀ ਕਿ ਪੰਜਾਬੀ ਸਾਹਿਤ ਨੂੰ ਅੱਛੇ ਤਰੀਕੇ ਨਾਲ ਟਰਾਂਸਲੇਟ ਨਹੀਂ ਕੀਤਾ ਗਿਆ, ਲੇਕਿਨ ਅੱਜ ਦੇ ਇਸ ਸੈਸ਼ਨ ਦੇ ਵਿੱਚੋਂ ਇੱਕ ਬੜੀ ਖੂਬਸੂਰਤ ਗੱਲ ਨਿਕਲ ਕੇ ਆਈ। ਸਾਡੇ ਨਾਲ ਜੁੜੇ ਨੇ ਸਿੰਘਾ ਮਿਤਰਾ ਮਲਿਕ ਜੀ, ਬੰਗਾਲੀ, ਇਹ ਹੈਦਰਾਬਾਦ ਤੋਂ ਨੇ। As a Bengali living in Hyderabad, I'm loving connecting with Maja House and listening especially to the discussion in Punjabi. Wow. See, ਇਹ ਅੱਜ ਪ੍ਰੀਤੀ ਜੀ ਨੇ ਬ੍ਰਿਜ ਬਣਨ ਦਾ ਪਹਿਲਾ ਕੰਮ ਤੇ ਪੂਰਾ ਕਰ ਦਿੱਤਾ ਮਾਝਾ ਹਾਊਸ ਖੋਲ ਕੇ, ਕਿ ਹਿੰਦੁਸਤਾਨ ਦੀਆਂ ਵੱਖ-ਵੱਖ ਭਾਸ਼ਾਵਾਂ ਨੂੰ, ਵੱਖ-ਵੱਖ ਸੋਚਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਕੱਠਿਆਂ ਕਰਨ ਦੇ ਵਿੱਚ। ਔਰ ਨੀਰੂ ਜੀ ਜਿਹੜਾ ਤੁਸੀਂ ਅੱਜ ਫੁਰਨਾ ਫੁਰਿਆ, ਇਹਦੀ ਪਹਿਲੀ ਜਿਹੜੀ ਇਹਨਾਂ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਕੀ ਇਸ ਸਾਡੇ ਸਾਹਮਣੇ ਸਾਬਤ ਵੀ ਹੋ ਗਿਆ। ਅੱਛਾ, ਦੂਸਰਾ ਤੁਹਾਡੇ ਦਿਲ ਦੀ ਜਿਹੜੀ ਗੱਲ ਸੀ ਕਿ ਉਹ ਕਵਿਤਾ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ, ਮੈਂ ਜ਼ਰੂਰ, ਕਿਉਂਕਿ ਸਾਡੇ ਕੋਲ ਸਮਾਂ ਹੁਣ ਓਨਾ ਹੀ ਹੈ ਤੇ ਮੈਂ ਹੋਰ ਸਵਾਲ ਨਹੀਂ ਲਵਾਂਗਾ, ਉਹ ਕਵਿਤਾ ਜ਼ਰੂਰ ਸਾਂਝੀ ਕਰੋ। ਤੇ ਫਿਰ ਜਸਮੀਤ ਨਈਅਰ ਜੀ ਮੈਂ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਜੁੜਨਗੇ ਜੀ। ਇਹ ਜਿਹੜੀ ਕਵਿਤਾ ਹੈਗੀ ਹੈ, ਖਾਸ ਤੌਰ ਤੇ ਸਾਡੇ ਪੰਜਾਬੀ ਦੇ ਬਹੁਤ ਸਮਰੱਥ ਸ਼ਾਇਰ ਸਵਾਮੀ ਅੰਤਰਨੀਰਵ ਜੀ ਨੇ ਵੀ ਖਾਸ ਤੌਰ ਤੇ ਕਿਹਾ ਵੀ ਇਹ ਕਵਿਤਾ ਜ਼ਰੂਰ ਸੁਣਾਓ। ਇਹ ਮੇਰੇ ਦੋਸਤ ਨੇ ਜੀ, ਇਹ ਮੇਰੇ ਕੋਲ ਇੱਥੇ ਮੁਸ਼ਾਇਰੇ ਚ ਹੋ ਕੇ ਗਏ ਨੇ। ਮੈਂ ਤਾਂ ਇਹ ਕਹਿੰਦਾ ਹੁੰਦਾ ਸਵਾਮੀ ਅੰਤਰਨੀਰਵ ਵਰਗਾ ਸਵਾਮੀ ਅੰਤਰਨੀਰਵੀ ਹੈ, ਇਹਦੇ ਵਰਗਾ ਹੋਰ ਨਹੀਂ ਕੋਈ ਹੋ ਸਕਦਾ। ਬੇਸ਼ੱਕ। ਉਹ ਕਵਿਤਾ ਹੈਗੀ ਜੀ ਬੋੜ ਵਾਲਿਆਂ ਦਾ ਸਾਦਾ। ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਉਹਦੇ ਨਾਲ ਜੁੜਦੀ ਹੈ ਜੀ। ਬੋੜ ਵਾਲਿਆਂ ਦਾ ਸਾਦਾ ਲੋੜੋਂ ਵੱਧ ਪੜ ਗਿਆ ਹੈ, ਬੋੜ ਵਾਲਿਆਂ ਦਾ ਸਾਦਾ ਲੋੜੋਂ ਵੱਧ ਪੜ ਗਿਆ ਹੈ, ਅਨਪੜ੍ਹ ਮਾਂ ਉਸ ਨੂੰ ਪਿਆਰ ਨਾਲ ਸਾਡਾ ਪਾੜਾ ਆਖਦੀ ਹੈ। ਕੀ ਬਾਤ ਹੈ। ਮਾਂ ਦਾ ਸਾਡਾ ਪਾੜਾ 7ਵੀਂ ਤੋਂ ਅੱਗੇ ਵੀ ਪੜਦਾ ਜੇ ਉਸ ਦਾ ਕੁੱਤਾ ਨਾ ਅੜਦਾ। ਨੀਰੂ ਜੀ, ਕੁੱਤਾ ਪਤਾ ਕੀ ਹੁੰਦਾ ਹੈ? ਉਹ ਹਲਟ ਜਿਹੜੇ ਚੱਲਦੇ ਹੁੰਦੇ ਸੀ ਨਾ ਖੂਹ, ਪਹਿਲਾਂ ਉਹਨਾਂ ਦੇ ਇੱਕ ਉਹ ਚੱਲਦੀ ਭਮੀਰੀ ਨੂੰ ਰੋਕਣ ਵਾਸਤੇ ਹੁੰਦਾ ਸੀਗਾ, ਉਹਨੂੰ ਕੁੱਤਾ ਕਹਿੰਦੇ ਸੀ, ਟਿਕ 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 ਕਰਦਾ ਰਹਿੰਦਾ ਸੀ। ਜੀ ਜੀ ਜੀ। ਬੋੜ ਵਾਲਿਆਂ ਦਾ ਸਾਦਾ ਲੋੜੋਂ ਵੱਧ ਪੜ ਗਿਆ ਹੈ, ਅਨਪੜ੍ਹ ਮਾਂ ਉਸ ਨੂੰ ਪਿਆਰ ਨਾਲ ਸਾਡਾ ਪਾੜਾ ਆਖਦੀ ਹੈ। ਮਾਂ ਦਾ ਸਾਡਾ ਪਾੜਾ 7ਵੀਂ ਤੋਂ ਅੱਗੇ ਵੀ ਪੜਦਾ ਜੇ ਉਸ ਦਾ ਕੁੱਤਾ ਨਾ ਅੜਦਾ। ਮਾਸਟਰ ਨੇ ਬੋਰਡ ਤੇ ਚਾਕ ਘਸਾਉਂਦਿਆਂ ਮੰਨ ਲਓ ਮੂਲ ਧਨ 100 ਆਖਿਆ। ਮਾਸਟਰ ਨੇ ਬੋਰਡ ਤੇ ਚਾਕ ਘਸਾਉਂਦਿਆਂ ਮੰਨ ਲਓ ਮੂਲ ਧਨ 100 ਆਖਿਆ, ਸਾਦਾ ਆਕੜ ਗਿਆ। ਐ ਕਿਵੇਂ ਮੰਨ ਲਈਏ ਬਈ? ਕੀ ਬਾਤ ਹੈ। ਮਾਸਟਰ ਨੂੰ ਗੁੱਸਾ ਆਇਆ, ਕਹਿੰਦਾ ਮੰਨਣ ਚ ਕੀ ਹਰਜ ਹੈ? ਸਾਦਾ ਨਹੀਂ ਮੰਨਿਆ। ਮਾਸਟਰ ਜੀ, ਕੱਲ ਨੂੰ ਆਖ ਦਿਓਗੇ ਮੰਨ ਲਓ ਰੌਲਦੂ ਤੁਹਾਡਾ ਬਾਪ ਹੈ, ਇਹ ਤਾਂ ਜਮਾ ਪਾਪ ਹੈ। ਕੀ ਬਾਤ ਹੈ। ਸਾਦੇ ਨੇ ਭੂਗੋਲ ਵਾਲੇ ਮਾਸਟਰ ਨਾਲ ਵੀ ਕੁੱਤਾ ਫਸਾ ਲਿਆ। ਸਾਦੇ ਨੇ ਭੂਗੋਲ ਵਾਲੇ ਮਾਸਟਰ ਨਾਲ ਵੀ ਕੁੱਤਾ ਫਸਾ ਲਿਆ। ਮਾਸਟਰ ਜੀ, ਜਮਾ ਝੂਠ ਮਾਰਦੇ ਹੋ, ਧਰਤੀ ਘੁੰਮਦੀ ਨਹੀਂ ਖੜੀ ਹੈ, ਘੁੰਮਦੀ ਹੈ ਤਾਂ ਘੁੰਮਦੀ ਦਿਖਾਓ। ਸਾਦੇ ਦਾ ਬਾਪ ਉਸ ਤੋਂ ਵੀ ਸਲੱਗ, ਮਾਸਟਰ ਗੱਲ ਤਾਂ ਮੁੰਡੇ ਦੀ ਠੀਕ ਹੈ, ਘੁੰਮਦੀ ਹੈ ਤਾਂ ਭਾਈ ਘੁੰਮਦਿਆਂ ਦਿਖਾ ਦੇ। ਪਾਣੀਪਤ ਦੀ ਤੀਸਰੀ ਲੜਾਈ ਚ ਸਾਦਾ ਮਰਾਠਿਆਂ ਵੱਲ ਹੋ ਖਲੋਤਾ। ਪਾਣੀਪਤ ਦੀ ਤੀਸਰੀ ਲੜਾਈ ਚ ਸਾਦਾ ਮਰਾਠਿਆਂ ਵੱਲ ਹੋ ਖਲੋਤਾ। ਆਂਦਾ ਅਹਿਮਦ ਸ਼ਾਹ ਅਬਦਾਲੀ ਨੇ ਹੀ ਮਰਾਠੇ ਜਿੱਤੇ ਸਨ। ਕੀ ਬਾਤ। ਮਾਸਟਰ ਨੇ ਮੱਥੇ ਦੀਆਂ ਠੀਕਰੀਆਂ ਭੰਨ ਲਈਆਂ। ਸਾਦਾ ਟਸ ਤੋਂ ਮਸ ਨਹੀਂ ਹੋਇਆ। ਉਸ ਇੱਕੋ ਰੱਟ ਫੜ ਲਈ,
ਯਾਰ ਤਾਂ ਮਾੜੀ ਧਿਰ ਨਾਲ ਹੀ ਖੜਦੇ ਹੁੰਦੇ ਆ। ਅੱਜ ਕੱਲ ਸਾਧੇ ਦਾ ਕੁੱਤਾ ਦਿੱਲੀ ਵਾਲੇ ਨਾਲ ਫਸਿਆ ਹੋਇਆ ਹੈ। ਅੱਜ ਕੱਲ ਸਾਧੇ ਦਾ ਕੁੱਤਾ ਦਿੱਲੀ ਵਾਲੇ ਨਾਲ ਫਸਿਆ ਹੋਇਆ ਹੈ। ਦਿੱਲੀ ਵਾਲਾ ਬਥੇਰਾ ਸਮਝਾਉਂਦਾ ਹੈ, ਮੇਰਾ ਆੜੀ ਸਾਹੂਕਾਰ ਤੇਰੀ ਫਸਲ ਸਿੱਧੀ ਖੇਤ ਚੋਂ ਚੱਕ ਲਿਆ ਕਰੂ, ਸ਼ਾਹੂਕਾਰ ਨਾਲ ਪੱਕਾ ਕਰਾਰ ਹੋ ਜੂ, ਜੋ ਆਖੂ ਬੀਜ ਲਿਆ ਕਰੀ, ਜਿੱਥੇ ਜੀ ਕਰੇ ਵੇਚ ਵਟ ਲਵੀਂ। ਸ਼ਾਹੂਕਾਰ ਨਾਲ ਪੱਕੀ ਆੜੀ, ਦਿਨ ਰਾਤ ਢੋਲੇ ਦੀਆਂ ਲਾਵੀਂ। ਸਾਧੇ ਦਾ ਕੁੱਤਾ ਅੜਿਆ ਪਿਆ ਹੈ। ਓਏ ਦਿੱਲੀ ਵਾਲਿਆ, ਕਦੇ ਸਾਡੇ ਮਨ ਕੀ ਬਾਤ ਵੀ ਸੁਣ ਲਿਆ ਕਰ। ਨਾਲੇ ਇੱਕ ਗੱਲ ਸੁਣ, ਖੇਤ ਸਾਡੇ, ਫਸਲਾਂ ਸਾਡੀਆਂ, ਤੂੰ ਟੇਕਾ ਲੱਗਦਾ। ਦਿੱਲੀ ਵਾਲਾ ਅੱਲੀਆਂ ਟਪੱਲੀਆਂ ਮਾਰ ਕੇ ਡੰਗ ਟਪਾਉਂਦਾ ਹੈ। ਦਿੱਲੀ ਵਾਲਾ ਅੱਲੀਆਂ ਟਪੱਲੀਆਂ ਮਾਰ ਕੇ ਡੰਗ ਟਪਾਉਂਦਾ ਹੈ। ਉਹਦਾ ਚੀਲ ਚ ਗਿੱਟਾ ਫਸਿਆ ਪਿਆ ਹੈ, ਉਧਰ ਸਾਧੇ ਦਾ ਕੁੱਤਾ ਫਸਿਆ ਪਿਆ ਹੈ। ਦਿੱਲੀ ਵਾਲਾ ਕੀ ਜਾਣੇ, ਸਾਧੇ ਦਾ ਕੁੱਤਾ ਜਿਹੜੀ ਗੱਲ ਤੇ ਅੜ ਗਿਆ ਸੋ ਅੜ ਗਿਆ। ਕੀ ਬਾਤ ਹੈ। ਸਾਧੇ ਦਾ ਕੁੱਤਾ ਜਿਹੜੀ ਗੱਲ ਤੇ ਅੜ ਗਿਆ ਸੋ ਅੜ ਗਿਆ। ਉਂਝ ਸਾਧੇ ਨੇ ਸਾਫ਼ ਕਰ ਦਿੱਤਾ ਹੈ। ਉਂਝ ਸਾਧੇ ਨੇ ਸਾਫ਼ ਕਰ ਦਿੱਤਾ, ਮੂਲ ਧਨ ਵੀ 100 ਮੰਨ ਲੈਣਾ ਹੈ। ਧਰਤੀ ਘੁੰਮਦੀ ਨਹੀਂ, ਛਕਾਟੇ ਪਾਉਂਦੀ ਹੈ। ਕੀ ਬਾਤ ਹੈ। ਤੇਰੇ ਕਹੇ ਪਾਣੀਪਤ ਦੀ ਜੰਗ ਵੀ ਮਰਾਠਿਆਂ ਨੂੰ ਜਿਤਾ ਦਿੰਨਾ ਹੈ। ਤੇਰੇ ਕਹੇ ਪਾਣੀਪਤ ਦੀ ਜੰਗ ਵੀ ਅਬਦਾਲੀ ਨੂੰ ਜਿਤਾ ਦਿੰਨਾ ਹੈ। ਪਰ ਭਾਈ ਸਾਹਿਬ, ਆਪਣੀ ਫਸਲ ਦਾ ਫੈਸਲਾ ਸਾਦਾ ਆਪ ਕਰੋ, ਜਮਾਂ ਆਪ। ਕੀ ਬਾਤ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ। ਸੋ ਆਪਣੀ ਪਹਿਚਾਨ ਤੁਸੀਂ ਆਪਣੇ ਹੱਥ ਰੱਖੋ, ਇਹ ਬਹੁਤ ਇੰਪੋਰਟੈਂਟ ਹੈ। ਸੋ ਮੇਰੇ ਕੋਲ ਤੇ ਹੋਰ ਅਲਫਾਜ਼ ਨਹੀਂ ਕਿ ਮੈਂ ਇਸ ਕੰਪਿਊਟਰ ਦੀ ਸਕਰੀਨ ਚੋਂ ਨਿਕਲ ਕੇ ਘੁੱਟ ਕੇ ਜੱਫੀ ਪਾ ਲਵਾਂ। ਗੁਰਮੀਤ ਕੜਿਆਲਵੀ ਜੀ, ਤੁਹਾਨੂੰ ਸ਼ੁਕਰੀਆ ਜਨਾਬ, ਸ਼ੁਕਰੀਆ। ਧੰਨਵਾਦ ਦੇ ਲਫ਼ਜ਼ ਮੇਰੇ ਕੋਲ ਤੇ ਨਹੀਂ। ਮੈਂ ਗੁਜ਼ਾਰਿਸ਼ ਕਰਾਂਗਾ ਜਸਮੀਤ ਨਈਅਰ ਜੀ ਨੂੰ, ਜਿਹੜੇ ਸਾਡੇ ਮਾਝਾ ਹਾਊਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਨੇ, ਵਨ ਆਫ ਦ ਫਾਊਂਡਰਸ ਵੀ ਨੇ, ਔਰ ਡਾਇਰੈਕਟਰ ਕਾਲਜਿਸ ਪੰਜਾਬ ਸਰਕਾਰ ਤੋਂ ਇਹਨਾਂ ਦੀ ਸੇਵਾ ਮੁਕਤ ਹੋਏ ਨੇ। ਜਸਮੀਤ ਨਈਅਰ ਸਾਹਿਬਾ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਜੀ ਪਹੁੰਚ ਰਹੀ ਹੈ। ਤੁਸੀਂ ਸੁਣ ਰਹੇ ਹੋ ਮੈਨੂੰ? ਜੀ। ਥੈਂਕ ਯੂ ਅਰਵਿੰਦਰ। ਨੀਰੂ, ਬੜੀ ਦੇਰ ਬਾਅਦ ਤੁਹਾਨੂੰ ਦੇਖਿਆ ਅੱਜ। ਬਹੁਤ ਅੱਛਾ। ਤੇ ਗੁਰਮੀਤ ਜੀ, ਇਸ ਤੋਂ ਪਹਿਲਾਂ ਕਿ ਮੈਂ ਇਹਨੂੰ ਸਮੇਂ ਵੱਲ, ਘੜੀ ਵੱਲ ਨਜ਼ਰ ਮੇਰੀ ਜਾਏ, ਮੇਰਾ ਇੱਕ ਸਵਾਲ ਦਾ ਜਵਾਬ ਦਿਓ ਵੀ ਇਹ ਨਾਲ ਕੜਿਆਲਵੀ ਦੀ ਕੀ ਕਹਾਣੀ ਹੈ? ਛੋਟਾ ਜਿਹਾ ਦੱਸੋ ਸਾਨੂੰ। ਕੜਿਆਲਵੀ ਮੇਰਾ ਪਿੰਡ ਹੈ ਜੀ, ਕੜਿਆਲ। ਆਹਾ। ਤੇ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀਗਾ, ਉਦੋਂ ਗੁਰਮੀਤਾਂ ਦੀ ਬਹੁਤ ਪਰਮਾਰ ਸੀਗੀ ਤੇ ਮੈਨੂੰ ਸਮੱਸਿਆ ਸੀਗੀ ਵੀ ਮੈਂ ਗੁਰਮੀਤ ਲਾਵਾਂ ਮਗਰ ਕੀ, ਕਿ ਗੋਤ ਲਾਉਣਾ ਮੈਨੂੰ ਨਹੀਂ ਸੀ ਚੰਗਾ ਲੱਗਦਾ। ਲਈ ਮੈਂ ਉਹ ਜਿਹੜਾ ਸ਼ੀਸ਼ਾ ਜਿਹੜਾ ਹੈ ਉਹ ਮੱਥੇ ਤੇ ਚਮਕਾਈ ਫਿਰਾਂ, ਜਿਹੜੀ ਆਪਣੀ ਪਹਿਲਾਂ ਗੱਲ ਹੋ ਚੁੱਕੀ ਹੈ। ਤੇ ਹੋਰ ਮੈਂ ਸੋਚਦਾ ਸੀਗਾ ਲਈ ਮੈਂ ਫਿਰ ਕਈ ਕੁਝ ਲਾਏ। ਮੈਂ ਕਿਹਾ ਜ਼ਖਮੀ ਤੇ ਫੁੱਟੜ ਤਾਂ ਕੀ ਲਾਉਣੇ ਆ, ਇਹ ਤਾਂ ਜ਼ਿਆਦਾ ਨੈਗੇਟਿਵ ਹੈ। ਤੇ ਫਿਰ ਮੈਨੂੰ ਲਾ ਪਾ ਕੇ ਇਸ ਤਰ੍ਹਾਂ ਹੀ ਲੱਗਾ ਲਈ ਭਾਈ ਪਿੰਡ ਦਾ ਨਾਂ ਲਾਇਆ ਜਾ ਸਕਦਾ। ਫਿਰ ਮੈਂ ਕੜਿਆਲ ਲਾਉਣ ਬਾਰੇ ਸੋਚਿਆ, ਲਈ ਗੁਰਮੀਤ ਕੜਿਆਲ ਲਿਖਿਆ ਜਾਂਦਾ। ਫਿਰ ਮੈਨੂੰ ਲੱਗਾ ਵੀ ਕੜਿਆਲ ਜਿਹੜਾ ਜ਼ਿਆਦਾ ਰਾੜਾ ਜੜ ਜਾਂਦਾ ਇਹਦਾ। ਤੇ ਹੁਣ ਵੀ ਕੜਿਆਲਵੀ ਦਾ ਵੀ ਰਾੜਾ ਅੜਤਾ ਜਾਂਦਾ ਵਾ, ਪਰ ਜਦੋਂ ਕੀਰਾ ਬੰਦਾ ਲੈ ਲੈਂਦਾ ਨਾ ਕੜਿਆਲਵੀ, ਫਿਰ ਉਹਨੂੰ ਐਸਾ ਰੱਟਦਾ, ਉਹ ਐਸਾ ਉਹਦੇ ਦਿਮਾਗ 'ਚ ਫਿੱਟ ਹੋ ਜਾਂਦਾ, ਉਹਨੂੰ ਦੁਬਾਰਾ ਨਾਂ ਫਿਰ ਭੁੱਲਦਾ ਨਹੀਂ ਗਾ। ਗੁਰਮੀਤ ਭੁੱਲ ਜੂ, ਕੜਿਆਲਵੀ ਨਹੀਂ ਭੁੱਲਦਾ। ਸਾਨੂੰ ਵੀ ਮੁਸ਼ਕਿਲ ਆ ਰਹੀ ਸੀ ਟ੍ਰਾਂਸਲੇਟ ਕਰਨ 'ਚ। ਉਹ ਅੰਗਰੇਜ਼ੀ 'ਚ ਆਰ ਪਾਤਾ ਤੇ ਰਾੜਾ ਤੇ ਹੈ ਨਹੀਂ। ਉਹ ਰਾੜਾ ਪੰਜਾਬੀ ਅੰਗਰੇਜ਼ੀ ਵਾਲਿਆਂ ਕੋਲ ਹੈ ਨਹੀਂ। ਮੂੰਹ ਭਰ ਕੇ ਬੋਲੀਏ ਕੜਿਆਲਵੀ। ਅੱਛਾ ਜੀ, ਹੁਣ ਘੜੀ ਵੱਲ ਨਜ਼ਰ ਮਾਰੀਏ ਤੇ ਘੜੀ ਦਾ ਸਮਾਂ ਰੁਕ ਜਾਏ, ਅਸੀਂ ਨੀਰੂ ਨੂੰ ਤੇ ਗੁਰਮੀਤ ਨੂੰ ਹੋਰ ਸੁਣੀਏ। ਪਰ ਮਾਝਾ ਹਾਊਸ ਵੀ ਹੈ ਤੇ ਅੱਖਰ ਵੀ ਹੈ, ਤੇ ਇਹ ਰਸਮਾਂ ਤਾਂ ਚੱਲਦੀਆਂ ਰਹਿਣੀਆਂ, ਮੁੱਕਣੀਆਂ ਕੋਈ ਨਹੀਂ। ਅਸੀਂ ਮੁੱਕਣ ਨਹੀਂ ਦੇਣੀਆਂ। ਤੁਸੀਂ ਫਿਰ ਸਾਡੇ ਨਾਲ ਆ ਕੇ ਜੁੜਨਾ, ਅਸੀਂ ਫਿਰ ਨਵੀਆਂ ਗੱਲਾਂ ਸੁਣਾਂਗੇ। ਤੇ ਇੰਨੀ ਦਿਲਕਸ਼, ਇੰਨੀ ਦਿਲ ਭਰਵੀਂ, ਦਿਲ ਨੂੰ ਛੂਹਣ ਵਾਲੀ ਗੁਫ਼ਤਗੂ ਜਿਹੜੀ ਤੁਸੀਂ ਦੋਵਾਂ ਨੇ ਕੀਤੀ, ਉਹਦੇ ਲਈ ਤਹਿ ਦਿਲੋਂ ਧੰਨਵਾਦ। ਮਾਝਾ ਹਾਊਸ ਦੇ ਸਾਰੇ ਪਰਿਵਾਰ ਵੱਲੋਂ ਤੁਹਾਡਾ ਦੋਵਾਂ ਦਾ ਬਹੁਤ ਸ਼ੁਕਰੀਆ। ਤੇ ਮੇਰੀ ਮੁਬਾਰਕਬਾਦ ਜਾਂਦੀ ਹੈ ਮਾਝਾ ਹਾਊਸ ਦੀ ਪੂਰੀ ਟੀਮ ਨੂੰ, ਜਿਨ੍ਹਾਂ ਨੇ ਇਹ ਪ੍ਰੋਗਰਾਮ ਡਰਾਫਟ ਕੀਤਾ, ਸਾਡੇ ਸਾਹਮਣੇ ਲਿਆਂਦਾ, ਤੇ ਸਾਰੇ ਉਹ ਮਿੱਤਰਾਂ ਨੂੰ, ਸਰੋਤਿਆਂ ਨੂੰ ਜਿਹੜੇ ਸਾਡੇ ਨਾਲ ਜੁੜੇ ਨੇ।
ਬਈ ਇਸ ਤਰ੍ਹਾਂ ਹੀ ਜੁੜੇ ਰਹਿਣਾ। ਤੁਹਾਡੇ ਕਮੈਂਟ ਪੜ੍ਹ ਕੇ ਬੜਾ ਹੀ ਦਿਲ ਭਰਮਾ ਹੁੰਗਾਰਾ ਆਉਂਦਾ ਹੈ। ਤੇ ਅੱਜ ਤੁਸੀਂ ਟੈਲੀਫੋਨ ਨੰਬਰ ਵੀ ਸ਼ੇਅਰ ਕਰ ਲਏ। So we are going to be together. ਔਰ ਕੁਦਰਤ ਨੇ ਹਵਾ ਥੋੜੀ ਜੀ ਸਾਫ਼ ਕੀਤੀ ਹੈ, ਸਾਹ ਲੈਣਾ ਪੋਸੀਬਲ ਹੋ ਰਿਹਾ ਹੈ। ਤੇ ਬੜੀ ਜਲਦੀ ਅਸੀਂ ਇਹ ਜ਼ੂਮ ਦਾ ਪਰਦਾ ਹਟਾ ਦੇਣਾ ਹੈ ਤੇ ਮਾਝਾ ਹਾਊਸ ਦੇ ਵਿਹੜੇ 'ਚ ਸਾਰਿਆਂ ਨੇ ਇਕੱਠੇ ਹੋ ਜਾਣਾ ਹੈ। ਉਸ ਦਿਨ ਲਈ ਉਡੀਕ ਕਰੀਏ। ਇਸ ਵੇਲੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। बहुत शुक्रिया नीरू जी, बहुत शुक्रिया गुरमीत जी और सारी ऑडियंस जी दूर दराडे कैनेडा, पाकिस्तान, अमेरिका, इंग्लैंड, इंडिया के ਵੱਖ-ਵੱਖ ਹਿੱਸਿਆਂ ਤੋਂ और गालिबन साढ़े सारिਆਂ ਦੇ ਨਿੱਜੀ ਸੱਦੇ ਤੇ ਤੁਸੀਂ ਸਾਡੇ ਨਾਲ ਜੁੜੇ, ਪਰ ਤੁਹਾਡੀ ਸ਼ਮੂਲੀਅਤ ਨੇ ਔਰ ਤੁਹਾਡੇ ਕਮੈਂਟਸ ਨੇ, ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਸਾਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਧੰਨਵਾਦੀ ਹਾਂ। ਜਿਵੇਂ ਹੁਣੇ ਇੱਕ ਚੈਟ ਦੇ ਵਿੱਚ ਸੀ ਕਿ ਰਾੜਾ ਵੀ ਜਿਹੜਾ ਨਾ ਇਹ ਸਾਧਾਂ ਦੇ ਕੁੱਤੇ ਵਰਗਾ ਹੈ, ਇਹਦੇ 'ਚ ਵੀ ਬਹੁਤ ਕੁਝ ਸਿੱਖਣ ਵਾਲਾ ਹੈ। ਤੇ ਇੱਕ ਨਵੀਂ ਸੋਚ ਲੈ ਕੇ ਬਹੁਤ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਤੇ ਪੰਜਾਬ ਦੇ ਸਾਹਿਤ ਨੂੰ, ਪੰਜਾਬੀ ਮਾਂ ਬੋਲੀ ਨੂੰ, ਪੰਜਾਬ ਦੇ ਸਾਹਿਤ ਨੂੰ ਅਪਣਾਈਏ ਤੇ ਇਹੋ ਜਿਹਾ ਅਪਣਾਈਏ ਕਿ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ, ਆਉਣ ਵਾਲੇ ਯੁੱਗ ਇਸ ਵੇਲੇ ਦੇ ਧੰਨਵਾਦੀ ਬਣਨ। ਤੁਹਾਡਾ ਸਾਰਿਆਂ ਦਾ ਧੰਨਵਾਦ। ਨੀਰੂ ਜੀ ਧੰਨਵਾਦ ਤੁਹਾਡਾ, ਤੇ ਗੁਰਮੀਤ ਜੀ ਧੰਨਵਾਦ ਤੁਹਾਡਾ, ਤੇ ਧੰਨਵਾਦ ਤੁਹਾਡੀ ਸਾਰੀ ਆਡੀਅנס ਦਾ। ਰੱਬ ਸੋਹਣਾ ਮਿਹਰ ਕਰੇ, ਸਾਰੇ ਸਿਹਤਮੰਦ ਰਹੋ ਤੇ ਫਿਰ ਇਨਸ਼ਾਅੱਲਾ ਛੇਤੀ ਮੁਲਾਕਾਤ ਹੋਏਗੀ। ਅਗਲੇ ਹਫਤੇ ਅਸੀਂ 26 ਤਰੀਕ ਨੂੰ ਸਾਡਾ ਇੱਕ ਸੈਸ਼ਨ ਹੋਏਗਾ। ਮੈਂ ਆਡੀਅנס ਨੂੰ ਜ਼ਰੂਰ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ ਜੁੜਨ। ਉਹਦੇ ਵਿੱਚ ਅਸੀਂ ਜਿਹੜੇ ਸਾਡੇ ਮਾਝਾ ਹਾਊਸ ਦੇ ਦੋਸਤ ਨੇ ਉਹਨਾਂ ਦੀ ਅਸੀਂ ਰੈਸੀਟੇਸ਼ਨ ਹੋਏਗੀ ਮੈਮੋਆਰਸ ਦੇ ਉੱਤੇ, ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੀਆਂ ਹਿਸਟੋਰੀਕਲ, ਉਹਨਾਂ ਦੀਆਂ ਬਿਰਤਾਂ ਦੀ ਯਾਦਾਂ ਨੇ, ਜਿਹੜੀਆਂ ਉਹਨਾਂ ਨੇ ਆਪ ਲਿਖੀਆਂ ਨੇ ਜਾਂ ਉਹ ਕਿਸੇ ਦੀਆਂ ਪੜ੍ਹਨਗੇ। ਸਾਡੇ ਕੋਲ ਬਹੁਤ ਨਾਮਵਰ ਨਾਮ ਨੇ ਉਸ ਪ੍ਰੋਗਰਾਮ ਦੇ ਵਿੱਚ ਵੀ, ਜਿਹਦੇ ਸਾਡੇ ਕੋਲ ਪਾਕਿਸਤਾਨ ਤੋਂ ਵੀ ਜੁੜਨਗੇ ਔਰ ਹਿੰਦੁਸਤਾਨ ਤੋਂ ਡੈਫੀਨੇਟਲੀ ਸਰਬਜੀਤ ਸਰਵ ਜੀ ਨੇ, ਡਾਕਟਰ ਪਹਿਲ ਨੇ, ਮਾਸਟਰ ਡਾਕਟਰ ਮਦਨ ਗੋਪਾਲ ਜੀ ਜਿਹੜੇ ਬੜੇ ਪ੍ਰੋਮੀਨੈਂਟ ਸੂਫੀ ਲੌਰੀਏਟ ਨੇ, ਪੂਰੀ ਦੁਨੀਆ 'ਚ ਜਾਣੇ ਜਾਂਦੇ ਨੇ। ਸੋ ਮਦੀਹਾ ਹਨੀਫ ਅਰਸਲਾਨ ਵੀ ਸਾਡੇ ਨਾਲ ਜੁੜਨਗੇ ਪਾਕਿਸਤਾਨ। ਸੋ ਆਉਣ ਵਾਲੇ 26 ਤਰੀਕ ਨੂੰ ਅਸੀਂ ਤੁਹਾਡੇ ਨਾਲ ਜ਼ੂਮ ਲਿੰਕ ਵੀ ਸ਼ੇਅਰ ਕਰਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ, ਜਿਉਂਦੇ ਰਹੋ।